ਸਤਿ ਸ਼੍ਰੀ ਅਕਾਲ ਦੋਸਤੋ। ਇੱਕ ਵਾਰ ਫਿਰ ਤੋਂ ਆਪਾਂ ਜੁੜੇ ਹਾਂ ਡਾਕਟਰ ਗੁਰਤਨ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਨਾਲ। ਕੁਝ ਦੇਰ ਸਾਨੂੰ ਲੱਗੀ ਦੁਬਾਰਾ ਮੁਖਾਤਿਬ ਹੋਣ ਲਈ ਤੁਹਾਡੇ ਨਾਲ। ਕੁਝ ਮਸਰੂਫੀਅਤ ਵੀ ਸੀ ਆਪਣੀ, ਕੁਝ ਕੋਵਿਡ ਦੇ ਚੱਲਦੇ ਅਸੀਂ ਇਕੱਠੇ ਵੀ ਨਹੀਂ ਹੋ ਸਕੇ, ਔਰ ਬਾਬਾ ਜੀ ਔਰ ਅਸੀਂ ਦੋਨੋਂ ਹੀ ਅਸੀਂ ਬੁੱਕ ਦੇ ਉੱਪਰ ਇੱਕ ਤੇ ਕੰਮ ਸਾਡਾ ਚੱਲ ਰਿਹਾ ਸੀਗਾ। ਅੱਜ ਇਕੱਠੇ ਹੋਇਆ ਜੀ। ਸਾਡਾ ਜਿਹੜਾ ਫੋਕਸ ਹੈ, ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਕਿਸਾਨ ਮੋਰਚਾ, ਜਿਹੜਾ ਕਿ ਦਿੱਲੀ ਦੇ ਬਾਰਡਰਸ ਦੇ ਉੱਤੇ ਚੱਲ ਰਿਹਾ ਹੈ। ਕੁਝ ਗੱਲਾਂ ਕਰਾਂਗੇ ਜੀ ਉਸ ਦੇ ਬਾਰੇ, ਇੱਕ ਨਵੇਂ ਪਰਸਪੈਕਟਿਵ ਦੇਖਾਂਗੇ ਕਿ ਕੀ ਹੋ ਰਿਹਾ ਹੈ, ਕੀ ਹੋ ਸਕਦਾ ਹੈ, ਕੀ ਹੋਵੇਗਾ। ਅਸੀਂ ਇੰਟੈਲੈਕਚੁਅਲ ਦੀ ਸਲਾਹ ਲੈਣਾ ਇਹਦੇ ਬਾਰੇ। ਇਹ ਸਮਾਂ ਹੈ ਜਦੋਂ ਇੰਟੈਲੈਕਚੁਅਲ ਨੂੰ ਆਪਣਾ ਓਨੈਸਟ ਆਪਣਾ ਪਰਸਪੈਕਟਿਵ ਇਸ ਦੇ ਬਾਰੇ ਰੱਖਣਾ ਜਿਹੜਾ ਜ਼ਰੂਰ ਬਣਦਾ ਵਾ। ਤੋਂ ਆਓ ਸਵਾਗਤ ਕਰਦੇ ਹਾਂ ਡਾਕਟਰ ਗੁਰਤਨ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਦਾ। ਔਰ ਆਪਾਂ ਦੇਖਾਂਗੇ ਕਿ ਆਪਾਂ ਇੰਟੈਲੈਕਚੁਅਲੀ ਇਹਦੇ ਵਿੱਚੋਂ ਕੀ ਆਪਣਾ ਲਰਨਿੰਗ ਹੁੰਦੀ ਹੈ, ਕੀ ਲਰਨਿੰਗ ਹੋਣੀ ਚਾਹੀਦੀ ਹੈ, ਔਰ ਕਿਹੜਾ ਸਾਡਾ ਇਹਦੇ ਵਿੱਚ ਇੱਕ ਕੋਰਸ, ਇੱਕ ਡਾਇਰੈਕਸ਼ਨ ਹੋਣੀ ਚਾਹੀਦੀ ਹੈ। ਡਾਕਟਰ ਸਿੱਧੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਸਾਨ ਮੋਰਚੇ ਤੇ ਮੈਂ ਚਾਹਾਂਗਾ ਕਿ ਤੁਸੀਂ ਓਪਨਲੀ, ਇੰਡੀਪੈਂਡੈਂਟਲੀ, ਓਨੈਸਟਲੀ ਤੇ ਫ੍ਰੀਲੀ ਆਪਦੇ ਜਿਹੜੇ ਵਿਚਾਰ ਇਹਦੇ ਉੱਪਰ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਜਿਹਦੇ ਵਿੱਚ ਸਾਰਾ ਭਾਰਤ ਸ਼ਾਮਲ ਆ, ਉਹਦੇ ਵੱਖ-ਵੱਖ ਵਰਗਾਂ, ਧਰਮਾਂ ਦੇ, ਜਾਤੀਆਂ ਦੇ ਲੋਕ ਸ਼ਾਮਿਲ ਨੇ। ਮੈਂ ਸਾਰਿਆਂ ਨੂੰ ਗੁਰੂ ਸਾਹਿਬ ਦੀ ਦ੍ਰਿਸ਼ਟੀ ਦੇ ਵਿੱਚ ਮੁਹੱਬਤ ਭਰੀ ਫਤਿਹ ਬੁਲਾਉਣਾ ਤੇ ਬਹੁਤ ਮੁਹੱਬਤ ਦੇ ਨਾਲ ਹੀ ਮੈਂ ਚਾਹੁੰਦਾ ਕਿ ਅਸੀਂ ਕੋਈ ਆਪਣੇ ਵਿਚਾਰ ਦੇ ਸਕੀਏ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਤੋਂ ਘੱਟ ਉਹਨਾਂ ਦੀ ਕੋਈ ਕੀਮਤ ਹੋਵੇ, ਉਹਨਾਂ ਦੀ ਕੋਈ ਵੈਲਿਊ ਹੋਵੇ। ਤੁਹਾਡੇ ਵਿਚਾਰ ਕਈ ਵਾਰੀ ਵਕਤ ਦੇ ਉੱਤੇ ਨਹੀਂ ਵੀ ਮੰਨੇ ਜਾਂਦੇ, ਪਰ ਤੁਹਾਡੇ ਵਿਚਾਰ ਜੇ ਸਹੀ ਹੋਣ, ਉਹਨਾਂ ਦਾ ਮੁੱਲ ਜ਼ਰੂਰ ਪੈ ਜਾਂਦਾ, ਚਾਹੇ ਵਕਤ ਤੋਂ ਬਾਅਦ ਪਵੇ, ਚਾਹੇ ਮੌਕੇ ਤੇ ਪਵੇ। ਮੈਂ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਵਿਚਾਰ ਸਹੀ ਹੋਣਗੇ, ਪਰ ਮੈਂ ਇਹ ਜ਼ਰੂਰ ਸਾਰੇ ਭਾਰਤ ਦੇ ਜੋ ਕਿਸਾਨ ਮੋਰਚੇ ਨਾਲ ਜਿਵੇਂ ਜੁੜੇ ਹੋਏ ਵੱਖ-ਵੱਖ ਸਾਰੇ ਮੇਰੇ ਧੀਆਂ ਪੁੱਤਰ ਨੇ ਜਾਂ ਮੇਰੇ ਭੈਣ ਭਰਾ ਨੇ, ਬਜ਼ੁਰਗ ਨੇ, ਉਹਨਾਂ ਨੂੰ ਬੇਨਤੀ ਕਰਦਾ ਕਿ ਐਡਾ ਖੂਬਸੂਰਤ ਸਾਰੇ ਇੰਡੀਆ ਦੇ ਵਿੱਚ ਇੱਕ ਅਵੇਕਨਿੰਗ ਆਈ ਆ, ਇੱਕ ਜਾਗਰਤੀ ਆਈ ਆ। ਇਹ ਕੋਈ ਇਕੱਲੇ ਬੰਦੇ ਦੀ ਜਾਗਰਤੀ ਨਹੀਂ, ਹਰ ਬੰਦਾ ਇਹਦੇ ਵਿੱਚ ਸ਼ਾਮਲ ਆ। ਹਰ ਆਦਮੀ ਧਿਆਨਤਦਾਰੀ ਦੇ ਨਾਲ ਆਪਣਾ ਸਭ ਕੁਝ ਛੱਡ ਕੇ, ਤਿਆਗ ਕੇ, ਉਹ ਇੱਕ ਤਰ੍ਹਾਂ ਨਾਲ ਘਰ-ਬਾਰ ਕੁਰਬਾਨ ਕਰਕੇ ਇਸ ਮੋਰਚੇ ਦੀ ਫਤਿਹ ਦੇ ਲਈ ਆਇਆ ਹੋਇਆ। ਮੇਰੀ ਇੱਥੇ ਸਾਰਿਆਂ ਨੂੰ ਇਹ ਬੇਨਤੀ ਆ ਕਿ ਤੁਸੀਂ ਇਕੱਠੇ ਹੋ ਕੇ ਹੀ ਆਪਾਂ ਜਿੱਤ ਸਕਦੇ ਹਾਂ। ਜਿੱਤ ਹਮੇਸ਼ਾ ਯੂਨਿਟੀ ਦੇ ਵਿੱਚ ਹੁੰਦੀ ਹੈ। ਤੁਸੀਂ ਮੇਰੇ ਜਿੰਨੇ ਵੀ ਮੈਂ ਕਮੈਂਟ ਪਾਏ ਨੇ, ਕਿਤੇ ਵੀ ਕੁਝ ਲਿਖਿਆ, ਭਾਵੇਂ ਕਿਸੇ ਬਾਰੇ ਕੁਝ ਵੀ ਲਿਖਿਆ, ਪਰ ਮੈਂ ਯੂਨਿਟੀ ਦੇ ਉੱਤੇ ਜ਼ੋਰ ਦਿੱਤਾ। ਉਸ ਯੂਨਿਟੀ ਦੇ ਵਿੱਚ ਇਸ ਵੇਲੇ ਤੁਹਾਡੇ ਅੰਦਰ ਉਹ ਅਵੇਕਨਿੰਗ ਆਈ ਹੋਈ ਆ, ਉਹ ਬ੍ਰਾਈਟਨੈਸ ਆਈ ਹੋਈ ਆ, ਉਹ ਇਲਾਹੀ ਰੋਸ਼ਨੀ ਆਈ ਹੋਈ ਆ ਸਾਰਿਆਂ ਦੇ ਵਿੱਚ। ਜਿਵੇਂ ਵੀ ਉਹਨਾਂ ਦਾ ਕੋਈ ਇਸ਼ਟ ਦੀਨ ਹੈ, ਉਹਨਾਂ ਦੀ ਨਿਗਾਹ ਸਾਰਿਆਂ ਦੀ ਮੋਰਚੇ ਦੀ ਸਫਲਤਾ ਵੱਲ ਵੀ ਹੈ, ਲੀਡਰਾਂ ਵੱਲ ਵੀ ਹੈ। ਪਰ ਹੁਣ ਜਿਹੜੀ ਪੋਜੀਸ਼ਨ ਹੈ, ਇਹ ਮੋਰਚੇ ਦਾ ਬੋਝ ਇਹ ਜਿਹੜੇ ਲੀਡਰ ਸਾਡੇ ਅੱਗੇ ਆਏ ਨੇ, ਇਹ ਕਿੰਨਾ ਕੁ ਚੁੱਕਦੇ ਨੇ, ਕਿੰਨਾ ਕੁ ਉਠਾਉਂਦੇ ਨੇ, ਕਿੰਨਾ ਕੁ ਉਹਦੇ ਨਾਲ ਨਿਆਂ ਕਰਦੇ ਨੇ। ਨਿਆਂ ਕਰਨ ਲਈ ਦੇਖੋ ਕਿੰਨੀਆਂ ਚੀਜ਼ਾਂ ਨੇ। ਕੰਟਰੀ ਬਹੁਤ ਬੁਰੀ ਤਰ੍ਹਾਂ ਨਾਲ ਟੋਟੇ ਹੋਇਆ ਪਿਆ, ਚੇਤਨਾ ਦੇ ਵਿੱਚ, ਪ੍ਰੋਗਰੈਸ ਦੇ ਵਿੱਚ, ਜਿਹਦੇ ਵਿੱਚ ਬੱਚੇ ਰੁਲ ਰਹੇ ਨੇ, ਨੌਜਵਾਨ ਬੱਚੇ, ਬਹੁਤ ਜ਼ਿਆਦਾ ਪੜ੍ਹੇ ਲਿਖੀ ਜਵਾਨੀ ਸਾਡੇ, ਕਿਉਂਕਿ ਮੁੜ ਕੇ ਤਾਂ ਉਹਨਾਂ ਤੇ ਆਉਣੀ ਨਹੀਂ। ਉਹਨਾਂ ਨੇ ਪੜ੍ਹਾਈਆਂ ਕੀਤੀਆਂ ਨੇ, ਉਹ ਵੀ ਰੁਲ ਰਹੀਆਂ ਨੇ।
ਇਕਾਨਮੀ ਦਾ ਸਿਸਟਮ ਗਲਤ ਹੈ, ਸਾਰਾ ਸੋਸ਼ਲ ਸਿਸਟਮ ਗਲਤ ਹੈ, ਪੋਲੀਟੀਕਲ ਸਿਸਟਮ ਗਲਤ ਹੈ। ਤਾਂ ਹੀ ਇਹ ਸਾਰੇ ਇਕੱਠੇ ਹੋ ਕੇ ਇਸ ਨੂੰ ਸਾਰਿਆਂ ਨੇ ਚੈਲੰਜ ਕੀਤਾ, ਜਿਹਦੇ ਵਿੱਚ ਪਹਿਲੀ ਵਾਰੀ ਇੰਡੀਆ ਦੀ ਹਿਸਟਰੀ ਦੇ ਵਿੱਚ ਮਿਲਟਰੀ ਵੀ ਸ਼ਾਮਲ ਹੋਈ ਹੈ। ਇਹ ਬਹੁਤ ਵੱਡੀ ਗੱਲ ਕਿ ਫੌਜ ਨੂੰ ਆਪਣਾ ਡਿਸਪਲਿਨ ਤਿਆਗ ਕੇ ਇੰਨੀ ਗਿਰਾਵਟ ਆ ਗਈ ਕਿ ਇਸ ਪਾਸੇ ਉਹਨਾਂ ਨੂੰ ਖੁਦ ਵੀ ਸ਼ਮੂਲੀਅਤ ਕਰਨੀ ਪਈ। ਮੈਂ ਤੁਹਾਡੇ ਨਾਲ ਬੇਨਤੀ ਕਰਦਾ ਕਿ ਮੈਂ ਸਾਡੇ ਦੋ ਜੀਨੀਅਸ ਨੇ, ਪ੍ਰੋਫੈਸਰ ਪੂਰਨ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ। ਪੂਰਨ ਸਿੰਘ ਅੱਜ ਤੋਂ ਲਗਭਗ 100 ਸਾਲ ਪਹਿਲਾਂ ਹੋਇਆ। ਉਹਦੀਆਂ ਤੁਸੀਂ ਕਿਤਾਬਾਂ ਪੜ੍ਹ ਕੇ ਦੇਖੋ, ਜੋ ਤੁਸੀਂ ਅੱਖਾਂ ਮੂਹਰੇ ਦੇਖ ਰਹੇ ਹੋ, ਜੋ ਕੁਝ ਹੋ ਰਿਹਾ ਉਹਦੀਆਂ ਲਿਖਤਾਂ ਦੇ ਵਿੱਚ ਪਿਆ। ਉਹਦੀਆਂ ਲਿਖਤਾਂ ਗੁਰੂ ਨਾਨਕ ਸੱਚ ਦਾ ਮਿਰਰ ਆ। ਉਹਦੇ ਵਿੱਚੋਂ ਹਰ ਯੁੱਗ ਆਪਣੇ ਸਹੀ ਰੂਪ ਦੇ ਵਿੱਚ ਦਿਸਦਾ। ਉਹਨੇ ਪੈਸ਼ੀਨ ਗੋਈਆਂ ਵੀ ਕੀਤੀਆਂ ਨੇ, 4-5 ਬਾਰ-ਬਾਰ ਮੈਂ ਦੱਸੀਆਂ ਨੇ, ਇੱਥੇ ਮੈਂ ਦੁਹਰਾਉਣੀਆਂ ਨਹੀਂ ਚਾਹੁੰਦਾ, ਜਿਹੜੀਆਂ ਸਮੇਂ ਨਾਲ ਜਾ ਕੇ ਸਾਰੀ ਦੁਨੀਆ ਦੇ ਕੰਟਰੀਜ਼ ਦੇ ਉੱਤੇ ਸੱਚੀਆਂ ਬਣ ਕੇ ਸਾਹਮਣੇ ਆਈਆਂ। ਤੇ ਦੂਜੇ ਜੀਨੀਅਸ ਹਰਿੰਦਰ ਸਿੰਘ ਮਹਿਬੂਬ ਆ, ਉਹ ਮੇਰੇ ਦੋਸਤ ਵੀ ਸੀ। ਉਹ ਦੋਸਤ ਕੋਈ ਖਾਣ ਪੀਣ ਦੇ, ਇਕੱਠੇ ਰਹਿਣ ਦੇ ਨਹੀਂ ਸੀ। ਸਾਡੀ ਖਿਆਲਾਂ ਦੀ ਜੋ ਅਸੈਂਸ਼ੀਅਲ ਹਾਰਟ ਦੀ ਵਿਜ਼ਨ ਆ, ਉਹਦੀ ਸੋਚ ਆ, ਉਹਦੇ ਵਿੱਚ ਸਾਡੀ ਦੋਸਤੀ ਸੀ। ਦੁਨੀਆਦਾਰੀ ਵਿੱਚ ਤਰੇੜਾਂ ਵੀ ਪਈਆਂ, ਉਹ ਦੁਨੀਆ 'ਚ ਚਲਿਆ ਗਿਆ ਦੁਨੀਆ 'ਚੋਂ, ਪਰ ਦੋਸਤੀ ਸਾਡੀ ਫਿਰ ਵੀ ਨਿਭ ਰਹੀ ਹੈ। ਉਹਦੀਆਂ ਲਿਖਤਾਂ, ਕਿਉਂਕਿ ਉਹ ਕੁਝ ਦੁਨੀਆ ਨੂੰ ਦੇਣ ਲਈ ਪੈਦਾ ਹੋ ਚੁੱਕੀਆਂ ਨੇ, ਜਿਨ੍ਹਾਂ ਦਾ ਕੋਈ ਹੋਰ ਅਜੇ ਤੱਕ ਸਾਡੀ ਸਿੱਖ ਕੌਮ ਕੋਲ ਕੋਈ ਵੀ ਬਦਲ ਨਹੀਂ, ਨਾ ਪੂਰਨ ਸਿੰਘ ਦਾ, ਨਾ ਹਰਿੰਦਰ ਸਿੰਘ ਮਹਿਬੂਬ ਦਾ। ਮੈਨੂੰ ਕੋਈ 1.5 ਸਾਲ ਹੋ ਗਿਆ। ਤੁਸੀਂ ਸਾਰੇ ਮੇਰੀ ਫੇਸਬੁੱਕ 1.5-2 ਸਾਲ ਤੋਂ ਪਹਿਲਾਂ ਵੀ ਪੜ੍ਹੋ। ਮੈਂ ਇਹ ਗੱਲਾਂ ਆਪਦੇ ਘਰ 'ਚ ਆਪਦੀ ਵਾਈਫ ਨਾਲ ਵੀ ਕਰਦਾ ਸੀ ਵੀ ਇੱਕ ਦਿਨ ਕੰਸ਼ੀਅਸਨੈਸ ਦਾ ਮੌਨਸੂਨ ਆਊਗਾ, ਸਾਰੇ ਲੋਕਾਂ 'ਚ ਇੱਕ ਜਾਗਰਤੀ ਆਊਗੀ। ਮੈਂ ਇਹ ਵੀ ਕਹਿੰਦਾ ਸੀ ਕਿ ਮਿਲਟਰੀ ਦੇ ਵਿੱਚ ਬਗਾਵਤ ਹੋਊਗੀ। ਉਹ ਮੇਰੀ ਵਾਈਫ ਕਹਿ ਦਿੰਦੀ ਸੀ ਜਦੋਂ ਕੋਈ ਗੱਲ। ਉਹ ਹੁਣ ਜਦੋਂ ਇਹ ਗੱਲਾਂ ਸਾਹਮਣੇ ਆ ਗਈਆਂ, ਉਹ ਮੇਰੇ ਨੇੜੇ ਜੇ ਬਹੁਤ ਜ਼ਿਆਦਾ ਪਾਠ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ। ਪਾਠ ਕਰਨ ਤੋਂ ਪਹਿਲਾਂ ਉਹ ਬੋਲੀ ਕਿ ਤੁਹਾਡੀਆਂ ਦੋਵੇਂ ਗੱਲਾਂ ਸੱਚੀਆਂ ਹੋ ਗਈਆਂ, ਕਿ ਕੰਟਰੀ ਦੇ ਵਿੱਚ ਅਵੇਕਨਿੰਗ ਵੀ ਆ ਗਈ, ਜਾਗਰਤੀ ਵੀ ਆ ਗਈ, ਇੱਕ ਨਵੀਂ ਕੰਸ਼ੀਅਸਨੈਸ ਬਹੁਤ ਜ਼ੋਰ ਨਾਲ, ਇੱਕ ਬਹੁਤ ਇਲਾਹੀ ਨੂਰ ਦੇ ਵਿੱਚ ਚਮਕ ਉੱਠੀ ਹੈ, ਤੇ ਮਿਲਟਰੀ ਦੇ ਵਿੱਚ ਵੀ ਬਗਾਵਤ ਹੋ ਗਈ। ਇਹ ਮੇਰੀ ਵਾਈਫ ਨੇ ਮਹੀਨਾ ਹੋ ਗਿਆ ਉਦੋਂ ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ, ਉਦੋਂ ਮੇਰੇ ਨਾਲ ਇਹ ਗੱਲਾਂ ਆਪ ਮੰਨ ਕੇ ਪ੍ਰਵਾਨ ਕੀਤੀਆਂ। ਮੈਂ ਘੱਟ ਤੋਂ ਘੱਟ ਸਾਰੇ ਹਿੰਦੂ ਭਰਾਵਾਂ ਨੂੰ, ਸਿੱਖ ਭਰਾਵਾਂ ਨੂੰ, ਦੁਨੀਆ ਦੇ ਜੋ ਵੀ ਵਰਗਾਂ ਦੇ ਲੋਕ ਨੇ, ਮੈਂ ਕੋਈ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਬਿਲਕੁਲ ਸੱਚਾ, ਕਿ ਮੇਰੀ ਗੱਲ ਹੀ ਠੀਕ ਆ, ਪਰ ਤੁਸੀਂ ਮੇਰੀ ਦਿਆਨਤਦਾਰੀ ਤੇ ਕੋਈ ਵੀ ਮਤ ਦਾ ਬੰਦਾ, ਕਿਸੇ ਦੀਨ ਦਾ ਬੰਦਾ ਸ਼ੱਕ ਨਹੀਂ ਕਰ ਸਕਦਾ ਕਿ ਮੈਂ ਇੰਡੀਆ ਦਾ ਭਲਾ ਨਾ ਚਾਹੁੰਦਾ ਹਾਂ। ਇਹਦੇ ਵਿੱਚ ਉਹ ਹਕੂਮਤ ਨਾ ਚਾਹੁੰਦਾ ਹਾਂ ਜਿਹੜੀ ਹਕੂਮਤ ਸੋਸ਼ਲ ਸਿਸਟਮ ਦੇ ਵਿੱਚ, ਪੋਲੀਟੀਕਲ ਸਿਸਟਮ ਦੇ ਵਿੱਚ, ਰਿਲੀਜੀਅਸ ਸਿਸਟਮ ਦੇ ਵਿੱਚ, ਜਿਹਦੇ ਵਿੱਚੋਂ ਅਫੀਸਰਸ਼ਿਪ ਕਮਾਂਡ ਵਿੱਚ ਚੱਲਦੀ ਹੈ, ਕੋਰਟਾਂ ਵੀ ਕਮਾਂਡ ਵਿੱਚ ਚੱਲਦੀਆਂ ਨੇ, ਬਾਕੀ ਵਰਗ ਵੀ ਕਮਾਂਡ ਵਿੱਚ ਚੱਲਦੇ ਨੇ, ਕਿ ਇਸ ਤਰ੍ਹਾਂ ਦਾ
ਇੱਕ ਸਿਸਟਮ ਇੰਡੀਆ ਦੇ ਵਿੱਚ ਇਸ ਵੇਲੇ ਉਹਦੀ ਲੋੜ ਆ, ਕਿਉਂਕਿ ਸਾਨੂੰ ਆਪਸ ਵਿੱਚ ਵੰਡ ਕੇ ਇੱਕ ਦੂਜੇ ਦੇ ਪ੍ਰਤੀ ਇੱਕ ਹਊਆ ਪੈਦਾ ਕਰਕੇ ਇੰਨਾ ਦੂਰ ਕੀਤਾ ਹੋਇਆ ਸੀ। ਦੂਰ ਵੀ ਸਧਾਰਨ ਨਹੀਂ ਕਿ ਸਾਨੂੰ ਦੁਸ਼ਮਣਾਂ ਵਾਂਗ ਦੇਖਿਆ ਜਾਂਦਾ ਸੀ। ਸਿੱਖ ਨੂੰ ਤਾਂ ਗੁਰੂ ਨੇ ਹੁਕਮ ਨਹੀਂ ਦਿੱਤਾ, ਉਹਦੇ ਜਨਮ ਵਿੱਚ ਹੀ ਨਹੀਂ ਕਿ ਉਹ ਕਿਸੇ ਨੂੰ ਦੁਸ਼ਮਣ ਵਾਂਗ ਦੇਖੇ, ਕਿਸੇ ਨੂੰ ਨਫ਼ਰਤ ਕਰੇ। ਮੈਂ ਪੜ੍ਹਾਇਆ, ਸਕੂਲਾਂ 'ਚ ਮੈਥ ਪੜ੍ਹਾਇਆ, ਕਾਲਜ ਵਿੱਚ ਪੜ੍ਹਾਇਆ, ਯੂਨੀਵਰਸਿਟੀ ਵਿੱਚ ਪੜ੍ਹਾਇਆ, ਕੋਈ 13-14 ਸਾਲ। ਇੱਕ ਵੀ ਵਿਦਿਆਰਥੀ ਕਿਸੇ ਵੀ ਧਰਮ ਦਾ ਮੇਰੇ ਤੇ ਇਹ ਗਿਲਾ ਨਹੀਂ ਕਰ ਸਕਦਾ ਕਿ ਮੈਂ ਉਹਨਾਂ ਨੂੰ ਆਪਣੇ ਧੀਆਂ ਪੁੱਤਰਾਂ ਦੇ ਵਾਂਗ ਅਤ ਮੁਹੱਬਤ ਦੇ ਵਿੱਚ ਉਹਨਾਂ ਨੂੰ ਅੱਗੇ ਤੋਂ ਅੱਗੇ ਲਿਜਾਣ ਦਾ ਯਤਨ ਨਾ ਕੀਤਾ ਹੋਵੇ। ਉਹਨਾਂ ਨੇ ਮੈਂ ਦਾਅਵੇ ਨਾ ਕਹਿਣਾ ਕਿ ਕਿਸੇ ਨੇ ਵੀ ਮੇਰੇ 'ਚ ਕੋਈ ਇਹੋ ਜਿਹੀ ਕਮੀ ਨਹੀਂ ਦੇਖੀ ਹੋਣੀ ਕਿ ਇਹਦੇ ਵਿੱਚ ਕੋਈ ਸਿੱਖ ਹੋ ਕੇ ਕਿਸੇ ਲਈ ਵਿਤਕਰਾ, ਕੋਈ ਸਹਿਰਦਤਾ ਦੀ ਘਾਟ ਹੈ, ਕੋਈ ਪਿਆਰ ਦੀ ਘਾਟ ਹੈ, ਕੋਈ ਇਲਮ ਦੇਣ 'ਚ ਦਰਾਇਤ ਹੈ, ਕੋਈ ਚੋਣ ਕਰਨ 'ਚ ਦਰਾਇਤ ਹੈ। ਮੈਂ ਯੂਨੀਵਰਸਿਟੀਆਂ ਵਿੱਚ ਸਾਇੰਸ ਵਿਭਾਗ ਤੋਂ ਲੈ ਕੇ ਪੰਜਾਬੀ ਵਿਭਾਗ ਤੱਕ ਸਾਰੇ ਵਿਭਾਗਾਂ ਦੇ ਵਿੱਚ ਦਰਾਇਤ ਪ੍ਰੋਫੈਸਰ ਕਰਦੇ ਦੇਖੇ, ਸਾਰੇ ਦੇ ਸਾਰੇ। ਕੋਈ ਹੀ ਮੁਕਤ ਹੋਊਗਾ, ਪਰ ਮੈਂ ਜਿਹੜਾ ਸਟੂਡੈਂਟ ਵਿਦਿਆਰਥੀ ਹੈ, ਜਿਹੜਾ ਸੋਸ਼ਲ ਵਰਗ ਹੈ, ਕਿਉਂਕਿ ਗੁਰੂ ਨੇ ਉਹਦੇ ਸਾਡੇ ਸਿੱਖ ਦੇ ਅੰਦਰ ਇੱਕ ਐਡੀ ਵੱਡੀ ਸੁਹਿਰਦਤਾ ਪੈਦਾ ਕੀਤੀ ਹੈ ਕਿ ਜੋ ਕਿਸੇ ਨੂੰ ਘਿਰਨਾ ਕਰਦਾ, ਕਿਸੇ ਦਾ ਹੱਕ ਮਾਰਦਾ, ਉਹਦੇ ਆਪਣੇ ਅੰਦਰੋਂ ਕੋਈ ਕੀਮਤੀ ਚੀਜ਼ ਉਹਦੇ ਅੰਦਰੋਂ ਜਾਂਦੀ ਆ, ਉਹਨੂੰ ਬੇਚੈਨ ਕਰਦੀ ਆ। ਉਹਨੂੰ ਸਾਬਤ ਰਹਿਣ ਲਈ, ਉਹਨੂੰ ਸ਼ਾਂਤ ਰਹਿਣ ਲਈ ਉਹਦੇ ਤੇ ਗੁਰੂ ਦੀ ਇਹ ਪਾਬੰਦੀ ਆ, ਮੁਹੱਬਤ ਭਰੀ। ਕੋਈ ਜਕੜ ਵੀ ਨਹੀਂ ਹੈਗਾ ਕਿ ਉਹ ਇਹਨਾਂ ਚੀਜ਼ਾਂ ਤੇ ਪਹਿਰਾ ਦੇਵੇ, ਜ਼ਿੰਦਗੀ ਦਾ ਜਸ਼ਨ ਮਨਾਵੇ, ਕੱਲਿਆਂ ਵੀ ਸਾਰਿਆਂ ਨਾਲ ਵੀ। ਮੈਂ ਥੋੜਾ ਜਿਹਾ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਹੁਣ ਮੈਂ ਮੋਰਚੇ ਵੱਲ ਆਉਣਾ, ਕਿਸਾਨ ਮੋਰਚੇ ਵੱਲ। ਜਦੋਂ ਇਹ ਸ਼ੁਰੂ ਹੋਇਆ, ਕਿਉਂਕਿ ਮੇਰਾ ਬਹੁਤ ਧਿਆਨ ਹੈ ਇਹਨਾਂ ਸਾਰੀਆਂ ਚੀਜ਼ਾਂ ਵੱਲ, ਘੱਟ ਤੋਂ ਘੱਟ 100 ਕੰਟਰੀ ਮੇਰੇ ਨਾਲ ਅਕੈਡਮੀ ਐਜੂਕੇਸ਼ਨ ਦੇ ਵਿੱਚ ਜੁੜਿਆ ਹੋਇਆ ਵਰਲਡ ਦਾ, ਬਹੁਤ ਜ਼ਿਆਦਾ ਪ੍ਰਾਇਓਰਟੀ ਦੇ ਉੱਤੇ ਇਸ ਵੇਲੇ ਹਰਿੰਦਰ ਮਹਿਬੂਬ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਿਆ ਜਾ ਰਿਹਾ, ਕਿਉਂਕਿ ਮੈਂ ਉੱਥੇ 20-21 ਆਰਟੀਕਲ, 20 ਜਾਂ 21 ਜਾਂ 18 ਹੋਣਗੇ ਜਾਂ 24-25 ਵੀ ਹੋ ਸਕਦੇ ਨੇ, ਉੱਥੇ ਪਾਏ ਨੇ। ਉਹ ਮੈਂ ਇਸ ਤਰ੍ਹਾਂ ਪਾਏ ਕਿ ਅੱਜ ਕੱਲ੍ਹ ਕੋਈ ਕਿਤਾਬਾਂ ਨਹੀਂ ਪੜ੍ਹਦਾ, ਪਰ ਉੱਥੇ ਲਿਖਿਆ ਹੋਇਆ ਸਾਰੇ ਪੜ੍ਹ ਲੈਂਦੇ ਨੇ। ਇੱਕ ਹਫ਼ਤਾ ਹੋ ਗਿਆ, ਮੈਂ ਉਹਦੀ ਗਿਣਤੀ ਕੀਤੀ ਸੀ ਉਦਣ, ਹੁਣ ਤੁਸੀਂ ਵੀ ਕਰ ਸਕਦੇ ਹੋ। 9,72,323 ਪ੍ਰੋਫੈਸਰ ਸੀਗੇ ਉਹਦੇ ਵਿੱਚ। ਮੇਰੇ ਨਾਲ ਜੋ ਸਰਦਾਰ ਗੁਰਦੀਪ ਸਿੰਘ ਜੀ ਨੇ, ਇਹ ਇੰਡੀਆ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਸੀਗੇ, ਤੇ ਹੁਣ ਵੀ ਇੱਧਰ ਇਹ ਹਾਇਰ ਕਲਾਸਾਂ ਨੂੰ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ। ਇੰਗਲਿਸ਼ ਦੇ ਬਹੁਤ ਜ਼ਿਆਦਾ ਕਾਬਲ ਨੇ। ਕਈ ਆਰਟੀਕਲ ਮੈਂ ਇਹਨਾਂ ਤੋਂ ਵੀ ਚੈੱਕ ਕਰਾਏ ਨੇ, ਜਿਹੜੇ ਅਕੈਡਮੀ ਐਜੂਕੇਸ਼ਨ ਦੇ ਵਿੱਚ ਪਾਏ ਨੇ। ਉਹਦੇ ਵਿੱਚ ਹੁਣ ਸਾਡੇ ਕੋਲੇ ਕਈ ਲਿਖਤੀ ਸਬੂਤ ਵੀ ਨੇ, ਜਿਹਦੇ ਵਿੱਚ ਤੁਸੀਂ ਇਹ ਸਹਿਮਤ ਹੋ ਜਾਓਗੇ ਕਿ ਉਹ ਜਿਹੜਾ ਕੰਮ ਹੈ 9,72,000 ਤੋਂ ਉੱਪਰ ਲੋਕਾਂ ਦੇ ਵਿੱਚ, ਉਹਦੇ ਵਿੱਚ ਕਿ ਵਾਕਈ ਇਹ ਕੰਮ ਜਿਹੜਾ ਅਸੀਂ ਕੀਤਾ, ਜੋ ਮੇਰੇ ਤੋਂ ਗੁਰੂ ਨੇ ਕਰਾਇਆ। ਮੇਰੇ ਨਾਲ ਬਹੁਤ ਥੋੜੇ ਬੰਦੇ ਸੀ, ਆਸਟ੍ਰੇਲੀਆ ਤੋਂ ਵਿਜੇਪਾਲ ਸੀ, ਕੁਝ ਮੇਰੇ ਟਰਸਟ ਦੇ ਬੰਦੇ ਸੀ, ਕੁਝ ਰਣਦੀਪ ਸੰਧੂ ਵਰਗੇ, ਜਾਂ ਆਪਣਾ ਮੱਟੂ ਸਾਹਿਬ ਨੇ, ਨਰਿੰਦਰ ਮੱਟੂ, ਸੁਚੇਤ ਸਿੰਘ ਜੀ ਨੇ, ਉਹਨਾਂ ਦੀ ਬੇਟੀ ਆ। ਬਹੁਤ ਹੀ ਗਿਣਤੀ ਦੇ ਥੋੜੇ ਬੰਦੇ ਮੇਰੇ ਨਾਲ ਸੀ। ਇਹ ਕੰਮ ਮੇਰੇ ਤੋਂ ਗੁਰੂ ਨੇ ਕਰਾਇਆ, ਕਿਉਂਕਿ ਮੈਂ PhD ਪੂਰਨ ਸਿੰਘ ਦੇ ਉੱਤੇ ਕੀਤੀ ਆ। ਮੈਂ ਉਹਦੀ ਕੋਈ ਸਧਾਰਨ ਸਟੱਡੀ ਨਹੀਂ ਸੀ ਕੀਤੀ। ਹਰਿੰਦਰ ਵੀ ਮੇਰੇ ਤੋਂ ਪੁੱਛਦਾ ਹੁੰਦਾ ਬਹੁਤ ਵਾਰੀ ਪੂਰਨ ਸਿੰਘ ਬਾਰੇ ਕਿ ਕਿਹੜੀ ਚੀਜ਼ ਕਿੱਥੋਂ ਮਿਲੂਗੀ,
ਕਿਹੜੀ ਕਿਤਾਬ ਦੇ ਵਿੱਚ ਆ। ਮੈਂ ਇੰਨਾ ਇਹਨੂੰ ਸਟੱਡੀ ਕੀਤਾ। ਮੇਰੇ ਕੰਮ ਕਰਦੇ ਡਾਕਟਰ ਭਜਨ ਸਿੰਘ ਮੇਰਾ ਥੀਸਿਸ ਪੜ੍ਹ ਕੇ ਉਹ ਇੰਨਾ ਟ੍ਰਾਂਸਫਰ ਹੋ ਗਿਆ ਸੀ। ਉਹਨੇ ਜਦੋਂ ਪੂਰਨ ਸਿੰਘ ਨੂੰ ਉਹਦੇ ਵਿੱਚ ਇੰਨਾ ਥੋਰੋਲੀ ਪੜ੍ਹਿਆ, ਕਿਉਂਕਿ ਉਹ ਮੇਰੇ ਐਗਜ਼ਾਮੀਨਰ ਸੀ। ਪੜ੍ਹ ਕੇ ਦੇਖ ਲਓ ਸਾਰਾ ਕੁਝ। ਉਦੋਂ ਬਾਅਦ ਪਹਿਲੀ ਵਾਰ ਉਹਨਾਂ ਨੇ ਸਿੱਖੀ ਦੇ ਉੱਤੇ ਕਵਿਤਾਵਾਂ ਲਿਖੀ। ਉਹ ਮੈਨੂੰ ਉਦੋਂ ਬਾਅਦ ਇੱਕ ਵਾਰੀ ਯੂਨੀਵਰਸਿਟੀ 'ਚ ਵੀ ਮਿਲੇ। ਪਹਿਲਾਂ ਤਾਂ ਸਿਆਣਦੇ ਜੇ ਰਹੇ, ਮੈਂ ਦੱਸਿਆ ਜਦੋਂ ਮੇਰਾ ਵੀ ਥੀਸਿਸ ਤੁਹਾਡੇ ਕੋਲ ਗਿਆ ਸੀ। ਫਿਰ ਉਹ ਮੈਨੂੰ ਕਹਿੰਦੇ ਤੁਸੀਂ ਬੜਾ ਕੁਝ ਸਿਖਾ ਦਿੱਤਾ ਮੈਨੂੰ। ਉਹ ਐਂ ਜੇ ਬੋਲਦੇ ਸੀਗੇ। ਮੇਰੇ ਨਾਲ ਜਿਹੜੇ ਮੇਰੇ ਗਾਈਡ ਸੀ, ਜਿਨ੍ਹਾਂ ਦੀ ਮੈਂ ਟੀਚਰ ਲਾਈਫ ਦੇ ਵਿੱਚ, ਇੱਕ 10ਵੀਂ 'ਚ ਮੇਰੇ ਟੀਚਰ ਸੀ ਸੁਰਿੰਦਰ ਪ੍ਰਕਾਸ਼ ਜੀ। ਆਪਦੀ ਲਾਈਫ ਦੇ ਵਿੱਚ ਉਹ ਇੰਗਲਿਸ਼ ਦੇ ਟੀਚਰ ਸੀ। ਇਹਨਾਂ ਦੀ ਸਭ ਤੋਂ ਵੱਧ ਇੱਜ਼ਤ ਕਰਦੇ। ਡਾਕਟਰ ਕੇਸਰ ਸਿੰਘ ਜੀ ਵੀ, ਜਦੋਂ ਮੈਂ ਪੂਰਨ ਸਿੰਘ ਤੇ PhD ਕੀਤੀ, ਉਹਨਾਂ ਕੋਲੇ ਜਦੋਂ ਮੈਂ ਆਪਦਾ ਕੰਮ ਲੈ ਕੇ ਜਾਂਦਾ ਸੀ, 2 ਮਹੀਨਿਆਂ ਬਾਅਦ 50-60 100 ਕਈ ਵਾਰੀ 120 ਵੀ ਸਫ਼ੇ ਵੀ ਲੈ ਕੇ ਜਾਣੇ। ਮੇਰੀ ਇੰਨੀ ਤਿਆਰੀ ਸੀ ਪੂਰਨ ਸਿੰਘ ਤੇ ਵਾਲਟ ਬਿਟਮੈਨ ਤੇ ਵਰਲਡ ਲਿਟਰੇਚਰ ਦੇ ਉੱਤੇ। ਉਹਨਾਂ ਨੇ ਮੈਨੂੰ ਜਦੋਂ ਦੇਖਣਾ ਪੜ੍ਹਨਾ, ਉਹ ਮੈਨੂੰ ਆਪ ਹੀ ਇੱਕ ਦਿਨ ਕਹਿੰਦੇ, ਗੁਰਤਰਨ ਸੱਚਮੁੱਚ ਹੀ ਪੁਰਾਣੇ ਸਿੱਖ ਬਹੁਤ ਵੱਡੇ ਸੀਗੇ। ਉਹ ਪੂਰਨ ਸਿੰਘ ਪੜ੍ਹ ਕੇ ਉਹਨਾਂ ਨੂੰ ਲੱਗਿਆ ਵੀ ਸਾਡੇ ਤੇ ਘਰ 'ਚ ਏਡੀ ਵੱਡੀ ਚੀਜ਼ ਹੈ। ਉਦੋਂ ਰਸ਼ੀਅਨ ਮੁੰਡੇ ਵੀ ਕੁਛ ਯੂਨੀਵਰਸਿਟੀ ਨਾਲ ਅਟੈਚਡ ਸੀ, ਇੱਕ ਕੁੜੀਆਂ ਵੀ ਸੀ, ਉਹਨਾਂ 'ਚ 1-2 ਬਸ ਜਾਂ 1 ਜਾਂ 2 ਇੱਕ ਤੇ ਮੈਂ ਦੇਖੀ ਸੀ ਡਾਕਟਰ ਸਾਹਿਬ ਕੋਲੇ ਜਦੋਂ ਮੈਂ ਜਾਂਦਾ ਹੁੰਦਾ। ਉਹ ਮੈਨੂੰ ਕਹਿੰਦੇ ਇਹ ਸਾਡੇ ਮਾਡਲ ਨੇ ਕਮਿਊਨਿਜ਼ਮ ਦੇ, ਮਾਰਕਸਿਜ਼ਮ ਦੇ। ਇਹ ਸ਼ਰਾਬਾਂ ਪੀਂਦੇ ਨੇ, ਅਯਾਸ਼ੀਆਂ ਕਰਦੇ ਨੇ, ਸਾਨੂੰ ਇਹ ਕੀ ਦੱਸਣਗੇ। ਉਹ ਮੈਨੂੰ ਕਹਿੰਦੇ ਪੁਰਾਣੇ ਸਿੱਖ ਬਹੁਤ ਮਹਾਨ ਸੀ। ਮੈਂ ਕਿਹਾ ਜੀ ਅੱਜ ਵੀ ਮਹਾਨ ਨੇ। ਮੈਂ ਕਿਹਾ ਚਮਕੌਰ ਦੀ ਗੜੀ ਦੇ ਵਿੱਚ 40 ਸਿੱਖ ਹੀ ਸੀਗੇ। ਸਾਰੇ ਇੰਡੀਆ ਨੂੰ ਪਤਾ ਸੀ ਕਿ ਗੁਰੂ ਜੀ ਅੱਜ ਘਿਰ ਗਏ, ਪਰ ਉਹ 40 ਦੀ ਦੁਨੀਆ ਦੇ ਬੰਦਿਆਂ ਨਾਲ ਕੋਈ ਗਿਣਤੀ ਥੋੜਾ। ਸਪਿਰਿਟ ਤੇ ਆਦਮੀ ਨੂੰ ਤਾਂ ਸਪਿਰਿਟ ਨਾਲ ਹੀ ਮਾਪਾਂਗੇ। ਦੁਨੀਆ ਦੇ ਬੰਦਿਆਂ ਨੂੰ ਤਾਂ ਜਪਜੀ ਜੀ ਸੰਤ ਚੋਰ ਹਰਾਮਖੋਰ ਸੰਤ ਪਾਪੀ ਪਾਪ ਕਰ ਜਾਏ। ਹੁਣ ਵੀ ਇਸ ਮੋਰਚੇ ਦੇ ਵਿੱਚ ਅਸੀਂ ਉਹਨਾਂ ਸੰਖਾਂ ਦੇ ਵਿੱਚ ਆਉਂਦੇ ਹਾਂ। ਮੇਰੇ ਤੋਂ ਸ਼ੁਰੂ ਕਰਕੇ ਉਹਨਾਂ ਸੰਖ ਚੋਰਾਂ ਹਰਾਮਖੋਰਾਂ ਤੋਂ ਬਚਣਾ ਹੈ। ਉਹ ਲੀਡਰਾਂ 'ਚ ਵੀ ਹੋ ਸਕਦੇ ਨੇ, ਉਹ ਪਿਛਲੇ ਬੰਦਿਆਂ 'ਚ ਵੀ ਹੋ ਸਕਦੇ ਨੇ, ਉਹ ਕਿਤੇ ਵੀ ਹੋ ਸਕਦੇ ਨੇ। ਲੀਡਰ ਉਹ ਚੁਣਨਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗੁਰਮੁਖ ਖੋਟੇ ਖਰੇ ਪਛਾਣ, ਗੁਰਮੁਖ ਲਾਗੇ ਸਹਿਜ ਧਿਆਨ। ਸਹਿਜ ਕੀ? ਤੁਹਾਡੀ ਦ੍ਰਿਸ਼ਟੀ ਵੀ ਇੰਨੀ ਪਵਿੱਤਰ ਹੋਵੇ। ਇਹ ਨਹੀਂ CID ਕਰਨੀ ਹੈ, ਇਹ ਨਹੀਂ ਕੋਈ ਛਲੇਡਾ ਬਣ ਕੇ ਆਉਣਾ ਰੂਪ ਬਦਲ ਕੇ। ਇੱਕਦਮ ਹੀ ਦੱਸੇ ਤੁਹਾਨੂੰ ਕਿ ਬੰਦੇ ਦੀ ਆਤਮਾ ਸ਼ੁੱਧ ਨਹੀਂ, ਕੋਈ ਧੋਖਾ ਕਰੂਗਾ। ਤੁਸੀਂ ਉਸ ਦ੍ਰਿਸ਼ਟੀ ਦੇ ਵਿੱਚੋਂ ਸਾਰਿਆਂ ਨੇ ਆਪੋ ਆਪਣੇ ਦੀਨ ਨੇ, ਹਰ ਦੀਨ ਹੈ ਜਿਹੜਾ ਸਾਬਤ ਆ, ਉਹ ਦੁਨੀਆ ਨੂੰ ਆਪਣੇ ਇੱਕ ਵਿਸ਼ੇਸ਼ ਮਨੁੱਖਾਂ ਦੇ ਤੌਰ ਤੇ ਪ੍ਰਗਟ ਕਰ ਲਈ ਆਇਆ। ਉਹਨੇ ਪ੍ਰਗਟ ਕੀਤੇ ਹੋਏ ਨੇ ਇੰਡੀਆ ਦੇ ਵਿੱਚ। ਉਹ ਸਾਰੇ ਦੀਨ ਦੇ ਬੰਦੇ ਹੀ ਆਪਣੀ ਆਪਣੀ ਥਾਂ ਤੇ ਜਾਗਰਤ ਨੇ। ਉਹਨਾਂ ਨੂੰ ਆਪੋ ਆਪਣੇ ਦੀਨ ਦਾ ਆਸਰਾ। ਅਸੀਂ ਸਾਰੇ ਇਕੱਠੇ ਹੋ ਕੇ ਇਹ ਮੋਰਚਾ ਜਿਹੜਾ, ਇਹਨੂੰ ਜਿੱਤਣਾ ਵੀ ਹੈ, ਪਰ ਇਹਨੂੰ ਉਸ ਤਰੱਕੀ ਤੇ ਲਿਜਾਣਾ ਹੈ। ਇਹ ਚੇਤਨਾ ਮੁੜ ਨਹੀਂ ਆਉਂਦੀ ਹੁੰਦੀ। ਜਿਵੇਂ ਕਾਂਸ਼ੀ ਰਾਮ ਨੇ ਬਹੁਤ ਮਿਹਨਤ ਕਰਕੇ ਪਿੰਡਾਂ ਚੋਂ ਸਾਈਕਲਾਂ ਤੇ, ਮੈਨੂੰ ਪਤਾ ਉਹ ਨੇੜੇ ਦਾ ਹੀ ਸੀ ਸਾਡੇ, ਉਹ ਤਾਕਤ ਪੈਦਾ ਕਰ ਲਈ ਜਿਹੜੀ ਸੈਂਟਰ ਤੱਕ ਚਲੀ ਗਈ। ਪਰ ਪਿੱਛੇ ਉਹਨੂੰ ਸੰਭਾਲਣ ਵਾਲੀ ਤਾਕਤਵਰ ਕੰਸ਼ੀਅਸਨੈਸ ਨਹੀਂ ਸੀ। ਮਾਇਆਵਤੀ ਉਹਨੂੰ ਨਿਕਲ ਗਈ। ਜਿਹੜੀ ਇਹ ਲਹਿਰ ਸੀ ਉਹ ਤਬਾਹ ਹੋ ਗਈ। ਮੈਂ ਉਦੋਂ ਹੀ ਲਿਖਿਆ ਸੀ, ਮੈਂ ਕਿਹਾ ਇਹਨੂੰ ਸੁਧਾਰ ਕਰਨਾ ਪਊਗਾ। ਉਦੋਂ ਮੈਂ ਸੋਨੀਆ ਗਾਂਧੀ ਤੇ ਇੱਕ ਆਰਟੀਕਲ ਲਿਖਿਆ ਸੀ, ਸਪੋਕਸਮੈਨ 'ਚ ਛਪਿਆ ਸੀ, ਬਈ ਨਹੀਂ ਇਹ ਜਿਹੜੀ ਕਾਂਸ਼ੀ ਰਾਮ ਦੀ ਐਡੀ ਕਮਾਈ ਹੈ ਇਹ ਰੁੱਝੂਗੀ। ਹੁਣ ਵੀ ਮੈਂ ਸਾਰੇ ਦਲਿਤ ਭਰਾਵਾਂ ਨੂੰ, ਬਾਕੀ ਵਰਗਾਂ ਨੂੰ, ਸਾਰੇ ਹਿੰਦੂ ਭਰਾਵਾਂ ਨੂੰ, ਸਿੱਖਾਂ ਨੂੰ ਇਹ ਬੇਨਤੀ ਕਰਦਾ ਕਿ ਜ਼ਰੂਰੀ ਨਹੀਂ ਕਿ ਲੀਡਰ ਸਿੱਖਾਂ 'ਚੋਂ ਚੁਣਨਾ ਹੈ।
ਇਹ ਵੀ ਨਹੀਂ ਜਿਵੇਂ ਲੈਂਪ 'ਚ ਬੱਤੀ ਚੜਾਈ ਦੀ ਆ ਕਿ ਹਿੰਦੂਆਂ ਚੋਂ ਹੀ ਚੁਣਨਾ ਜਾਂ ਇਸ ਕੌਮ ਚੋਂ ਚੁਣਨਾ। ਇਹ ਤੁਹਾਡੀ ਜਿਹੜੀ ਜਾਗਰਤੀ ਰੱਬ ਵੱਲੋਂ ਆਈ ਹੈ, ਰੱਬ ਰੂਪ, ਰੱਬ ਰੂਪ ਫੈਸਲੇ ਇਹਦੇ ਤੇ ਲਾਗੂ ਕਰੋ, ਫੇਰ ਇੰਡੀਆ ਬਚੂਗਾ। ਕਿੰਨਾ ਕੁਛ ਇਹਦਾ ਬਚਾਉਣ ਵਾਲਾ ਸੋਚ ਕੇ ਦੇਖੋ। ਇਕਨੋਮੀ ਦਾ ਕੀ ਹਾਲ ਹੈ, ਕੋਰਟਾਂ ਦਾ ਕੀ ਹਾਲ ਹੈ, ਅਫੀਸਰਸ਼ਿਪ ਦਾ ਕੀ ਹਾਲ ਹੈ, ਮਿਲਟਰੀ ਦੇ ਵਿੱਚ ਤਰੇੜਾਂ ਪੈ ਗਈਆਂ। ਕੰਟਰੀ ਜ਼ਮੀਨ ਸਾਡੀ ਚਾਈਨਾ ਨੇ ਦਬਲੀ ਹੋਈ ਹੈ। ਉਹਦੇ ਵਿੱਚ ਜਦੋਂ ਵੀ ਬੋਲਦਾ ਸਾਡਾ ਫੋਰਨ ਮਿਨਿਸਟਰ, ਸਾਡੀ ਇਹਨਾਂ ਨਾਲ ਲਿਹਾਜ਼ ਹੈ, ਇਹਨਾਂ ਨਾਲ ਲਿਹਾਜ਼ ਨਾ ਵਿਗੜ ਜਵੇ। ਬਈ ਲਿਹਾਜ਼ ਤੁਹਾਡਾ ਇਲਾਕਾ ਦੱਬਣ ਵਾਲੇ ਨਾਲ ਕਾਹਦੀ ਹੈ? ਲਿਹਾਜ਼ ਤਾਂ ਆਪਦੇ ਆਪ ਨੂੰ ਸਾਬਤ ਰੱਖ ਕੇ ਹੀ ਆ। ਜਦੋਂ ਲੈਂਡ ਹੀ ਉਹਨਾਂ ਨੂੰ ਦੇਈ ਜਾ ਰਹੇ ਆ, ਆਪਦੇ ਲੋਕਾਂ ਨਾਲ ਧੋਖਾ ਕਰ ਰਹੇ ਆ, ਨਾਲੇ ਆਪਣੇ ਆਪ ਨੂੰ ਲਿਹਾਜ਼ ਕਹਿ ਕੇ ਬਚਾਉਣੇ ਆ। ਜਿਹੜਾ ਦੁਸ਼ਮਣ ਤੁਹਾਡੇ ਘਰ 'ਚ ਆ ਵੜਿਆ, ਤੁਹਾਡੇ ਤੇ ਕਬਜ਼ਾ ਕਰ ਲਿਆ, ਤੁਸੀਂ ਉਹਨੂੰ ਮੰਨੋ। ਉਹ ਸੱਚਾਈ ਵੀ ਨਹੀਂ ਮੰਨਦੇ ਤੁਸੀਂ, ਫਿਰ ਅਸੀਂ ਉਜੜਨਾ ਹੀ ਹੈ, ਫਿਰ ਅਸੀਂ ਵੀਰਾਨ ਹੀ ਹੋਣਾ। ਉਹਦਾ ਕੀ ਇਲਾਜ ਹੈ? ਹੁਣ ਮੈਂ ਇਹ ਵੀ ਚਾਹੁੰਦਾ, ਸਰਦਾਰ ਗੁਰਦੀਪ ਸਿੰਘ ਜੀ ਨੇ ਇਹ ਜਿਹੜਾ ਟਾਈਮ ਲਿਆ, ਹੁਣ ਮੈਂ ਮੋਰਚੇ ਵੱਲ ਆਉਣਾ, ਉਹਨਾਂ ਬਾਰੇ ਨੇ ਕੋਈ ਇਹਦੇ ਬਾਰੇ ਆਪਣੇ ਵੱਲੋਂ ਕੋਈ ਰਾਏ ਦੇਣੀ ਆ, ਉਹ ਦੇ ਸਕਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਦੱਸਣ, ਕੋਈ ਗੱਲ ਦੱਸਣ ਵਾਲੀ ਰਹਿੰਦੀ ਹੋਵੇ, ਕਿਉਂਕਿ ਮੈਂ ਹੁਣੇ ਮੋਰਚੇ ਵੱਲ ਆਉਣਾ ਹੈ। ਜਿਵੇਂ ਸ਼ੁਰੂ ਹੋਇਆ, ਜਿੰਨਾ ਕੁ ਮੇਰਾ ਗਿਆਨ ਹੈ, ਜਿੰਨੀ ਕੁ ਮੇਰੀ ਇਹਦੇ 'ਚ ਸ਼ਮੂਲੀਅਤ ਹੈ, ਉਹਦੀ ਗੱਲ ਮੈਂ ਸਾਰੀ ਤੁਹਾਡੇ ਸਾਰੇ ਵਰਗਾਂ ਨਾਲ ਸਾਂਝੀ ਕਰਨੀ ਹੈ। ਸੋ ਸਰਦਾਰ ਗੁਰਦੀਪ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਦੱਸੋ। ਹਾਂਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਸਾਰੀਆਂ ਗੱਲਾਂ ਤੁਸੀਂ ਇਸ ਦੇ ਬਾਰੇ ਛੂਹੀਆਂ ਨੇ। ਮੈਂ ਜਿੰਨਾ ਕੁ ਪੜ੍ਹਿਆ ਜਾਂ ਜਿੰਨਾ ਕੁ ਮੈਂ ਪੜ੍ਹਾ ਰਿਹਾ ਅੱਜ ਕੱਲ੍ਹ, ਜਿੰਨਾ ਕੁ ਪੜ੍ਹਾਈ ਤੋਂ ਸਾਰੀ ਉਮਰ ਹੀ ਬੰਦੇ ਦੀ ਜਿਹੜੀ ਜਾਣਕਾਰੀ, ਜਿਹੜੀ ਕਹਿੰਦੇ ਆ ਕਿ ਲਰਨਿੰਗ ਜਿਹੜੀ ਹੈ ਵੂਮ ਟੂ ਟੂਮ ਪ੍ਰੋਸੈਸ, ਇਹ ਕੁੱਖ ਤੋਂ ਲੈ ਕੇ ਤੇ ਤੁਹਾਡੀ ਕਬਰ ਤੱਕ ਦੇ ਜਾਰੀ ਰਹਿੰਦੀ ਹੈ। ਇਹਦੇ ਵਿੱਚ ਜਿਹੜੀ ਇੱਕ ਚੀਜ਼ ਮੈਂ ਜਿਹੜੀ ਮਹਿਸੂਸ ਕੀਤੀ ਹੈ, ਜਾਂ ਜਿਹੜੇ ਇਸ ਕਿਸਾਨ ਮੋਰਚੇ ਤੋਂ ਮੈਨੂੰ ਜੋ ਮੈਨੂੰ ਮੇਰੇ ਹਾਰਟ ਨੂੰ ਟੱਚ ਕੀਤਾ, ਜਾਂ ਮੇਰੇ ਦਿਲ ਨੂੰ ਜਿਹੜੀ ਗੱਲ ਛੂਹੀ ਆ, ਉਹ ਇਹ ਹੈ ਕਿ ਕੀ ਹੁੰਦਾ ਹੈ, ਕਈ ਵਾਰ ਬਹੁਤ ਸਹੀ ਦਾ ਪੱਖ ਹੁੰਦਾ, ਬਹੁਤ ਸਹੀ ਉਸਦਾ ਏਮ ਹੁੰਦਾ, ਗੋਲ ਹੁੰਦਾ ਵਾ ਕਿਸੇ ਵੀ ਮੋਰਚੇ ਦਾ। ਪਰ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਮੀਡੀਆ, ਪ੍ਰਿੰਟ ਮੀਡੀਆ ਲਗਾ ਲਓ ਚਾਹੇ, ਉਹ ਕੀ ਹੁੰਦਾ ਹੈ ਕਿ ਜਦੋਂ ਕੋਈ ਲੀਡਰ ਜਾਂ ਕੋਈ ਇੰਟੈਲੈਕਚੁਅਲ ਨੂੰ ਕਿਸਾਨਾਂ ਦਾ ਪੱਖ ਰੱਖਣ ਦੇ ਲਈ ਬੁਲਾਇਆ ਜਾਂਦਾ ਹੈ, ਫੋਰ ਇੱਕ ਤਰ੍ਹਾਂ ਦੀ ਐਗਜ਼ਾਮਪਲ ਹੈ ਇਹ, ਸਪੈਸ਼ਲੀ ਟੀਵੀ ਚੈਨਲਾਂ ਦੇ ਉੱਪਰ, ਉਹ ਸੱਚੇ ਹੁੰਦੇ ਹੋਏ ਵੀ ਆਪਦਾ ਪੱਖ ਨਹੀਂ ਰੱਖ ਪਾਉਂਦੇਗੇ ਉੱਥੇ ਵਧੀਆ ਤਰੀਕੇ ਦੇ ਨਾਲ, ਕਿਉਂਕਿ ਉਹ ਜਿਹੜੇ ਐਂਕਰਸ ਹੁੰਦੇ ਨੇ ਉਹਨਾਂ ਨਿਊਜ਼ ਚੈਨਲਸ ਤੇ, ਜਾਂ ਪਾਰਟੀਆਂ ਨੇ, ਇਹਨਾਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਜਿਹੜੇ ਨੁਮਾਇੰਦੇ ਭੇਜੇ ਹੁੰਦੇ ਨੇ, ਉਹ ਇਹਨਾਂ ਇਸ ਚੀਜ਼ ਦੇ ਵਿੱਚ, ਇਸ ਬਹਿਸਬਾਜ਼ੀ ਦੇ ਵਿੱਚ, ਇਸ ਡਿਬੇਟ ਦੇ ਵਿੱਚ ਉਹ ਬੜੇ ਮਾਹਰ ਹੁੰਦੇ ਨੇ, ਜਾਂ ਤੁਸੀਂ ਕਹਿ ਲਓ ਕਿ ਉਹ ਉਹਨਾਂ ਦਾ ਇਹਦੇ ਉੱਪਰ ਜ਼ਿਆਦਾ ਤਜਰਬਾ ਹੁੰਦਾ। ਤਾਂ ਹੁੰਦਾ ਕੀ ਹੈ ਕਿ ਕਿਸਾਨਾਂ ਕੋਲੇ ਇੰਟੈਲੈਕਚੁਅਲ ਵਿੰਗਸ ਜਿਹੜੇ ਨਹੀਂ ਨੇ, ਆਪਣੇ ਇੱਕ ਇੰਟੈਲੈਕਚੁਅਲ ਵਿੰਗ ਖੁਦ ਦਾ ਹੋਵੇ, ਜਿਹਦੇ ਵਿੱਚ ਉਹ ਮਹਾਰਤ ਵਾਲੇ ਬੰਦੇ ਹੋਣ, ਜਿਹੜੇ ਆਪਣੀ ਗੱਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਲੋਕਾਂ ਤੱਕ ਪਹੁੰਚਾ ਸਕਣ। ਜਦੋਂ ਟੀਵੀ ਦੇ ਉੱਪਰ ਡਿਬੇਟ ਹੁੰਦੀ ਹੈ ਜਾਂ ਕੋਈ ਪੱਤਰਕਾਰ ਉਹਨਾਂ ਦੀ ਇੰਟਰਵਿਊ ਕਰਦਾ, ਤੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸ ਸਕਣਗੇ ਕਿੱਦਾਂ। ਉਹ ਜਿਹੜੇ ਮੈਂ ਲਰਨਿੰਗ ਦੀ ਗੱਲ ਕਰ ਰਿਹਾ ਸੀਗਾ ਕਿ ਫੀਲ ਕਰਾ ਸਕਣ ਲੋਕਾਂ ਨੂੰ, ਉਹ ਫੀਲ ਨਹੀਂ ਹੁੰਦੀ ਇਹਦੇ ਵਿੱਚ। ਹੋਰ ਮੈਂ ਛੋਟੀ ਜਿਹੀ ਇੱਕ ਐਡ ਕਰ ਦੇਵਾਂ ਗੱਲ, ਫਿਰ ਮੈਂ ਤੁਹਾਡੇ ਕੋਲ ਆਊਂਗਾ ਇਸ ਦੇ ਵਿੱਚ, ਕਿ ਜਿਹੜਾ ਇੰਟੈਲੈਕਚੁਅਲ ਵਿੰਗ ਹੋਣਾ ਕਿਸੇ ਵੀ ਮੋਰਚੇ ਦਾ, ਕਿਸੇ ਵੀ ਸੈਕਟਰ ਦਾ, ਇਹ ਅੱਜ ਮੋਰਚਾ ਖਤਮ ਹੋ ਜਾਂਦਾ, ਮੰਨ ਲਓ ਮੰਗਾ ਮੰਨ ਲਿਆ ਜਾਂਦੀ, ਕੱਲ ਨੂੰ ਹੋਰ ਵੀ ਇਹਨਾਂ ਦੇ ਸਾਹਮਣੇ ਜਿਹੜੇ ਨੇ ਉਹ ਕਹਿ ਲਓ ਕਿ ਚੈਲੰਜਸ ਆਣੇ ਨੇ, ਉਦੋਂ ਵਾਸਤੇ ਵੀ ਰੈਡੀ ਹੋਣਾ ਇਹਨਾਂ ਨੂੰ ਪੈਣਾ। ਤੋ ਉਹ ਹੁੰਦਾ ਕੀ ਹੈ ਕਿ ਇੰਟੈਲੈਕਚੁਅਲ ਵਿੰਗ ਜਿਹੜਾ ਹੈ, ਇਹ ਮੈਂ ਸਮਝਾਉਣਾ ਹੁੰਦਾ ਕਿ ਰੀਫੋਰੈਸਟੇਸ਼ਨ ਤੇ ਡੀਫੋਰੈਸਟੇਸ਼ਨ ਦੇ ਤਰ੍ਹਾਂ ਕੰਮ ਕਰਦਾ ਹੈ। ਕਿ ਜੇਕਰ ਤੁਸੀਂ ਅੱਜ ਬੂਟਾ ਆਪਾਂ ਡੀਫੋਰੈਸਟ ਕਰ ਦਈਏ, ਉਹਦਾ ਘਾਟਾ ਆਪਾਂ ਨੂੰ ਅੱਜ ਤੋਂ ਹੀ ਪੈਣਾ ਸ਼ੁਰੂ ਹੋ ਜਾਣਾ, ਉਸ ਆਕਸੀਜਨ ਮਿਲਣੀ ਜਿਹੜੀ ਉਹ ਅੱਜ ਤੋਂ ਹੀ ਖਤਮ ਹੋ ਜਾਣੀ। ਲੇਕਿਨ ਜਦੋਂ ਆਪਾਂ ਰੀਫੋਰੈਸਟ ਕਰਦੇ ਹਾਂ, ਜਦੋਂ ਆਪਾਂ ਇੰਟੈਲੈਕਚੁਅਲ ਦਾ ਬੂਟਾ ਲਗਾਉਂਦੇ ਹਾਂ, ਤਾਂ ਉਹਦਾ ਜਿਹੜਾ ਫਾਇਦਾ ਹੋਣਾ ਉਹ ਆਪਾਂ ਨੂੰ 15 ਸਾਲ ਤੱਕ ਹੋਣਾ ਜਾ ਕੇ। ਤੋਂ ਕਿਸਾਨਾਂ ਨੂੰ ਕੀ ਚਾਹੀਦਾ ਕਿ ਉਹ ਇੰਟੈਲੈਕਚੁਅਲ ਵਿੰਗ ਨੂੰ ਆਪਣੇ ਨੂੰ ਸਟਰੋਂਗ ਕਰਨ,
ਵਧੀਆ ਵਧੀਆ ਪੜ੍ਹੇ ਲਿਖੇ ਵਧੀਆ ਵਧੀਆ ਜਿਹੜੇ ਆਪਣੇ ਵਿਸ਼ੇ ਦੇ ਮਾਹਰ ਬੰਦੇ ਉਹ ਆਪਣੇ ਵਿੰਗ ਦੇ ਵਿੱਚ ਲੈਣ, ਆਪਣੀ ਗੱਲ ਉਹਨੇ ਵਧੀਆ ਤਰੀਕੇ ਦੇ ਨਾਲ ਰੱਖਣ ਔਰ ਲੋਕਾਂ ਨੂੰ ਉਸ ਗੱਲ ਨੂੰ ਫੀਲ ਕਰਵਾ ਸਕਣ, ਤਾਂ ਕਿ ਜਿਹੜਾ ਇਹ ਮੋਰਚਾ ਹੈ ਇਹ ਸਿਰਫ ਦਿੱਲੀ ਦੇ ਬਾਰਡਰਾਂ ਤੱਕ ਹੀ ਨਾ ਸੀਮਿਤ ਰਹਿ ਜਾਏ, ਇਹ ਭਾਰਤ ਦੇ ਜਾਂ ਦੁਨੀਆ ਦੇ ਕੋਨੇ-ਕੋਨੇ ਤੱਕ ਜਾਵੇ। ਉਹਦੇ ਵਿੱਚ ਡਾਕਟਰ ਸਾਹਿਬ ਮੈਂ ਪੁੱਛਣਾ ਚਾਹ ਰਿਹਾ ਕਿ ਜਿਹੜੇ ਕਿਸਾਨ ਮੋਰਚਾ ਹੈ ਜਾਂ ਇਸ ਤਰ੍ਹਾਂ ਦੇ ਹੋਰ ਮੋਰਚੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ, ਉਹਨਾਂ ਨੂੰ ਇੰਟੈਲੈਕਚੁਅਲ ਵਿੰਗਸ ਦੀ ਜ਼ਰੂਰਤ ਪਏਗੀ। ਉਹ ਉਸ ਚੀਜ਼ ਦੀ ਹੈਲਪ ਜਿਹੜੀ ਹੈ ਇਹ ਆਪਣੇ ਜਿਹੜਾ ਇੱਕ ਮੀਡੀਅਮ, ਆਪਾਂ ਸਿਰਫ ਇੱਕ ਦੀ ਗੱਲ ਕਰਦੇ, ਹੋਰ ਵੀ ਮੀਡੀਅਮ ਦੇ ਵਿੱਚ ਹੋਣਗੇ, ਜਿਵੇਂ ਕਿ academia.edu ਹੈ, ਉਹ ਕਿੱਦਾਂ ਸਹਾਇਕ ਹੋ ਸਕਦਾ ਜੀ? ਅਕੈਡਮੀਆ ਜਿਹੜਾ, ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸਾਰੀ ਦੁਨੀਆ ਦੇ ਰਿਲੀਜਨ ਤੇ ਜੋ ਹਿਊਮਨਿਜ਼ਮ ਹੈ ਇਹਦੇ 9,72,000 ਤੋਂ ਉੱਤੇ ਇਸ ਵੇਲੇ ਪ੍ਰੋਫੈਸਰ ਨੇ। ਜਦੋਂ ਸਾਰੀ ਵਰਲਡ ਤੁਹਾਡੇ ਜੀਨੀਅਸ ਬੰਦਿਆਂ ਨੂੰ ਪ੍ਰਾਇੋਰਟੀ ਦੇ ਉੱਤੇ ਪੜ੍ਹਦੀ ਹੈ, ਇਹਦਾ ਮਤਲਬ ਹੈ ਸਾਰੀ ਵਰਲਡ ਦੇ ਵਿੱਚ ਤੁਹਾਡੇ ਜੀਨੀਅਸ ਚਲੇ ਗਏ, ਜੀਨੀਅਸ ਦੇ ਰਾਹੀਂ ਦੀਨ ਚਲਿਆ ਗਿਆ। ਜਿਵੇਂ ਮਿਸਾਲ ਲਈ ਮੈਂ ਤੁਹਾਨੂੰ ਦੱਸਦਾ, 4,500 ਸਾਲ ਦੀ ਹਿਸਟਰੀ ਦੇ ਵਿੱਚ ਜਿਹੜੀ ਪੋਇਟਿਕਸ ਹੈ, ਜੋ ਕਿਸੇ ਚੀਜ਼ ਦੀ ਪਰਖ ਕਰਦੀ ਹੈ, ਸਾਈਕੋਲੋਜੀ ਦੀ, ਮਹਾਕਾਵ ਦੀ, ਪੋਇਟਰੀ ਦੀ, ਨਾਵਲ ਦੀ, ਡਰਾਮੇ ਦੀ, ਜਾਂ ਜਿਹੜੀਆਂ ਹੋਰ ਵੱਖ-ਵੱਖ ਚੀਜ਼ਾਂ ਨੇ, ਉਹ ਅੱਜ ਤੱਕ ਬਹੁਤੀ ਜੋ ਪ੍ਰਚਲਿਤ ਪੋਇਟਿਕਸ ਰਹੀ ਆ ਉਹ ਅਰਸਤੂ ਦੀ ਹੋਈ ਆ, ਉਹੀ ਚੱਲੀ ਜਾ ਰਹੀ ਹੈ। ਪਰ ਅਸੀਂ ਕਦੇ ਇੰਟੈਲੈਕਚੁਅਲਸ ਨੇ ਅੱਜ ਤੱਕ ਇਹ ਵੀ ਨਹੀਂ ਸੋਚਿਆ ਕਿ ਅਰਸਤੂ ਕੋਲੇ ਇੰਟੈਲੈਕਚੁਅਲ ਥਾਟ ਹੈ, ਉਹਦੇ ਕੋਲੇ ਪਰਸੈਪਸ਼ਨ ਵਾਲਾ ਨਾ ਕੋਈ ਪ੍ਰੋਫਿਟ ਹੈ, ਨਾ ਉਹਦੇ ਕੋਲੇ ਆਪਦੀ ਪਰਸੈਪਸ਼ਨ ਹੈ। ਜਿਹੜੀ ਪਰਸੈਪਸ਼ਨ ਹੈ ਇਹ ਅਕਲ ਕੁਰਬਾਨ ਹੋ ਕੇ ਉਦੋਂ ਬਾਅਦ ਸ਼ੁਰੂ ਹੁੰਦੀ ਹੈ। ਆਪ ਗਵਾਈ ਹੈ ਤਾਂ ਸੋ ਪਾਈ ਹੈ, ਆਪ ਦੇ ਵਿੱਚ ਹੀ ਅਕਲ ਖੜੀ ਹੈ। ਪੂਰਨ ਸਿੰਘ ਕਹਿੰਦਾ ਇੰਟੈਲੈਕਚੁਅਲ ਐਨਾਲਿਸਿਸ ਇਜ਼ ਨੈਵਰ ਰਾਈਟ, ਪਰਸੈਪਸ਼ਨ ਆਫ ਦੀ ਸੋਲ ਇਜ਼ ਨੈਵਰ ਰੋਂਗ। ਹਰਿੰਦਰ ਸਿੰਘ ਮਹਿਬੂਬ ਨੇ ਦੁਨੀਆ ਦੇ ਧਰਮਾਂ, ਪੈਗੰਬਰਾਂ, ਫਿਲਾਸਫੀ, ਇਤਿਹਾਸ, ਸਾਈਕੋਲੋਜੀ, ਡਰਾਮਾ, ਨਾਵਲ, ਪ੍ਰੋਜ਼ ਤੇ ਆਪਣਾ ਮਹਾਕਾਵ, ਵਰਲਡ ਦੀ ਸਾਰੀ ਦੀ ਜੋ ਸੈਕਰਡ ਪੋਇਟਰੀ ਹੈ, ਸਾਰੀ ਵਰਲਡ ਦੀ ਕੋਈ ਨਹੀਂ ਛੱਡਿਆ। ਉਹਦੇ ਉੱਤੇ ਗੁਰੂ ਨਾਨਕ ਸੱਚ ਦੇ ਪ੍ਰਕਾਸ਼, ਜਿਹਨੂੰ ਉਹ ਉੱਚੀ ਸੁਰਤ ਕਹਿੰਦਾ, ਉੱਚਾ ਦਰ ਬਾਬੇ ਨਾਨਕ ਦਾ। ਇਹ ਬਿਲਡਿੰਗ ਨਹੀਂ ਹੈਗੀ, ਇਹ ਦੀਨ ਦਾ ਉੱਚਾ ਦਰ ਆ, ਕੰਸ਼ੀਅਸਨੈਸ ਦਾ, ਰੂਹਾਨੀਅਤ ਦਾ। ਸਿੱਖਾਂ ਦਾ ਜਿਹੜਾ ਝੰਡਾ ਨਾ, ਉਹ ਕੋਈ ਬਾਂਸ ਉੱਚਾ ਨਹੀਂ ਕੀਤਾ ਹੋਇਆ, ਉਹ ਪੈਗੰਬਰਾਂ ਦੀ ਬਰਕਤ ਦੀ ਨਿਸ਼ਾਨੀ ਹੈ, ਉਹ ਅਮਲ ਦੇ ਵਿੱਚ ਹੈ। ਜੇ ਅਸੀਂ ਝੰਡੇ ਉੱਚੇ ਕਰਕੇ ਲਾ ਲਈਏ, ਇਹਦੇ ਨਾਲ ਦੀਨ ਨਹੀਂ ਉੱਚਾ ਹੁੰਦਾ। ਦੀਨ ਦੇ ਅਮਲ 'ਚ ਉਹ ਚੀਜ਼ ਪੈਦਾ ਹੁੰਦੀ ਆ, ਕੋਈ ਵੀ ਆ। ਉਹਦੇ ਜਿਹੜੇ ਨਿਸ਼ਾਨ ਨੇ, ਮਾਰਕ ਨੇ, ਫਲੈਗ ਨੇ, ਜਾਂ ਉਹਨਾਂ ਦੀ ਜਿਹੜੀ ਬੁਲੰਦ ਵਰਟੀਕਲ ਉਚਾਈ ਆ, ਉਹਦੇ ਪਿੱਛੇ ਦੀਨ ਖੜਾ ਹੁੰਦਾ। 10 ਪੈਗੰਬਰ ਖੜੇ ਨੇ, ਭਗਤ ਖੜੇ ਨੇ, ਬਾਕੀ ਪੈਗੰਬਰ ਖੜੇ ਨੇ, ਵਰਲਡ ਦੀ ਟੋਟਲ ਲੋਕ ਜਾਨ ਖੜੀ ਆ। ਫਰੀਦ ਦੀ ਬਾਣੀ ਪੜ੍ਹ ਕੇ ਦੇਖ ਲਓ, ਟੋਟਲ ਲੋਕ ਜਾਨ, ਕਿਉਂਕਿ ਉਹ ਇਸਲਾਮਿਕ ਆ। ਇਸਲਾਮ ਜਿਹੜੇ ਪਹਿਲੇ ਆਪਣੇ ਅਸਾਮੀ ਧਰਮ ਨੇ, ਇਹਨਾਂ ਦੇ ਉੱਤੇ ਸੀਲ ਆਫ ਦੀ ਪ੍ਰੋਫਿਟਸ ਉਹਨਾਂ ਨੂੰ ਮੰਨਿਆ। ਸਾਰੇ ਧਰਮ, ਟ੍ਰੈਡੀਸ਼ਨਸ, ਜਿੰਨੀਆਂ ਵੀ ਪਰੰਪਰਾਵਾਂ ਨੇ, ਫੋਕ ਲੋਰ ਆ, ਉਹ ਸਾਰੀ ਇਸਲਾਮ ਦੇ ਵਿੱਚ ਆ। ਉਹ ਫਰੀਦ ਦੀ ਬਾਣੀ 'ਚ ਆ। ਫਰੀਦ ਦੀ ਬਾਣੀ ਪੰਜਾਬ 'ਚੋਂ ਪੈਦਾ ਹੋਈ ਆ। ਪੰਜਾਬ ਦੇ ਵਿੱਚ ਇਹ ਕਲਚਰ ਤੇ ਫਰੀਦ ਰਾਹੀਂ ਆ ਗਿਆ। ਇਸੇ ਕਰਕੇ ਗੁਰੂ ਨੇ ਪੰਜਾਬ ਨੂੰ ਚੁਣਿਆ ਆਪਣਾ ਕੰਮ ਕਰਾਉਣ ਲਈ। ਸਾਰੀਆਂ ਭਾਸ਼ਾਵਾਂ ਦੇ ਉੱਤੇ ਵਰਨ ਬਣਦਾ, ਪੰਜਾਬੀ ਤੇ ਨਹੀਂ ਹੈਗੀ।
ਇਹਦੇ ਵਿੱਚ ਟ੍ਰੈਡੀਸ਼ਨ ਤੇ ਗੁਰੂ ਤੋਂ ਪਹਿਲਾਂ ਹੀ ਆ ਗਈਆਂ। ਗੁਰੂ ਨੇ ਇਹਨਾਂ ਦੇ ਵਿੱਚ ਸਪਿਰਚੁਅਲ ਬੁਲੰਦੀ ਲਿਆਂਦੀ, ਇਹਨਾਂ ਦੇ ਵਿੱਚ ਇੱਕ ਮੂਵਮੈਂਟ ਲੈ ਕੇ ਆਂਦੀ ਜੋ ਰੁਕੀਆਂ ਹੋਈਆਂ ਸੀ। ਸੋ ਉਹ ਚੀਜ਼ਾਂ ਹੁਣ ਪੋਇਟਿਕਸ ਉੱਥੇ ਚਲੀ ਗਈ। ਉਹ ਹੈਰਾਨ ਹੋ ਕੇ ਪੜ੍ਹਦੇ। ਪਹਿਲਾਂ ਥੋੜਾ ਜਿਹਾ ਯਹੂਦੀ ਭਰਾ ਸੀ ਜਿਹੜੇ, ਕਿਉਂਕਿ ਚਾਈਨਾ ਦਾ ਜਿਹੜਾ ਤੌਬਾਦ ਆ, ਪਹਿਲੀ ਵਾਰੀ ਦੁਨੀਆ ਦੇ ਵਿਦਵਾਨਾਂ 'ਚ ਹਰਿੰਦਰ ਨੇ 7ਵੀਂ ਕਿਤਾਬ ਦੇ ਵਿੱਚ ਤੌਬਾਦ ਬਾਰੇ ਲਿਖਿਆ ਕਿ ਗੁਰੂ ਨਾਨਕ ਦੀ ਜੋ ਖਾਲਸ ਕੁਦਰਤ ਆ, ਤੌਬਾਦ ਉਹਦੇ ਸਭ ਤੋਂ ਵੱਧ ਨੇੜੇ ਆ। ਉਹਦੇ ਵਿੱਚ ਯਹੂਦੀਆਂ ਦੇ ਪੈਗੰਬਰਾਂ ਨੂੰ ਵੀ ਉਹ ਤੋਂ ਦੂਰ ਮੰਨੇ। ਟਾਈਮ ਦੇ ਕਨਸੈਪਟ ਦੇ ਵਿੱਚ ਵੀ ਚਾਈਨਾ ਗੁਰੂ ਨਾਨਕ ਦੇ ਸਭ ਤੋਂ ਵੱਧ ਨੇੜੇ ਆ। ਉਹ ਜਦੋਂ ਮੈਂ ਉੱਥੇ ਪਾਇਆ, ਉਹ ਯਹੂਦੀ ਬ੍ਰਦਰਸ ਥੋੜੇ ਜਿਹੇ ਖਿਜੇ, ਉਹਨਾਂ ਨੇ ਸਵਾਲ ਵੀ ਕੀਤੇ, ਮੈਂ ਚੁੱਪ ਕਰ ਗਿਆ। ਉਦੋਂ ਬਾਅਦ ਮੈਂ ਜਦੋਂ ਉਹਦੀ ਸੈਕੰਡ ਪੋਇਟਿਕਸ ਪਾਈ, ਮਹਾਕਾਵ ਤੇ ਸੈਕਰੇਡ ਪੋਇਟਰੀ ਦੀ, ਪਹਿਲਾ ਪਾਰਟ ਤਾਂ ਮੈਂ ਪਾਤਾ ਸੀ ਜਿਹੜਾ ਧਰਮਾਂ ਦੇ ਉੱਤੇ ਸੀ, ਫਿਲਾਸਫੀ ਹਿਸਟਰੀ ਵਗੈਰਾ ਦੇ ਉੱਤੇ। ਜਦੋਂ ਮੈਂ ਉਹ ਪਾਈ, ਮੈਂ ਉਹਦੇ ਮੂਹਰੇ ਲਿਖਿਆ, ਮੈਂ ਕਿਹਾ ਵੀ ਹਰਿੰਦਰ ਸਿੰਘ ਮਹਿਬੂਬ ਨੇ ਜਦੋਂ ਓਲਡ ਟੈਸਟਾਮੈਂਟ ਪੜ੍ਹੀ, ਉਹ ਕਹਿੰਦਾ 4500 ਸਾਲ ਹੋ ਗਏ ਅਸੀਂ ਖੇਤਾਂ 'ਚ ਸੈਰ ਕਰਦੇ ਤੁਰੇ ਜਾਂਦੇ ਸੀ। ਉਵੇਂ ਹੀ ਮੈਂ ਲਿਖਿਆ ਜਿਵੇਂ ਉਹਨੇ ਮੈਨੂੰ ਸੁਣਾਈ ਸੀ। ਕਣਕਾਂ ਪੱਕੀਆਂ ਦੇ ਵਿੱਚ ਦੀ ਓਲਣ ਨਾਲ ਕੱਪੜੇ ਲਿਬੜ ਜਾਂਦੇ ਸੀ ਸਾਡੇ, ਨਾਲ ਤੁਹਾਨੂੰ ਐ ਪਤਾ ਹੁੰਦਾ ਸੀ ਕੁਝ ਦੂਰ ਆ ਕੇ ਜਾਂ ਨੇੜੇ ਆ ਜਾਂ ਕਿੱਥੇ ਆ। ਉਹ ਕਹਿੰਦਾ 4500 ਸਾਲ ਹੋ ਗਏ ਜਿਹੜੇ ਯਹੂਦੀ ਪੈਗੰਬਰ ਨੇ ਉਹ ਧਰਤੀ ਤੇ ਪੈਦਾ ਕਰਕੇ ਚਲੇ ਗਏ। ਮੈਂ ਕਹਿੰਦਾ ਅੱਜ ਉੱਥੇ ਚਲਿਆ ਜਾਵਾਂ, ਜਿੰਨੀ ਮਰਜ਼ੀ ਧਰਤੀ ਬਦਲ ਗਈ, ਮੈਂ ਇਹ ਦੱਸ ਦੂੰਗਾ ਆਹ ਪੈਗੰਬਰ ਦੀਆਂ ਇੱਥੇ ਪੈੜਾ ਨਹੀਂ, ਆਹ ਪੈਗੰਬਰ ਇੱਥੋਂ ਦੀ ਹੋ ਕੇ ਗੁਜ਼ਰਿਆ। ਉਹਦੀ ਪੋਇਟਰੀ ਪੜ੍ਹੋ, ਉਹਦੀ ਲਾਈਫ ਪੜ੍ਹੋ, ਉਹਦੇ ਘਰ ਦੇ ਵਿੱਚ ਨਕਸ਼ੇ ਦੇਖੋ। ਧਰਤੀ ਧਰਮਸਾਲ ਸੀ। ਧਰਮਸਾਲ ਦਾ ਮਤਲਬ ਧਰਤੀ ਧਰਮਸਾਲ ਦੇ ਰੂਪ ਦੇ ਵਿੱਚ ਇਸ ਧਰਤੀ ਜਿਹੜੀ ਟਿਕੀ ਹੋਈ ਹੈ। ਸਿੱਖ ਦਾ ਸਰੀਰ ਵੀ ਆ, ਜੋ ਕੁਝ ਉਹਨੂੰ ਸਰੀਰ ਦਾ ਪਤਾ ਉਹਨੂੰ ਧਰਤੀ ਦਾ ਵੀ ਪਤਾ। ਇੰਨੀ ਬਰੀਕ ਧਰਤੀ ਦੀ ਉਹਦੇ ਅੰਦਰ ਪਛਾਣ। ਉਹਦੀ ਪੋਇਟਰੀ 'ਚ ਧਰਤੀ ਤੋਂ ਲੈ ਕੇ ਆਕਾਸ਼ ਤੱਕ, ਪਾਣੀਆਂ ਦੀਆਂ ਬਰੀਕੀਆਂ ਤੱਕ ਕੋਈ ਚੀਜ਼ ਨਹੀਂ ਜਿਹੜੀ ਗੁਰੂ ਨਾਨਕ ਸੱਚ ਦੇ ਵਿੱਚੋਂ ਪ੍ਰਕਾਸ਼ਮਾਨ ਨਹੀਂ ਹੁੰਦੀ, ਤੁਹਾਡੇ ਆਂਗਣ ਦੇ ਵਿੱਚ ਨਹੀਂ ਹੁੰਦੀ, ਤੁਹਾਡੀ ਰਹਿਣੀ ਬਹਿਣੀ ਦਾ ਪਾਰਟ ਨਹੀਂ ਬਣਦੀ। ਸੋ ਇਹ ਚੀਜ਼ਾਂ ਮੈਂ ਕਿੰਨਾ ਕੁ ਦੱਸਾਂ, ਪ੍ਰਾਇੋਰਟੀ ਤੇ ਚਲੀ। ਮੈਂ ਤੁਹਾਨੂੰ ਉਹਦਾ ਛੋਟਾ ਜਿਹਾ ਗੁਰਦੀਪ ਸਿੰਘ ਨੂੰ ਇੱਕ ਸਬੂਤ ਵੀ ਦਿਖਾਇਆ ਸੀ। ਉਹ ਦਿਖਾਇਆ ਤੇ ਨਹੀਂ ਜਾ ਸਕਦਾ, ਘੱਟ ਤੋਂ ਘੱਟ ਇਹਨੂੰ ਸੱਚ ਬੋਲਣਾ ਪਊਗਾ। ਇਹ ਕਹਿ ਸਕੂਗਾ ਵੀ ਵਾਕਿਆ ਹੀ ਉਹ ਕੰਮ ਪ੍ਰਾਇੋਰਟੀ ਤੇ ਚੱਲਿਆ ਗਿਆ। ਉਹਦਾ ਇਹ ਸਬੂਤ ਪੱਕਾ, ਬਾਕੀ ਅੱਗੇ ਜੋ ਮਰਜ਼ੀ ਹੋਵੇ। ਤੇ ਹੁਣ ਮੈਂ ਬੇਨਤੀ ਕਰਦਾ, ਮੇਰੇ ਅੰਤਰਾਤਮਾ ਦੇ ਵਿੱਚ ਮੈਂ ਇਹਦੇ ਤੇ ਕੰਮ ਕਰ ਰਿਹਾ ਸੀ। ਮੈਂ ਉਹ ਜੀਨੀਅਸ ਬੰਦਿਆਂ ਨੂੰ ਪੜ੍ਹਿਆ ਜਿਨ੍ਹਾਂ ਦੀ ਡਾਇਰੈਕਸ਼ਨ ਹੀ ਇਹਦੇ ਗੱਲ ਸੀ। ਇਹ ਜਿਹੜਾ ਮੋਰਚਾ ਉੱਠਿਆ, ਮੈਨੂੰ ਇਹਦਾ ਬਹੁਤ ਚਾਅ ਪੈਦਾ ਹੋਇਆ। ਜਿਹੜਾ ਮੈਂ ਕੰਮ ਕਰ ਰਿਹਾ ਲਗਾਤਾਰ, ਮੇਰੇ ਨਾਲ ਕੋਈ ਬਾਹਲੇ ਬੰਦੇ ਵੀ ਨਹੀਂ ਸੀ, ਪਰਿਵਾਰ ਵੀ ਬਹੁਤਾ ਮੇਰੇ ਹੱਕ 'ਚ ਨਹੀਂ ਸੀ ਕੋਈ ਵੀ। ਹਰੇਕ ਹੀ ਮੇਰੇ ਨਾਲ ਆਪਣੀ ਤਰ੍ਹਾਂ ਦਾ ਮੈਚ ਖੇਡਦਾ ਹੀ ਰਿਹਾ, ਸੁਭਾਅ ਹੀ ਹੁੰਦਾ। ਪਰ ਮੈਂ ਤਾਂ ਗੁਰੂ ਇਹ ਕੰਮ ਕਰਾਈ ਗਿਆ। ਮੇਰਾ ਯਕੀਨ ਸੀ ਇੱਕ ਦਿਨ ਇਹ ਕੰਸ਼ੀਅਸਨੈਸ ਉੱਠੂਗੀ। ਜਦੋਂ ਇਹ ਉੱਠੀ, ਮੇਰੇ ਬਹੁਤ ਵਿਦਿਆਰਥੀ ਨੇ ਪੰਜਾਬ ਦੇ ਵਿੱਚ ਜਿਹੜੇ ਮੇਰੇ ਬਹੁਤ ਹੀ ਖਾਸ ਨੇ। ਜਦੋਂ ਇਹ ਲਹਿਰ ਸ਼ੁਰੂ ਹੋਈ, ਉਹ ਸ਼ੁਰੂ ਦੇ ਵਿੱਚ ਇਸ ਮੋਰਚੇ ਦੇ ਵਿੱਚ ਜਦੋਂ ਸ਼ਮੂਲੀਅਤ ਕਰਨ ਲੱਗੇ, ਉਹ ਕਹਿੰਦੇ ਵੀ ਸਾਨੂੰ ਰਾਜੇਵਾਲ ਆ ਜਿਹੜਾ ਬਲਵੀਰ ਸਿੰਘ, ਇਹ ਫਿੱਟ ਨਹੀਂ ਲੱਗਦਾ, ਸਾਨੂੰ ਰੜਕਦਾ। ਮੈਂ ਉਹਨਾਂ ਨੂੰ ਕਿਹਾ ਨਹੀਂ, ਮੈਂ ਉੱਥੇ ਫੇਸਬੁੱਕ ਤੇ ਵੀ ਲਿਖਿਆ ਰਾਜੇਵਾਲ ਦੇ ਹੱਕ 'ਚ ਰੱਜ ਕੇ, ਤਾਂ ਕਿ ਲੋਕ ਇਹਨੂੰ ਸਾਥ ਦੇਣ। ਜੇ ਸਾਥ ਨਹੀਂ ਦੇਣਗੇ, ਮੋਰਚੇ ਨੇ ਡਾਇਰੈਕਸ਼ਨ ਨਹੀਂ ਫੜਨੀ। ਜਦੋਂ ਡਾਇਰੈਕਸ਼ਨ ਫੜ ਲਈ, ਜਿਵੇਂ ਕਣੀਆਂ ਪੈਂਦੀਆਂ ਨੇ, ਜਦੋਂ ਮੀਂਹ ਸ਼ੁਰੂ ਹੋ ਗਿਆ, ਫਿਰ ਇਹਨਾਂ ਕੋਈ ਬੰਦਾ ਕਹੇ ਵੀ ਮੈਂ ਹੀ ਪਵਾ ਰਿਹਾ ਜਾਂ ਮੇਰੇ ਕਰਕੇ ਹੀ ਪੈ ਰਿਹਾ। ਇਹ ਟੋਟਲ ਕੰਸ਼ੀਅਸਨੈਸ ਦੀ ਕਣੀ ਕਿਸੇ ਲੀਡਰ ਦੇ ਬਸ 'ਚ ਨਹੀਂ। ਨਾ ਲੀਡਰ ਇਹਨੂੰ ਇਹ ਤੋੜ ਸਕਦਾ। ਇਹ ਆਤਮਾ 'ਚੋਂ ਆਈ ਆ ਹਰ ਬੰਦੇ 'ਚ। ਇਹ ਕੰਸ਼ੀਅਸਨੈਸ ਦੀ ਇੱਕ ਬ੍ਰਾਈਟਨੈਸ ਦੀ ਬਾਰਿਸ਼।
ਇਹਨੂੰ ਡਾਇਰੈਕਸ਼ਨ ਉਹੀ ਦਊਗਾ ਜਿਹੜਾ ਰਾਈਟਫੁਲ ਹੱਕਦਾਰ, ਜਿਹੜਾ ਇਹਨਾਂ ਲੋਕਾਂ ਨਾਲ ਨਿਆਂ ਕਰੂਗਾ। ਮੈਂ ਉਹਨਾਂ ਨੂੰ ਜਦੋਂ ਕਿਹਾ ਤੁਸੀਂ ਰਾਜੇਵਾਲ ਨਾਲ ਖੜੋ, ਉਹ ਖੜ ਗਏ। ਉਹ ਖੜਨ ਤੋਂ ਬਾਅਦ ਫਿਰ ਮੈਨੂੰ ਸਵਾਲ ਕਰਦੇ ਰਹੇ, ਕਿਉਂਕਿ ਇਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਕਨਸੈਪਟ ਸੀ ਲੀਡਰਸ਼ਿਪ ਦਾ, ਉਹ ਤੋੜ ਕੇ ਗਏ ਭੰਨ ਸਾਰੇ। ਰਾਜੇਵਾਲ ਤੇ ਉੱਥੇ ਖੜਾ ਸੀ, ਬਹਿ ਗਿਆ ਮੋਰਚਾ ਲਾ ਕੇ ਉੱਥੇ ਜਿੱਥੇ ਬੰਨ ਲੱਗੇ ਸੀ। ਤੇ ਮੈਨੂੰ ਇਹ ਪਤਾ ਲੱਗਿਆ ਤੇ ਕੱਪੜੇ ਵੀ ਪਾਟੇ ਨੇ, ਇਹਨੂੰ ਖਿੱਚ ਕੇ ਲਗਾਏ ਨੇ ਲੋਕ ਅੱਗੇ। ਉਹ ਲੋਕ ਜਦੋਂ ਲੈ ਗਏ ਉੱਥੇ ਗਾਹਾਂ ਚਲਿਆ ਗਿਆ। ਉੱਥੇ ਜਾ ਕੇ ਜਿਵੇਂ ਫਸਲ ਨੂੰ ਯੂਰੀਆ ਲੱਗਿਆ ਹੁੰਦਾ, ਇਹਨੂੰ ਲੀਡਰਸ਼ਿਪ ਦੇ ਕੰਨ ਖੜੇ ਕਰ ਲਏ ਨੇ, ਨਾਲ ਦਿਆਂ ਨੇ ਵੀ। ਆਖਰਕਾਰ ਦਿੱਲੀ ਦੇ ਵਿੱਚ ਬਾਬੇ ਨਾਨਕ ਦਾ ਲੰਗਰ ਲੱਗਿਆ ਹੋਇਆ। ਬਾਬਾ ਨਾਨਕ ਦਾ ਮਹਾਂਕਾਵ ਦੇ ਵਿੱਚ ਜੋ ਉਹਦਾ ਲੰਗਰ ਬਾਰੇ, ਧਰਤੀ ਤੇ ਘਰ ਬਾਰੇ ਖਿਆਲ ਆ, ਹਰਿੰਦਰ ਸਿੰਘ ਮਹਿਬੂਬ ਨੇ ਇਲਾਹੀ ਨਦਰ ਦੇ ਪੈਂਡੇ ਦੇ ਵਿੱਚ ਉਹਨੇ ਲਿਖਿਆ। ਜਦੋਂ ਉਹਨਾਂ ਦੀ ਸਮੇਰ ਪਰਬਤ ਦੇ ਉੱਤੇ ਬਾਬਾ ਨਾਨਕ ਜੀ ਦੀ ਮਿਲਣੀ ਹੁੰਦੀ ਆ ਸਿੱਧਾਂ ਦੇ ਨਾਲ, ਉਹ ਸਿੱਧ ਜਦੋਂ ਗੁਰੂ ਉਹਨਾਂ ਨੂੰ ਸਵਾਲ ਕਰਦੇ ਨੇ, ਉਹਨਾਂ ਨੂੰ ਜਵਾਬ ਦਿੰਦੇ ਨੇ, ਉਹ ਸਿੱਧਾਂ ਦਾ ਕੋਈ ਅੰਦਰੋਂ ਘਮੰਡ ਹਿੱਲਦਾ। ਉਹ ਘਮੰਡ ਹਿੱਲਣ ਦੇ ਵਿੱਚ ਥੋੜੇ ਜਿਹੇ ਹੈਰਾਨ ਵੀ ਹੁੰਦੇ ਨੇ। ਉਹ ਦੇਖਦੇ ਵੀ ਨੇ ਇਹ ਬੱਚਾ ਤੇ ਛੋਟਾ ਜਿਹਾ ਉਮਰ 'ਚ ਸਾਡੇ ਨੂੰ ਐਡੇ ਐਡੇ ਸਵਾਲ ਕਿਵੇਂ ਕਰ ਰਿਹਾ। ਉਹ ਕਹਿੰਦੇ ਤੇਰਾ ਮਨੋਰਥ ਕੀ ਆ, ਤੂੰ ਕੀ ਕਰਨ ਤੁਰਿਆ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਗੁਰਮੁਖ ਦੀ ਤਲਾਸ਼ ਵਿੱਚ। ਗੁਰਮੁਖ ਉਹ ਆ ਜਿਹੜਾ ਗੁਰੂ ਤੋਂ ਅਗਲਾ ਰੂਪ ਆ, ਜਿਹੜਾ ਗੁਰੂ ਦਾ ਸੀਕ੍ਰੇਟ ਲਵਰ ਆ, ਗੁਰੂ ਦਾ ਪਿਆਰਾ। ਪਰ ਇੱਕ ਗੱਲ ਯਾਦ ਰੱਖਿਓ, ਗੁਰੂ ਦੇ ਪਿਆਰੇ ਦਾ ਬੋਝ ਇੱਕ ਬੰਦਾ ਨਹੀਂ ਚੁੱਕ ਸਕਦਾ। ਕਦੇ ਸ਼ਹੀਦ ਕੋਈ ਆਊਗਾ, ਕਦੇ ਸੰਤ ਆਊਗਾ, ਕਦੇ ਗ੍ਰਸਤੀ ਆਊਗਾ, ਕਦੇ ਕੋਈ ਪੋਲੀਟੀਕਲ ਲੀਡਰ ਬਣ ਕੇ ਆਊਗਾ, ਕਦੇ ਸਮਾਜ ਦੀ ਸੇਵਾ 'ਚ ਗੁਰਮੁਖ ਆਊਗਾ, ਕਦੇ ਡਾਕਟਰ ਬਣ ਕੇ ਆਊਗਾ, ਕਦੇ ਕੋਈ ਕੋਰਟਾਂ ਦਾ ਜੱਜ ਬਣ ਕੇ ਆਊਗਾ। ਅਨੇਕਾਂ ਸ਼ਕਲਾਂ ਦੇ ਵਿੱਚ ਆਊਗਾ। ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਸਿੱਧਾਂ ਨੂੰ ਬਹੁਤ ਇੱਜ਼ਤ ਤੇ ਪਿਆਰ ਨਾਲ ਕਹਿੰਦੇ ਨੇ, ਮੈਂ ਦੁਨੀਆ ਦਾ ਨੂਰ ਸਵਾਰ, ਨਾਲੇ ਜਗ ਦਾ ਬੇੜਾ, ਮੈਂ ਧਰਮਾਂ ਦੇ ਕੇਸ ਸਵਾਰਨਾ ਹੈ, ਧਰਮਾਂ ਨੂੰ ਸੋਹਣੇ ਬਣਾਉਣਾ ਹੈ, ਉਹਨਾਂ ਦੇ ਵਿੱਚ ਜਾਗਰਤੀ ਲੈਣਾ ਹੈ, ਲੈ ਕੇ ਆਉਣਾ ਹੈ। ਮੈਂ ਕਿਸੇ ਦੀਨ ਤੇ ਕਬਜ਼ਾ ਕਰਨ ਨਹੀਂ ਆਇਆ, ਉਹਨੂੰ ਆਪਣੇ ਵਿੱਚ ਬਦਲ ਲਈ ਨਹੀਂ ਆਇਆ। ਉਹਦੀ ਆਜ਼ਾਦੀ ਦੇ ਵਿੱਚ, ਉਹਦੇ ਵਿੱਚ ਉਹ ਖੇੜਾ ਦੇਖਣ ਆਇਆ ਜਿਹੜਾ ਉਹ ਤੋਂ ਦੂਰ ਗਿਆ ਹੋਇਆ, ਜਿਹੜਾ ਉਹਦੇ ਵਿੱਚ ਨਹੀਂ ਹੈਗਾ। ਮੈਂ ਉਹ ਬਲਾਸਮ ਰੂਪ ਦੇ ਵਿੱਚ ਉਹਨਾਂ ਧਰਮਾਂ ਨੂੰ ਦੇਖਣਾ ਚਾਹੁੰਦਾ। ਨਾਲੇ ਜਗ ਦਾ ਬੇੜਾ, ਜਗ ਦੇ ਬੇੜੇ 'ਚ ਕੀ ਹੁੰਦਾ? ਜਗ ਦੇ ਬੇੜੇ 'ਚ ਸਾਰਾ ਸਮਾਜਿਕ ਸਿਸਟਮ, ਪੋਲੀਟੀਕਲ, ਸੋਸ਼ਲ, ਰਿਲੀਜੀਅਸ, ਅਫੀਸਰਸ਼ਿਪ, ਜੋ ਸੋਸ਼ਲ ਸਿਸਟਮ, ਮੈਂ ਇਹਨੂੰ ਵੀ ਸਵਾਰਨਾ। ਇਹ ਨਹੀਂ ਕਿ ਇੱਕ ਪਾਸੇ ਕੁਰਬਾਨੀਆਂ ਹੋ ਰਹੀਆਂ, ਲਹੂ ਲੱਗ ਰਿਹਾ, ਦੂਜੇ ਪਾਸੇ ਲੁੱਟ ਮੱਚੀ ਹੋਈ। ਉਹ ਜਗ ਦਾ ਬੇੜਾ ਦਰ ਕਰ ਬਿਨਾ ਤੁਰਾ ਲਾ ਮੰਜ਼ਰ। ਮੇਰਾ ਕੋਈ ਪੱਕਾ ਦਰ ਨਹੀਂ ਕਰਨੀ ਕਿ ਆਹੀ ਮੇਰਾ ਘਰ। ਗੁਰੂ ਨਾਨਕ ਸਾਹਿਬ ਨਨਕਾਣੇ ਸਾਹਿਬ ਪੈਦਾ ਹੋਏ। 10ਵੇਂ ਗੁਰੂ ਕਿੱਥੇ ਸੀਗੇ? ਅੱਡ ਗੁਰੂ ਕਿੱਥੇ ਕਿੱਥੇ ਸੀਗੇ? ਉਹ ਤਾਂ ਆਪਦਾ ਰੂਹਾਨੀਅਤ ਦਾ ਘਰ ਬਸਾਉਂਦੇ ਨੇ, ਜਿੱਥੇ ਲੋੜ ਆ ਉਹ ਬਸ ਜਾਂਦੇ, ਉਹਨੂੰ ਕੋਈ ਢਾ ਨਹੀਂ ਸਕਦਾ। ਰੂਹਾਨੀਅਤ ਦਾ ਘਰ ਤੇ ਰੂਹਾਨੀਅਤ 'ਚ ਬਣਿਆ ਹੁੰਦਾ, ਬਾਹਰ ਤੇ ਚਾਹੇ ਤੰਬੂ ਲਾ ਲਓ, ਉਹਨੂੰ ਕੀ ਢਾਉਂਗੇ? ਤੰਬੂ ਵੀ ਤੋੜ ਦੋ ਫਿਰ ਵੀ ਬਸਦਾ। ਜਿਵੇਂ ਦਿੱਲੀ 'ਚ ਐਡੇ ਐਡੇ ਮਹਿਲ ਨੇ ਇੱਕ ਪਾਸੇ, ਦੂਜੇ ਪਾਸੇ ਬਾਬੇ ਨਾਨਕ ਦਾ ਘਰ ਹੈ। ਦਰ ਕਰ ਬਿਨਾ ਤੁਰਾ ਲੈ ਮੰਜ਼ਰ, ਢੂੰਡਾ ਗੁਰਮੁਖ ਚਿਹਰਾ। ਮੈਂ ਗੁਰਮੁਖ ਦੀ ਸ਼ਕਲ ਦੀ ਤਲਾਸ਼ ਦੇ ਵਿੱਚ। ਇਹ ਸਾਰੇ ਧਰਮ ਪੈਦਾ ਕਰਨਗੇ, ਮੈਂ ਹਰ ਧਰਮ ਨੂੰ ਖੜਾਉਣ ਚੱਲੇ, ਉਹਨੂੰ ਬਲਾਸਮ ਕਰਨ ਚੱਲੇ। ਅੱਛਾ, ਹੁਣ ਅਸੀਂ ਇੱਧਰ ਹੀ ਆ ਜਾਓ। ਜਦੋਂ ਇਹ ਮੋਰਚਾ ਲੱਗਿਆ, ਉਹ ਮੈਨੂੰ ਉਹਨਾਂ ਨੇ ਕਿਹਾ ਕਿ ਜੀ ਇਹ ਰਾਜੇਵਾਲ ਠੀਕ ਨਹੀਂ ਚੱਲ ਰਿਹਾ। ਪਹਿਲਾਂ ਤੇ ਸਾਡੇ ਨਾਲ ਠੀਕ ਚੱਲਦਾ ਸੀ, ਬਾਕੀ ਵੀ ਨੇ ਨਾਲ ਹੀ।
ਉਹ ਵੀ ਨਾਲ ਹੀ ਨੇ, ਨਾ ਸਮਝ ਲਓ ਇਕੱਲਾ ਵੀ ਇਹ ਹੁਣ ਨਾ ਗੱਲ ਸੁਣਦੇ ਨੇ, ਇਹਨਾਂ ਨੂੰ ਪੈਸੇ ਬਾਹਰ ਆਉਂਦੇ ਨੇ। ਚਲੋ ਪੈਸੇ ਰਾਤ ਕੱਟਣ ਦਾ ਤੇ ਲੀਡਰ ਦਾ ਹੱਕ ਹੈ, ਉਹ ਸੇਫ ਥਾਂ ਦੇ ਉੱਤੇ ਰਵੇ, ਸੋਹਣੀ ਤਰ੍ਹਾਂ ਨਾਲ ਰਵੇ। ਇਹ ਨਹੀਂ ਕਿ ਲੋਕਾਂ 'ਚ ਸਮੇਂ ਵਧੀਆ ਤय ਆ, ਪਰ ਲੋਕਾਂ 'ਚ ਆਉਂਦਾ ਜਾਂਦਾ ਰਹੇ, ਉਹਨਾਂ ਦੀ ਨਿਗਾਹ ਰੱਖੇ। ਜਿਵੇਂ ਮੈਂ ਮਿਸਾਲ ਦਿੰਦਾ, ਜਿਹੜਾ ਵਾਰ ਐਂਡ ਪੀਸ ਹੈ ਨਾ ਟਾਲਸਟਾਏ ਦਾ, ਜੰਗ ਲੱਗੀ ਹੋਈ ਹੈ ਨਪੋਲੀਅਨ ਨਾਲ, ਸਿਰੇ ਦੀ ਜੰਗ, ਵਰਲਡ ਦਾ ਬਹੁਤ ਵੱਡਾ ਨਾਵਲ ਆ ਵਰਲਡ ਦਾ। ਮੈਂ ਲੀਡਰਾਂ ਬਾਰੇ ਦੱਸਦਾ, ਜਿਹੜੇ ਬੰਦੇ ਨੇ ਝੰਡਾ ਫੜਿਆ ਹੋਇਆ ਸੀ ਉਹਦੇ ਗੋਲੀ ਲੱਗੀ, ਝੰਡਾ ਨੀਵਾਂ ਹੋ ਗਿਆ। ਜਿਹੜਾ ਜਰਨੈਲ ਸੀ ਕੁਤੂਜੋਗ, ਉਹਦੀ ਅੱਖ 'ਚ ਲੱਗੀ, ਉਹ ਕਾਣਾ ਹੋ ਗਿਆ। ਭੱਜ ਕੇ ਲੋਕ ਉਹਦੇ ਕੰਨੀ ਆਏ, ਉਹ ਕਹਿੰਦਾ ਨਹੀਂ, ਉਹ ਝੰਡੇ ਵੱਲ ਜਾਓ, ਉਹਨੂੰ ਸੰਭਾਲੋ। ਉਹਦੀ ਇੰਨੀ ਨਿਗਾਹ ਸੀ ਕੱਲੇ ਕੱਲੇ ਬੰਦੇ। ਜਿਵੇਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਜੰਗ ਲੜੀ ਹੈ, ਦੁਸ਼ਮਣ ਨਾਲ ਵੀ ਨਿਆਂ ਕਰਦੇ। ਜਿਹੜੇ ਲੀਡਰ ਨੇ ਉੱਥੇ ਜਾ ਕੇ ਬਹਿ ਗਏ, ਫਲਾਣੇ ਪਾਸੇ ਤੋਂ ਬੰਦੇ ਆ ਰਹੇ ਨੇ, ਉਧਰੋਂ ਆ ਰਹੇ ਨੇ, ਉਹ ਤੇ ਆਉਣੇ ਹੀ ਨੇ, ਉਹ ਤੁਹਾਡੇ ਕਰਕੇ ਨਹੀਂ ਆ ਰਹੇ। ਉਹਨਾਂ ਨੂੰ ਉਹਨਾਂ ਦੇ ਦੀਨ ਨੇ ਘਰਾਂ 'ਚੋਂ ਪ੍ਰੇਰਿਤ ਕਰਕੇ ਤੋਰਿਆ। ਤੁਸੀਂ ਉਹਨਾਂ ਦਾ ਕਿੰਨਾ ਕੁ ਬੋਝ ਚੁੱਕਦੇ ਹੋ? ਜਦੋਂ ਉੱਥੇ ਗਏ, ਮੋਦੀ ਦੀ ਬੋਲੀ 'ਚ ਸਿੱਖਾਂ ਨੂੰ ਫਸਾਉਣ ਲਈ ਆਪ ਹੀ ਉਹਨਾਂ ਦੀ ਖੁਰਾਕ ਬਣ ਗਈ। ਕਦੇ ਨਾਲ ਦੇ ਬੰਦੇ ਵੀ ਫਸਾਈਦੇ ਨੇ। ਜੇ ਗਲਤੀ ਵੀ ਕੀਤੀ ਹੈ, ਕੋਈ ਬੱਚੇ ਨੇ ਸਾਡੇ, ਤੁਹਾਡੇ ਪੁੱਤਰ ਨਹੀਂ ਹੈ ਜਿਹੜੇ ਤੁਹਾਨੂੰ ਨਾਲ ਲੈ ਕੇ ਗਏ ਨੇ, ਜਿਹੜੇ ਹਰ ਤਰ੍ਹਾਂ ਨਾਲ ਕੁਰਬਾਨੀਆਂ ਕਰਦੇ ਨੇ। ਤੁਸੀਂ ਆਪਣੀ ਜ਼ੁਬਾਨ ਨਾਲ ਸਾਡਾ ਜੀ ਕੰਮ ਫਲਾਣਿਆਂ ਨੇ ਵਿਗਾੜਤਾ, ਵਿਗਾੜਤਾ ਉਹਨਾਂ ਨੇ। ਤੁਸੀਂ ਕਿੰਨੀ ਵਾਰੀ ਮੰਗਤਿਆਂ ਵਾਂਗੂ ਗਏ, ਮੰਗਤਿਆਂ ਵਾਂਗੂ ਮੁੜੇ ਹੋ। ਤੁਹਾਨੂੰ ਲੀਡਰ ਦੀ ਸਪਿਰਿਟ ਦਾ ਪਤਾ, ਉਹ ਕਿਰਪਾਨ ਨਹੀਂ ਚਲਾਉਂਦਾ, ਉਹ ਡਾਂਗ ਨਹੀਂ ਚਲਾਉਂਦਾ। ਮੋਦੀ ਦੇ ਸਾਹ ਖਿੱਚਲੂਗਾ, ਤੋਮਰ ਦੇ ਸਾਹ ਖਿੱਚਲੂਗਾ, ਗੱਲ ਨਹੀਂ ਆਉਣੀ ਇਹਨੂੰ, ਉਹ ਗੱਲ ਦੁਨੀਆ 'ਚ ਵੀ ਚਾਹੂਗੀ। ਇਹ ਟੱਲੀਆਂ ਵਾਲੇ ਸਾਧ ਨੇ, ਮਾਚਰਾਂ ਦੇ ਮਰੇ ਹੋਏ ਨੇ। ਮੈਂ ਖੁਦ ਖੇਤੀ ਕੀਤੀ ਆ, ਮੇਰੇ ਪਿੰਡ ਦੇ ਵਿੱਚ ਵਾਢਿਓ ਨਾ, ਜਿੰਨਿਆਂ ਕੋਲੇ ਜ਼ਮੀਨ ਜ਼ਿਆਦਾ, ਉਹਨਾਂ ਦੀ ਆਤਮਾ ਇੰਨੀ ਨੰਗਾ ਨਾ, ਵੱਟਾਂ ਵੱਢਣ ਤੱਕ ਵੀ ਜਾਂਦੀ। ਮੈਂ ਦਬ ਕਸਮ ਖਾ ਕੇ, ਮੇਰਾ ਦੀਨ ਆ ਕੋਈ, ਜੋ ਮਰਜੀ ਕਸਮ ਖਵਾ ਲਓ, ਉਹੀ ਜੱਟ ਨੇ, ਉਹੀ ਲੀਡਰ ਨੇ। ਪਹਿਲਾਂ ਇਹਨਾਂ ਦੇ ਘਰਾਂ ਦਾ ਪਤਾ ਕਰੋ, ਗੁਆਂਢ ਦਾ ਕਿਵੇਂ ਰਹਿੰਦੇ ਸੀ, ਇਹਨਾਂ ਦੀ ਉੱਥੇ ਕਹੇ ਜੀ ਸਿਰ ਦਿੱਤਾ, ਇਹ ਕਿੱਡੇ ਖੁੱਲ੍ਹਦੇ ਲੈ ਨੇ। ਜਾ ਕੇ ਉਹਨਾਂ ਬੰਦਿਆਂ ਨੂੰ ਉਹ ਕਰਤਾ ਜੀ, ਨਹੀਂ ਤੇ ਅੱਜ ਨੂੰ ਅਸੀਂ ਕਰ ਲੈਣਾ ਸੀ। ਮੈਂ ਹੁਣ ਵੀ ਕਹਿਣਾ, ਮੇਰੀ ਪਹਿਲਾਂ ਤੋਂ ਵੀ ਨਿਗਾਹ, ਮੈਂ ਗਲਤ ਹੋ ਸਕਦਾ। ਇਹਨਾਂ 'ਚ ਬੋਝ ਚੱਕਣ ਦੀ ਤਾਕਤ ਹੀ, ਇਹ ਤੁਹਾਨੂੰ ਬਦਲਨੇ ਪੈਣਗੇ ਸਾਰੇ ਦੇ ਸਾਰੇ। ਇਹ ਜਲਦੀ ਬਦਲਣੀ ਪਊਗੀ ਤੁਹਾਨੂੰ ਆਪ ਵਿੱਚੋਂ। ਮੈਂ ਜੇ ਨਾਂ ਨਹੀਂ ਲੈਣਾ ਚਾਹੁੰਦਾ, ਉੱਠ ਰਹੇ ਨੇ ਬੰਦੇ ਹਰਿਆਣੇ ਦੇ ਵਿੱਚੋਂ, ਬਾਕੀ ਇੰਡੀਆ ਦੇ ਵਿੱਚੋਂ। ਉਹ ਧੀਆਂ ਭੈਣਾਂ, ਉਹ ਦਲੇਰੀ ਦੇ ਵਿੱਚ ਆਈਆਂ ਨੇ। ਪਦਮਣੀ ਇੱਥੇ ਹੀ ਹੋਈ ਹੈ, ਜਾਨ ਦਿੱਤੀ ਉਹਨੇ ਆਪਦੀ ਸਿਦਕ ਲਈ। ਉਹ ਉਹੀ ਧੀਆਂ ਭੈਣਾਂ ਨੇ, ਉਹ ਮੀਰਾ ਬਾਈ ਦੀ ਔਲਾਦ ਨੇ। ਉਹਨਾਂ 'ਚੋਂ ਅਸੀਂ ਕੀ ਨਹੀਂ ਉਡੀਕਦੇ, ਉਹ ਕੀ ਨਹੀਂ ਕਰਨਗੀਆਂ। ਮੇਰਾ ਲਿਖਿਆ ਹੋਇਆ ਪੜ੍ਹੋ, ਮੈਂ ਕਿਵੇਂ ਲਿਖਿਆ। ਕਾਲੀਦਾਸ ਨੇ ਉਰਵਸ਼ੀ ਦੇ ਵਿੱਚ ਲਿਖਿਆ, ਉਰਵਸ਼ੀ is more beautiful, more aesthetic and more spiritual than a scripture sculptured ascetic। ਆ ਜਿਹੜਾ ਜੋਗੀ ਹੈ, ਇਹਦੇ ਨਾਲ ਉਰਵਸ਼ੀ ਹਰ ਗੱਲ 'ਚ ਅੱਗੇ ਆ, ਰੂਹਾਨੀਅਤ 'ਚ। ਇਹ ਤਾਂ ਕਾਲੀਦਾਸ ਕਹਿੰਦਾ। ਕਾਲੀਦਾਸ ਦੇ ਅੰਦਰ ਬਹੁਤ ਵੱਡਾ ਡਰੀਮ ਆ, ਬਹੁਤ ਸ਼ਹਿਰ ਦਾ। ਉਹਦਾ ਅੰਦਰਲਾ ਵਿਜ਼ਨ ਤੋੜ ਦਿੰਦਾ ਇਹਨਾਂ ਦੀਆਂ ਹੱਦਾਂ, ਜਦੋਂ ਜੋਗੀ ਬੋਝ ਹੀ ਨਹੀਂ ਚੁੱਕਦਾ। ਜੋਗੀ ਦੀ ਸਿਫਤ ਵੀ ਕਰਦਾ, ਖਿਲਾਫ ਵੀ ਨਹੀਂ ਬੋਲਦਾ, ਪਰ ਜਿੱਥੇ ਨਹੀਂ ਬੋਝ ਚੁੱਕਦਾ ਜੋਗੀ, ਉੱਥੇ ਗੁਰੂ ਦਾ। ਇਹ ਤੇ ਤੁਹਾਨੂੰ ਦੇਖਣਾ ਹੀ ਪਊਗਾ। ਪੰਜ ਪਿਆਰੇ ਤੇ ਆਪਣੇ ਤੁਹਾਡੇ ਲਹੂ 'ਚੋਂ ਆਏ ਨੇ, ਉਹ ਮੈਂ ਤਾਂ ਨਹੀਂ ਪੈਦਾ ਕੀਤੇ, ਤੁਹਾਡਾ ਲਹੂ ਆ ਉਹ ਤੁਹਾਡੇ ਕੀਮਤੀ ਲਹੂ ਨੇ। ਮੈਂ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਪੰਜ ਪਿਆਰੇ ਤਾਂ ਇੰਡੀਆ 'ਚੋਂ ਪੈਦਾ ਹੋਏ, ਸਾਰੀ ਲੈਂਡ ਦੀ ਧਰਤੀ ਪੰਜ ਪਿਆਰਿਆਂ ਦੀ। ਉਹਨਾਂ ਦੀ ਸ਼ਾਨ ਸਦਾ ਰਹੂਗੀ, ਜਦੋਂ ਟਾਈਮ ਲੱਗਿਆ ਉਹ ਆ ਜਾਣਗੇ। ਜਿਵੇਂ ਪੰਜਾਬੀ ਜ਼ਬਾਨ ਹੈ, ਫਰੀਦ ਨੇ ਲਿਖੀ ਨਹੀਂ ਬਾਣੀ, ਉਹਦੇ ਅੱਖਰ ਦੂਜੇ ਗੁਰੂ ਰਾਹੀਂ ਆਏ।
ਕਦੋਂ ਪਹਿਲੀ ਅੱਖਰਾਂ ਦੀ ਪਛਾਣ? 10 ਗੁਰੂ ਆਏ, ਖਾਲਸੇ ਨੂੰ ਰੂਪ ਕਦੋਂ ਮਿਲਿਆ? 10ਵੇਂ ਗੁਰੂ ਵੇਲੇ। ਜ਼ਫਰਨਾਮਾ ਹਰ ਗੁਰੂ ਲਿਖਦਾ, ਹਰ ਗੁਰੂ ਦੇ ਅੰਦਰ ਜ਼ਫਰਨਾਮਾ ਲਿਖਿਆ ਕਦੋਂ ਗਿਆ? 10ਵੇਂ ਗੁਰੂ ਤੇ ਜਾ ਕੇ। ਟਾਈਮ ਹੁੰਦਾ ਵਿਚਾਲੇ। ਇਸ ਵੇਲੇ ਪਹਿਲੀ ਵਾਰੀ ਇੰਡੀਆ ਦੀ ਹਿਸਟਰੀ ਦੇ ਵਿੱਚ ਹਿੰਦੂ ਭਰਾਵਾਂ ਨੂੰ ਮੈਂ ਦਾਤ ਦਿੰਦਾ, ਮੈਂ ਉਹਨਾਂ ਨੂੰ ਪਿਆਰ ਹੀ ਇੰਨਾ ਕਰਦਾ। ਤੁਸੀਂ ਮੇਰੀ ਆਤਮਾ ਝਾਕ ਕੇ ਦੇਖੋ, ਪਹਿਲੀ ਵਾਰੀ ਹਿੰਦੂ ਭਰਾਵਾਂ ਨੇ ਉਹਨਾਂ ਸਿੱਖ ਨੌਜਵਾਨਾਂ ਨੂੰ ਸ਼ੈਲਟਰ ਦਿੱਤਾ। ਜਿਹੜਾ ਝੰਡੇ ਲਹਿਰਾਏ, ਜਜ਼ਬਾਤੀ ਬੰਦੇ ਨੇ ਤਾਂ ਲਹਿਰਾਉਣਾ ਹੀ ਹੈ। ਜਜ਼ਬਾਤੀ ਬੰਦੇ ਨੂੰ ਤੁਸੀਂ ਕਿਵੇਂ ਰੋਕ ਲਓਗੇ? ਜਜ਼ਬਾਤ ਤੁਹਾਡੇ, ਜਿਹੜਾ ਭੰਨ ਤੋੜ ਕੇ ਸਭ ਕੁਝ ਆਇਆ, ਉਹ ਕੁਝ ਵੀ ਕਰ ਸਕਦਾ। ਕਸੂਰ ਕਿਹਦਾ? ਗਵਰਨਮੈਂਟ ਦਾ। ਉੱਥੇ ਸਿਕਿਉਰਿਟੀ ਕਿਉਂ ਨਹੀਂ ਸੀ? ਐਡੀ ਕੀਮਤੀ ਥਾਂ ਦੇ ਉੱਤੇ ਤੁਸੀਂ ਡਾਂਗਾ ਕਿਉਂ ਨਹੀਂ ਵਰਸਾਈਆਂ? ਤੁਸੀਂ ਗੋਲੀਆਂ ਕਿਉਂ ਨਹੀਂ ਚਲਾਈਆਂ? ਬੁੜਿਆਂ ਤੇ ਤਾਂ ਡਾਂਗ ਚੱਲਦੀ ਹੈ, ਬਜ਼ੁਰਗਾਂ ਦੇ ਤੁਸੀਂ ਲਹੂ ਲੁਹਾਨ ਕਰਤੇ। ਉਹ ਥਾਂ ਖੁੱਲੀ ਛੱਡੀ ਹੋਈ ਤੇ ਲੀਡਰ ਇਹ ਜੀ ਜਾ ਕੇ ਇਹਨਾਂ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਇਹ ਬਕਾਊ ਨੇ। ਵਿਕੇ ਹੋਏ ਬੰਦੇ ਦਾ ਮੁੱਲ ਨਹੀਂ ਪੈਣਾ, ਕਿਉਂਕਿ ਹੁਣ ਖਰੀਦਣ ਵਾਲਾ ਨਹੀਂ ਕੋਈ। ਖਰੀਦਣ ਵਾਲੇ ਹੀ ਖਤਮ ਹੋ ਗਏ। ਵਿਕੂਗਾ ਕੌਣ? ਲੀਡਰ ਉਹ ਹੋਣਗੇ ਜਿਹੜੇ ਸਪਿਰਿਟ ਦੇ ਹਾਣ ਤੇ ਹੋਣਗੇ, ਜਿਹੜੇ ਇਹਨੂੰ ਸੰਭਾਲਣਗੇ। ਇੱਕ ਵੀ ਹੋ ਸਕਦਾ, ਉਹਦੇ ਨਾਲ 10 ਵੀ ਹੋ ਸਕਦੇ ਨੇ, ਉਹ ਇਕੱਠੇ ਵੀ ਆ ਸਕਦੇ ਨੇ, ਇੱਕ ਦੂਜਿਆਂ ਨੂੰ ਨਾਲ ਵੀ ਲੈ ਸਕਦਾ। ਪਰ ਮੈਂ ਯਕੀਨ ਨਾਲ ਤੁਹਾਨੂੰ ਕਹਿਣਾ, ਜਿੰਨਾ ਕੁ ਮੈਂ ਕੰਮ ਕੀਤਾ, ਇਹਨਾਂ ਚੋਂ ਇੱਕ ਵੀ ਉਹ ਬੋਝ ਉਠਾਉਣ ਦੇ, ਉਹ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਕਾਬਲ ਨਹੀਂ ਹੈਗਾ। ਇੰਨੀ ਬੇਇੱਜ਼ਤੀ, ਇੰਨਾ ਖਰਚਾ, ਇਹਨਾਂ ਦੀ ਆਤਮਾ ਤੇ ਬੋਝ ਕੋਈ ਨਹੀਂ। ਹੁਣ ਜੀ ਇੰਨੇ ਬੰਦੇ ਆ ਰਹੇ ਨੇ, ਫੇਰ ਚਲੇ ਜਾਵਾਂਗੇ। ਗੇੜੇ ਤੇ ਗੇੜਾ ਦੇਈ ਜਾਂਦੇ ਨੇ। ਤੁਹਾਨੂੰ ਇਹ ਪਤਾ ਕਿ ਪਿੱਛੇ ਕੀ ਕੁਛ ਲੱਗ ਰਿਹਾ? ਤੁਹਾਡੀ ਉਹਨਾਂ ਨਾਲ ਕੋਈ ਤਾਲਮੇਲ ਹੈ? ਜੇ ਤਾਲਮੇਲ ਹੋਵੇ ਨਾ, ਤੁਸੀਂ ਜੋ ਮੰਗੂ ਉਹ ਅੱਖ ਕਾਣੀ ਦੀ ਪਰਵਾਹ ਨਹੀਂ ਕਰੂਗਾ, ਉਹ ਪਿਛਲੇ ਬੰਦਿਆਂ ਦੀ ਪਰਵਾਹ ਕਰੂਗਾ। ਬਿਲਕੁਲ ਨਹੀਂ ਇਹਨਾਂ ਚ ਕੁਛ। ਡੈਡ ਤੁਹਾਨੂੰ ਬਦਲਨੇ ਪੈਣਗੇ। ਜੇ ਨਹੀਂ ਬਦਲੋਗੇ ਪਛਤਾਓਗੇ। ਇਹ ਮੋਦੀ ਮਾਰ ਕਹੀ, ਬਾਦਲ ਮਾਰ ਕਹੀ। ਪੰਜਾਬ ਦੀ ਕਾਂਗਰਸ ਆ, ਇਹਦੀ ਗਈ ਗੁਜ਼ਰੀ ਆ। ਮੈਂ ਸੋਨੀਆ ਦੀ ਬਹੁਤ ਇੱਜ਼ਤ ਕਰਦਾ। ਮੈਂ ਪਹਿਲਾਂ ਉਹਦੇ ਤੇ ਆਰਟੀਕਲ ਲਿਖਿਆ ਸੀ 2002-03 ਦੇ ਵਿੱਚ। ਬਹੁਤ ਉਹਦੀ ਇੱਜ਼ਤ ਕਰਦਾ ਮੈਂ, ਬਹੁਤ ਜ਼ਿਆਦਾ। ਬਹੁਤ ਵੱਡੀ ਪਤੀਵਰਤਾ ਇਸ ਤੇ। ਸਿੱਖ ਕੌਮ ਦਾ ਲਾਂਭਾ ਉਹਨੇ ਝੱਲਿਆ। ਉਹਦੇ ਆਪਦੇ ਚ ਕੋਈ ਨੁਕਸ ਨਹੀਂ, ਨਾ ਉਹਦੇ ਬੱਚਿਆਂ ਚ। ਉਹਦੇ ਆਦਮੀ ਦਾ ਬੋਝ ਉਹਨੇ ਚੁੱਕਿਆ, ਉਹਨੇ ਬਰਦਾਸ਼ਤ ਕੀਤਾ, ਕਦੇ ਲਾਂਭਾ ਵੀ ਨਹੀਂ ਦਿੱਤਾ। ਉਹ ਜਦੋਂ ਹਰਿਮੰਦਰ ਸਾਹਿਬ ਦੀ ਆਈ, ਉਹ ਇੱਕ ਕ੍ਰਿਸਚੀਅਨ ਗ੍ਰੇਟ ਇਸਤਰੀ ਦੇ ਤੌਰ ਤੇ ਆਈ। ਮਨਮੋਹਨ ਸਿੰਘ ਗ੍ਰੇਟ ਸੇਂਟ, ਪਰ ਸੇਂਟ ਲਾਈਕ ਕਾਂਗਰਸ ਨਹੀਂ ਹੈ। ਉਹਦਾ ਨਵਜੋਤ ਸਿੱਧੂ ਸਾਡੀ ਜੀ ਕਹਿੰਦੇ ਨੇ ਪਿੱਠ ਤੇ ਛੁਰਾ ਮਾਰਿਆ। ਪਿੱਠ ਤੇ ਛੁਰਾ ਨਹੀਂ ਮਾਰਿਆ, ਤੁਹਾਡੇ ਤਸਬ ਵਿੱਚ, ਤੁਹਾਡੀ ਲੀਡਰੀ ਚ ਛੁਰਾ ਵੱਜ ਗਿਆ। ਇਸੇ ਕਰਕੇ ਉਹ ਬਾਹਰ ਰਹਿ ਗਿਆ। ਨਹੀਂ, ਕਾਂਗਰਸ ਦੀ ਤਾਂ ਮੂਵਮੈਂਟ ਹੀ ਹੋਰ ਹੋਣੀ ਸੀ। ਆਉਣੀ ਨਹੀਂ ਸੀ ਦੇਣਾ ਇਹਨੇ ਕਿਸੇ। ਕਾਂਗਰਸ ਹੀ ਲੈ ਜਾਂਦੀ। ਪਰ ਕਾਂਗਰਸ ਹੈ ਜਿਹੜੀ, ਇਹ ਤਾਂ ਸਾਰੀ ਸਵਾਰਨੀ ਪਊਗੀ। ਇਹ ਤਾਂ ਤਾਸ਼ ਹੀ ਬਦਲਣੀ ਪਊਗੀ। ਥੋੜੇ ਹੀ ਰਹਿ ਜਾਣਗੇ ਚੋਣ ਵਿੱਚ, ਕਿ ਜੇ ਆਉਣ ਵਾਲੀ ਲੀਡਰਸ਼ਿਪ ਰਾਹੁਲ ਨੇ, ਉਹਦੇ ਪਰਿਵਾਰ ਨੇ, ਜਾਂ ਸਿੱਖਾਂ ਨੇ, ਇਹਨਾਂ ਦੇ ਵਿੱਚ ਕੋਈ ਨਵੀਂ ਲੀਡਰਸ਼ਿਪ ਉੱਠਦੀ ਹੈ, ਜਾਂ ਕੋਈ ਹੋਰ ਪਾਰਟੀ ਉੱਠਦੀ ਹੈ, ਮੈਨੂੰ ਨਹੀਂ ਕੋਈ ਇਤਰਾਜ਼। ਕੋਈ ਆ ਜਾਓ, ਜਸਟਿਸ ਕਰਨ ਵਾਲਾ ਹੋਵੇ, ਸੇਵਾ ਕਰਨ ਵਾਲਾ ਹੋਵੇ, ਅਨਸੈਲਫਿਸ਼ ਕਾਈਂਡਨੈਸ ਹੋਵੇ, ਲਾਲਚਾਂ ਤੋਂ ਮੁਕਤ ਹੋਵੇ। ਮੈਂ ਸਕੂਲਾਂ 'ਚ ਵੀ ਪੜ੍ਹਾਇਆ। ਮੇਰੀ ਲਾਈਫ ਬਾਰੇ ਦੇਖੋ, ਪਤਾ ਕਰ ਲਓ। ਕਦੇ ਕਿਸੇ ਤੋਂ ਕੋਈ ਲਾਲਚ ਕੀਤਾ ਹੋਵੇ, ਕਿਸੇ ਦਾ ਕੋਈ ਕੈਰੀਅਰ ਤਬਾਹ ਕੀਤਾ ਹੋਵੇ, ਪਤਾ ਕਰ ਲਓ। ਸਾਰੀ ਲਾਈਫ ਮੇਰੀ ਬਾਢਿਓ ਲਾ। ਮੈਂ ਤਾਂ ਇਹ ਗੱਲ ਕਹਿਣ ਦਾ ਹੱਕ ਰੱਖਦਾ, ਪੁੱਛਣ ਦਾ ਵੀ ਹੱਕ ਰੱਖਦਾ। ਇਹ ਬੰਦੇ ਨੇ ਜਿਹੜੇ ਸਿੱਖ ਕੌਮ ਨੂੰ ਇਹਨਾਂ ਨੇ ਫਸਾਇਆ, ਉਹਨਾਂ ਨਾਲ ਜਲਾਦਪੁਣਾ ਕੀਤਾ। ਪਹਿਲਾਂ ਤਾਂ ਜੀ ਸਾਤੋਂ ਹੋ ਗਿਆ, ਕਹਿੰਦੇ ਹੁਣ ਅਸੀਂ ਉਹਨਾਂ ਦੀ ਬਚਾਅ ਕਰਾਂਗੇ। ਤੁਸੀਂ ਕੌਣ ਉਹਨੇ ਬਚਾਅ ਕਰਨਾ? ਤੁਸੀਂ ਤਾਂ ਫਸਾ ਸਕਦੇ ਸੀ। ਗਵਰਨਮੈਂਟ ਨੂੰ ਚਾਹੀਦੇ ਸੀ ਬਚਾਅ ਕਰਨਗੇ ਜਿਹੜੇ ਮਗਰ ਨੇ, ਜਿਨ੍ਹਾਂ ਨੇ ਮੋਰਚਾ ਚਲਾਇਆ ਹੋਇਆ।
ਉਹ ਸਪਿਰਿਟ ਬਚਾ ਕਰੂਗੀ। ਉਹ ਇਸ ਲਈ ਕਰੂਗੀ ਕਿ ਅਸੀਂ ਇਸ ਸਪਿਰਿਟ ਨੂੰ ਕਿਸੇ ਲੇਖੇ ਲਾਉਣਾ। ਅਸੀਂ ਮੰਜ਼ਿਲ ਪ੍ਰਾਪਤ ਕਰਨੀ ਹੈ ਇਹਦੇ ਚੋਂ। ਅਸੀਂ ਉੱਥੇ ਜਾਣਾ ਹੈ ਜਿਹੜੀ ਮੰਜ਼ਿਲ ਇੰਡੀਆ ਦੇ ਡ੍ਰੀਮ 'ਚ ਵੀ ਨਹੀਂ ਹੈਗੀ। ਮੈਂ ਤੁਹਾਨੂੰ ਯਕੀਨ ਨਾ ਕਹਿਣਾ, ਇੰਡੀਆ ਇੰਨੀ ਤਰੱਕੀ ਕਰੂਗਾ ਜੇ ਮੂਵਮੈਂਟ ਨਾਲ ਇਨਸਾਫ ਹੋ ਗਿਆ। ਕੋਈ ਲੀਡਰ ਬਣਾ ਲਓ, ਜਿੱਥੋਂ ਮਰਜ਼ੀ ਬਣਾ ਲਓ, ਜਰਨਲਿਸਟ ਹੋ, ਸਭ ਨੂੰ ਪਿਆਰ ਕਰਨ ਵਾਲਾ, ਸਭ ਦੀ ਪੇਨ ਨੂੰ ਪਹਿਲਾਂ ਸਮਝਣ ਵਾਲਾ, ਵਿਤਕਰਾ ਨਾ ਹੋਵੇ ਅੰਦਰ। ਇਹ ਨਾ ਹੋਵੇ ਕਿ ਅੰਦਰੋਂ ਕੁਛ ਡੁੱਬਦਾ ਹੋਵੇ ਦੂਜੇ ਨੂੰ ਦੇਖ ਕੇ, ਫੈਲਦਾ ਹੋਵੇ, ਦੂਜਿਆਂ ਰਾਹੀਂ ਉਹ ਖਿੜੇ, ਦੂਜੇ ਦੀ ਸੇਵਾ ਚੋਂ ਖਿੜੇ, ਦੂਜੇ ਦੀ ਤਰੱਕੀ ਚੋਂ ਖਿੜੇ। ਉਹਨੂੰ ਖਤਰਾ ਕੀ ਹੈ? ਫਿਰ ਕੌਣ ਭੱਜੂਗਾ? ਕੌਣ ਭੱਜਣ ਵਾਲਾ? ਸੋ ਮੈਂ ਇਹ ਜਿਹੜੀਆਂ ਗੱਲਾਂ ਨੇ ਕਿਸਾਨ ਮੋਰਚੇ ਬਾਰੇ, ਮੈਂ ਕੋਈ ਇੱਕਦਮ ਇਮੋਸ਼ਨਲ ਹੋ ਕੇ ਨਹੀਂ ਕਰ ਰਿਹਾ। ਬੋਲਣ ਦਾ ਮੇਰਾ ਸੁਭਾਅ, ਮੈਂ ਪੜ੍ਹਾਇਆ ਵੀ ਆਈ, ਗੱਲਾਂ ਵੀ ਆਈ ਕਰਦਾ। ਮੁੱਢ ਤੋਂ ਲੈ ਕੇ ਮੈਂ ਹਮੇਸ਼ਾ ਅਨਕੰਸ਼ੀਅਸ ਸੈਲਫ ਦੇ ਵਿੱਚੋਂ ਬੋਲਦਾ। ਪਰ ਮੈਂ ਜਿੰਨੇ ਜੋਗਾ, ਮੇਰੀ 60 ਸਾਲ ਤੋਂ ਇਹਦੇ ਤੇ ਤਿਆਰੀ, 60 ਸਾਲ ਲਗਾਤਾਰ ਪੜ੍ਹਿਆ। ਜਿੰਨੇ ਮੈਂ ਵੱਧ ਤੋਂ ਵੱਧ ਵਰਲਡ ਦੀਆਂ ਚੀਜ਼ਾਂ ਪੜ੍ਹ ਸਕਿਆ, ਉਹ ਸਟੱਡੀ ਕੀਤੀਆਂ ਨੇ। ਉਹ ਮੇਰੇ ਕੰਮ ਦੇ ਵਿੱਚ ਵੀ ਤੁਹਾਨੂੰ ਦਿਸਣਗੀਆਂ। ਉਹ ਵਿਦਿਆਰਥੀ ਵੀ ਮੇਰੇ ਨਾਲ ਜੁੜ ਰਹੇ ਨੇ, ਯੂਟਿਊਬਾਂ ਸੁਣ ਕੇ ਵੀ ਉੱਥੇ ਅਕੈਡਮੀ 'ਚ ਵੀ ਬਹੁਤ ਗਏ ਨੇ। ਉਹ ਉੱਥੇ ਦੱਸਦੇ ਵੀ ਨੇ ਵੀ ਅਸੀਂ ਤੁਹਾਡੀਆਂ ਯੂਟਿਊਬਾਂ ਸੁਣ ਕੇ ਆਏ ਹਾਂ। ਕਿਸੇ ਨੇ ਉੱਥੇ ਵੀ ਮੈਂ ਕੋਈ ਦਰੈਤ ਕੀਤੀ ਹੋਵੇ, ਕਿਸੇ ਤੇ ਅਟੈਕ ਕੀਤਾ ਹੋਵੇ, ਕੋਈ ਦੱਸੇ। ਸਿਆਸਤ ਤੇ ਕੀਤੇ ਹੋਣਗੇ। ਸਿਆਸਤ ਤੇ ਕਰਨ ਦਾ ਅਧਿਕਾਰ ਆਦਮੀ ਨੂੰ, ਜਿਹੜੀ ਆਦਮੀ ਨਾਲ ਨਿਆਂ ਨਹੀਂ ਕਰਦੀ। ਸੋ ਮੈਂ ਇਹ ਗੱਲਾਂ ਲਗਭਗ ਮੋਰਚੇ ਦੇ ਬਾਰੇ ਬਹੁਤ ਕੁਝ ਦੱਸ ਦਿੱਤਾ। ਤੁਸੀਂ ਆਪ ਫੈਸਲਾ ਕਰਨਾ। ਤੁਸੀਂ ਬਹੁਤ ਸਿਆਣੇ ਹੋ, ਸਾਰੇ ਦੇ ਸਾਰੇ ਬਹੁਤ ਹੀ ਸਮਝਦਾਰ ਹੋ। ਤੁਸੀਂ ਉਹ ਫੈਸਲਾ ਕਰੋ ਕਿ ਤੁਹਾਨੂੰ ਮੁੜ ਕੇ ਪਛਤਾਉਣਾ ਨਾ ਪਵੇ। ਤੁਹਾਨੂੰ ਚਾਹ ਹੀ ਚਾਹ ਹੋਵੇ ਕਿ ਅਸੀਂ ਕਿੰਨਾ ਸੋਹਣਾ ਫੈਸਲਾ, ਕਿ ਅਸੀਂ ਕਿੱਥੇ ਪਹੁੰਚ ਗਏ। ਅਸੀਂ ਕਿੱਥੇ ਸੀ? 47 ਤੋਂ ਬਾਅਦ ਇੱਕਦਮ ਸਾਰੇ ਲੀਡਰਾਂ ਨੂੰ ਇਹ ਫਿਕਰ ਹੋ ਗਿਆ ਕਿ ਸਿੱਖਾਂ ਨੂੰ ਕਿਵੇਂ ਘੁੱਟ ਲਈਏ। ਐਨਰਜੀ ਹੋਈ ਇਹਦੇ ਤੇ ਲੱਗੀ, ਸਾਰੀ ਦੀ ਸਾਰੀ ਐਨਰਜੀ। ਜੇ ਸਿੱਖਾਂ ਨੂੰ ਘੁੱਟਦੇ ਨਾ, ਬਹੁਤ ਤਰੱਕੀ ਹੋ ਜਾਣੀ ਸੀ। ਹੁਣ ਤੱਕ ਕੁਛ ਹੋਰ ਹੀ ਹੋ ਜਾਣੀ ਸੀ, ਹੋਰ ਹੀ ਹੁੰਦੇ ਅਸੀਂ ਕੁਛ। ਉਹ ਪ੍ਰੈਜੂਡਿਸ ਵਧੀ ਗਿਆ, ਬੈਰ ਵਧੀ ਗਿਆ, ਤਰੱਕੀ ਘਟੀ ਗਈ। ਹੌਲੀ ਹੌਲੀ ਜਿਹੜੇ ਸਿਆਸੀ ਬੰਦੇ ਸੀ, ਵੋਟ ਬੈਂਕ ਬਣਾ ਲਿਆ। ਪੰਜਾਬ ਦੇ ਵਿੱਚ ਵੀ 4 ਸਿੱਖਾਂ ਨੂੰ ਮਾਰਿਆ, ਸਖਤ ਜਿਹਾ ਪੁਲਿਸ ਦਾ ਅਫਸਰ ਲਾਇਆ, ਸਿੱਖਾਂ ਤੇ ਸਕੰਜਾ ਚੜਾਇਆ ਪ੍ਰੈਜੂਡਿਸ ਬੰਦਿਆਂ ਦੀਆਂ ਵੋਟਾਂ ਲਈ। ਮੇਰਾ ਖਿਆਲ ਆ ਵੀ ਐਕਤੀ ਤਿੱਤਰਾਂ ਵਾਲੀ ਧੰਦਾਲ ਨਹੀਂ ਚੱਲਣੀ। ਮੇਰਾ ਯਕੀਨ ਹੈ ਕਿ ਐਕਤੀ ਹਿੰਦੂ ਭਰਾ ਗਲਤੀ ਨਹੀਂ ਕਰੇਗਾ। ਉਹ ਸਿਆਣਾ ਹੋ ਕੇ ਚੱਲੂਗਾ ਬਹੁਤ ਜ਼ਿਆਦਾ, ਕਿ ਤੁਹਾਡਾ ਸ਼ਿਕਾਰ ਕਰ ਲਵੇ ਬੰਦਾ ਤੁਹਾਡੇ ਪ੍ਰੈਜੂਡਿਸ ਚ, ਤੇ ਤੁਹਾਨੂੰ ਮੁੜ ਕੇ ਡਾਂਗਾ ਨਾਲ ਬਾਹੇ, ਤੁਹਾਡੇ ਤੇ ਆਪ ਹੀ ਰਾਜ ਕਰੇ, ਤੁਹਾਨੂੰ ਉਜਾੜੇ ਵੀ। ਇਹ ਸੋਚ ਕੇ ਮੇਰਾ ਯਕੀਨ ਹੈ ਪਹਿਲੀ ਵਾਰੀ ਐਕਟੀ ਵੋਟਰ ਇਹ ਫੈਸਲੇ ਲਊਗਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਵੱਲ ਜਾਈਏ, ਮੁਹੱਬਤ ਵਧੇ, ਵਿਤਕਰਾ ਦੂਰ ਹੋਵੇ, ਬੈਰ ਘਟੇ, ਸੁਹਿਰਦਤਾ ਆਵੇ, ਤੇ ਜਿਹੜੀ ਸੰਗਤ ਆ ਜਿੰਨੀ ਵੱਡੀ ਹੋਵੇ, ਵੱਡੀ ਖੁਸ਼ੀ ਹੋਵੇ, ਦੁੱਖ ਹੋਵੇ ਸਾਰਿਆਂ ਦਾ ਸਾਂਝਾ ਹੋਵੇ, ਇਕੱਲੇ ਦੀ ਵੀ ਖੁਸ਼ੀ ਹੋਵੇ। ਇਹੋ ਜਿਹਾ ਸੀ ਸਮਾਜ ਆ ਜਿਹੜਾ ਘੱਟ ਤੋਂ ਘੱਟ ਮੇਰੇ ਮਾਈਂਡ ਵਿੱਚ ਹੈ। ਮੈਨੂੰ ਕੋਈ ਇਹ ਸੁਪਨੇ ਵੀ ਨਹੀਂ ਹੈਗੇ। ਇਹ ਇੰਡੀਆ ਦੇ ਵਿੱਚ ਹੈ, ਇਹ ਇੰਡੀਆ 'ਚ ਗੁਰੂਆਂ ਨੇ ਪੈਦਾ ਕਰਕੇ ਦਿਖਾਇਆ। ਤੁਸੀਂ ਗੁਰੂਆਂ ਮਗਰ ਨਾ ਲੱਗੋ, ਆਪਣੀ ਤਰ੍ਹਾਂ ਨਾ ਕਰ ਲਓ, ਕਰੋ ਤਾਂ ਸਹੀ, ਕਰਕੇ ਤੇ ਦਿਖਾਓ। ਅਸੀਂ ਤੁਹਾਡੇ ਮਗਰ ਹਾਂ, ਤੁਹਾਡੀ ਮਦਦ ਕਰਾਂਗੇ। ਸਿੱਖਾਂ ਦੇ ਉੱਤੇ ਕਹਿਰ ਨਾ ਚਲਾਓ, ਉਹਨਾਂ ਨਾਲ ਜ਼ੁਲਮ ਨਾ ਕਰੋ। ਤੁਹਾਡੇ ਭਰਾ ਨੇ ਲੰਗਰ ਵੀ ਲਾਇਆ ਹੋਇਆ, ਤੁਹਾਡੀ ਸੇਵਾ ਵੀ ਕਰਦੇ ਨੇ, ਫਿਰ ਉਹੀ ਜੇਲ੍ਹਾਂ 'ਚ। ਤੇ ਜੇ ਇਹ ਜੇਲ੍ਹਾਂ 'ਚ ਆ ਗਏ, ਇਹ ਮੁੰਡਿਆਂ ਮਾਰ ਕੇ 76 ਮੋਰਚੇ ਵਾਲਿਆਂ ਨੂੰ ਭਜਾ ਦੇਣਗੇ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, ਉਹਨਾਂ ਨੂੰ ਇਹੀ ਪਤਾ ਕਿ ਇਹੀ ਰੜਕਦੇ, ਇਹਨਾਂ ਨੂੰ ਕਿਉਂ ਸੁੱਟਦੇ ਨੇ? ਜੇ ਤੁਸੀਂ ਇੰਨੇ ਕੀਮਤੀ ਹੋ, ਤੁਹਾਨੂੰ ਵੀ ਸਿੱਟਣ। ਇਹਨਾਂ ਤੇ ਹਮਲਾ ਕਿਉਂ ਹੁੰਦਾ? ਘੱਟ ਤੋਂ ਘੱਟ ਇਹਨਾਂ ਤਾਂ ਆਪਦੇ ਲਈ ਉਹ ਸਮਝ ਲੈਣਾ ਚਾਹੀਦਾ। ਸੋ ਮੈਂ ਇੰਨੀਆਂ ਗੱਲਾਂ ਕਹਿ ਕੇ ਸਰਦਾਰ ਗੁਰਦੀਪ ਸਿੰਘ ਜੀ ਨੂੰ ਅੱਗੇ ਸਵਾਲ ਕਰਦਾ, ਕਿਉਂਕਿ ਮੈਂ ਤੇ ਲਗਭਗ ਆਪਣੇ ਜਿਹੜੇ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕਰਨੇ ਸੀ ਉਹ ਕਰ ਲਏ ਨੇ। ਕੋਈ ਹੋਰ ਗੱਲ ਉਹਨਾਂ ਨੇ ਕਹਿਣੀ ਹੈ ਉਹ ਮੈਨੂੰ ਦੱਸ ਸਕਦੇ ਨੇ। ਸਰਦਾਰ ਆਪਣੇ
ਗੁਰਦੀਪ ਸਿੰਘ ਜੀ, ਬੋਲੋ ਜੀ। ਹਾਂਜੀ ਡਾਕਟਰ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਮੇਰਾ ਫਿਰ ਵੀ ਦੁਬਾਰਾ ਮੁੜ ਕੇ ਜਿਹੜਾ ਮੇਰਾ ਫੋਕਸ ਹੈ ਉਸੇ ਚੀਜ਼ ਦੇ ਉੱਪਰ ਆ ਰਿਹਾ ਜੀ, ਕਿ ਕਿੱਦਾਂ ਕਿਸਾਨਾਂ ਕੋਲ ਇੱਕ ਇੰਟੈਲੈਕਚੁਅਲ ਵਿੰਗ ਹੋਣਾ ਚਾਹੀਦਾ ਹੈ ਜਿਹਨੂੰ ਪ੍ਰੋਪਰ ਜਾਣਕਾਰੀ ਹੋਵੇ ਇਹਨਾਂ ਚੀਜ਼ਾਂ ਦੀ, ਇਹਨਾਂ ਲਾਜ਼ ਦੀ, ਇਹਨਾਂ ਐਕਟਸ ਦੀ, ਔਰ ਉਹ ਆਪਣੀ ਗੱਲ ਅੱਗੇ ਤੱਕ ਪਹੁੰਚਾ ਸਕਣ, ਲੋਕਾਂ ਨੂੰ ਫੀਲ ਕਰਵਾ ਸਕਣ। ਮੈਨੂੰ ਉਹ ਕਿਤੇ ਨਾ ਕਿਤੇ ਉਹ ਜਿਹੜਾ ਬ੍ਰਿਜ ਹੈ ਉਹ ਬ੍ਰੀਚ ਹੋ ਜਾਂਦਾ ਹੈ, ਕਿ ਜਦੋਂ ਸੱਚਾ ਬੰਦਾ ਵੀ ਵਿਚਾਰਾ ਉੱਥੇ ਬੈਠਾ ਹੁੰਦਾ ਉਹਨਾਂ ਦੇ ਨਾਲ, ਆਪਣੇ ਐਂਕਰਸ ਦੇ ਨਾਲ ਪੁੱਛਤਾ ਹੈ ਬਾਤ ਕਰਕੇ, ਜਿੱਦਾਂ ਕੋਈ ਹੋਰ ਵੀ ਕਈ ਏਦਾਂ ਦੇ ਲਾਈਕ ਹਾਸੋਹੀਣੇ ਜੇ ਐਂਕਰ ਨੇ, ਉਹ ਬੁੱਧੂ ਜਿਹਾ ਬਣਾ ਦਿੰਦੇ ਉਹ ਸੱਚੇ ਬੰਦੇ ਨੂੰ ਵੀ। ਕਈ ਵਾਰ ਕਹਿ ਦਿੰਦੇ ਨੇ ਕਿ ਕਿਸਾਨ ਅੰਨਦਾਤਾ ਕਿਵੇਂ ਆ। ਮੈਂ ਕਈ ਇੰਟਰਵਿਊ ਦੇਖੀਆਂ ਨੇ, ਉਹ ਜਵਲੀਆਂ ਜਿਹਾ ਮਾਰਦੇ ਹੁੰਦੇ ਨੇ ਜਿਹੜੇ ਇਹ ਬੀਜੇਪੀ ਦੇ ਕਈ ਲੀਡਰ ਹੁੰਦੇ ਨੇ, ਉਹ ਕਹਿੰਦੇ ਨੇ ਕਿਸਾਨ ਅੰਨਦਾਤਾ ਹੈ ਹੀ ਨਹੀਂ, ਕਿਉਂਕਿ ਕਿਸਾਨ ਤਾਂ ਆਪਣਾ ਵੇਚਦਾ ਹੈ, ਆਪਣੀ ਕਣਕ ਵੇਚਦੀ, ਆਪਣੀ ਫਸਲ ਵੇਚਦੀ, ਤਾਂ ਦਾਤਾ ਕਿੱਦਾਂ ਹੋ ਗਿਆ ਵਿੱਚ। ਮੈਂ ਉਹ ਇੱਕ ਵਿੱਚ ਹੋਰ ਸੀ ਲੁਧਿਆਣੇ ਦਾ, ਉਹ ਗੰਜਾ ਜਿਹਾ ਸੀਗਾ ਕੋਈ, ਉਹ ਕਹਿੰਦਾ ਮੈਂ ਜਾਕਟ ਦਾਤਾ, ਉਹ ਕਹਿੰਦਾ ਮੈਂ ਜਾਕਟ ਵੇਚਦਾ, ਮੈਂ ਜੈਕਟ ਦਾਤਾ। ਇਹਦੇ ਵਿੱਚ ਹੁਣ ਕੀ ਹੈ ਕਿ ਦੇਖੋ, ਜਦੋਂ ਤੂੰ ਜੈਕਟ ਵੇਚਦਾ ਹੈ ਉਦੋਂ ਤੂੰ ਕਿੰਨੀ ਕੁ ਵਾਰ ਠੰਡੇ ਪਾਣੀਆਂ ਦੇ ਵਿੱਚ ਕਈ ਲੈ ਕੇ ਤੁਰਨਾ। ਜਦੋਂ ਤੂੰ ਜੈਕਟ ਵੇਚਦਾ ਤੂੰ ਕਿੰਨੇ ਕੁ ਸੱਪ ਮਾਰਦਾ। ਜਿਹੜੀ ਇਹ ਡਿਵੋਸ਼ਨ ਵੀ ਤਾਂ ਦੇਖਣੀ ਪੈਣੀ ਹੈ ਨਾ, ਉਹ ਕਿੱਦਾਂ ਦਾਤਾ ਕਿੱਦਾਂ ਕਿਹਾ ਜਾਂਦਾ ਉਹਨੂੰ, ਚਾਹੇ ਕਿ ਉਹਦਾ ਇਹ ਵਪਾਰ ਹੈ ਇੱਕ ਤਰ੍ਹਾਂ ਵਣਜ ਹੈ ਉਹਦਾ, ਪਰ ਫਿਰ ਵੀ ਉਹ ਦਾਤਾ ਕਿਵੇਂ ਹੈ। ਤਾਂ ਉਹ ਰਿਸਪੈਕਟ ਜਿਹੜੀ ਹੈ ਕਿਸਾਨ ਦੀ ਜਿਹੜੀ ਆ ਉਹ ਹੋਰ ਹੋਣੀ ਲੋਕਾਂ ਦੇ ਵਿੱਚ ਜਿਹੜੀ ਜ਼ਰੂਰੀ ਹੈ, ਤਾਂ ਕਿ ਉਹ ਇਸ ਅੰਦੋਲਨ ਦੇ ਨਾਲ ਘਰ ਬੈਠੇ ਹੀ ਫਿਰ ਆਪਣੇ ਫੀਲਿੰਗਸ ਦੇ ਨਾਲ ਜਾਂ ਸਾਈਕੋਲੋਜੀਕਲੀ ਇਹਦੇ ਨਾਲ ਜੁੜ ਸਕਣ। ਡਾਕਟਰ ਸਾਹਿਬ, ਮੈਂ ਇੰਨੀ ਕੁ ਗੱਲ ਇੱਧਰੋਂ ਕਰਨੀ ਸੀ। ਹੁਣ ਮੈਂ ਦੁਬਾਰਾ ਤੁਹਾਨੂੰ ਕਹੂੰਗਾ ਕਿ ਜੇਕਰ ਤੁਸੀਂ ਫਿਰ ਉਹ ਆਪਣੇ academia.edu ਜਿਹਦੇ ਵਿੱਚ 15 ਕਰੋੜ ਤੋਂ ਲੈ ਕੇ ਅੱਜ ਕੱਲ੍ਹ ਜ਼ਿਆਦਾ ਪੇਪਰ ਪਏ ਹੋਏ ਨੇ, ਇੰਨੀ ਜ਼ਿਆਦਾ ਜਾਣਕਾਰੀ ਦਾ ਸੋਮਾ ਸਰੋਤ ਉੱਥੇ ਪਿਆ ਹੈ, ਜਿਹੜੀ ਇਹਦੀ ਆਪਣੇ ਲੋਕਾਂ ਦੀ, ਸਪੈਸ਼ਲੀ ਜਿਹੜੇ ਕਿਸਾਨ ਭਰਾ ਨੇ, ਉਹਨਾਂ ਦਾ ਕੋਈ ਇੰਟੈਲੈਕਚੁਅਲ ਵਿੰਗ ਹੋਵੇ, ਉਹਨਾਂ ਨੂੰ ਨਵੇਂ ਪਰਸਪੈਕਟਿਵ ਜਿਹੜੇ ਦੇ ਸਕਦੇ ਨੇ। ਕਿੱਦਾਂ ਨਾਲ ਤੁਸੀਂ ਉਹਨੂੰ ਕੋਰਿਲੇਟ ਕਰੋਗੇ ਇਸ ਦੇ ਨਾਲ? ਉਹਦੇ ਵਿੱਚ ਮੈਂ ਬੇਨਤੀ ਕਰਦਾ, ਮੈਂ ਤੁਹਾਡੇ ਨਾਲ ਇਕੱਲਾ ਬੰਦਾ ਗੱਲ ਕਰ ਰਿਹਾ, ਹੋਰ ਕਿਸੇ ਨੇ ਨਹੀਂ ਕੀਤੀ ਹੋਣੀ ਕਦੇ। ਮੈਂ ਯੂਨੀਵਰਸਿਟੀ 'ਚ ਪੜ੍ਹਾਇਆ, ਕਾਲਜ ਵੀ। ਹਰ ਬੰਦਾ ਜਿਹੜਾ ਯੂਨੀਵਰਸਿਟੀ ਦਾ ਬਹੁਤ ਨਜਾਇਜ਼ ਫਾਇਦਾ ਲੈਂਦਾ, ਉਹ ਬਹੁਤ ਮੁਸ਼ਕਲ ਨਾਲ ਉੱਥੇ ਲੱਗਦਾ। ਜਦੋਂ ਪ੍ਰੋਫੈਸਰ ਬਣ ਜਾਂਦਾ, ਉਹ ਖੁਦ ਨੂੰ ਜੀਨੀਅਸ ਬਣਾ ਕੇ ਰਿਪਰੈਜ਼ੈਂਟ ਕਰਦਾ। ਤੁਸੀਂ ਇਹ ਸੋਚ ਕੇ ਦੇਖੋ ਕਿ ਇੰਟੈਲੈਕਚੁਅਲ ਨੇ, ਜਿਹਦੇ ਵਿੱਚ ਮੈਨੂੰ ਵੀ ਖੁਦ ਸ਼ਾਮਲ ਕਰ ਲਓ, ਕਿੰਨਾ ਨੁਕਸਾਨ ਕੀਤਾ ਹੁਣ ਤੱਕ, ਕਿ ਉਹਨਾਂ ਨੇ ਕੋਈ ਸੇਧ ਤਾਂ ਕੀ ਦੇਣੀ ਸੀ ਕਿ ਕਿਸਾਨ ਸਹਿਜ ਸੁਭਾਅ ਉੱਠਿਆ। ਜਾਗਰਤੀ ਤਾਂ ਉਹਨਾਂ ਲੋਕਾਂ ਵੱਲੋਂ ਆਈ ਹੈ ਜਿਹੜੇ ਇਲਮ ਨੂੰ ਕੋਈ ਦਾਅਵਾ ਹੀ ਨਹੀਂ ਕਰਦੇ, ਇਲਮ ਦਾ, ਭਾਵੇਂ ਪੜ੍ਹੇ ਵੀ ਹੋਣ, ਹੁੰਦਿਆਂ ਮਾਣ ਹੋਏ, ਨਤਾਣਾ ਵਾਲੇ ਨੇ ਉਹ। ਬਾਕੀ ਅੰਨਦਾਤਾ ਉਹ ਇਸ ਤਰ੍ਹਾਂ, ਇੱਕ ਤਾਂ ਜਿਹੜੀ ਧਰਤੀ ਦੇ ਨਾਲ ਸਿੱਧੀ ਤੁਸੀਂ ਕਮਾਈ ਕਰਦੇ ਹੋ, ਉਹ ਸ਼ੋਰ ਨਹੀਂ ਹੈਗੀ। ਉਹ ਫੇਰ ਵੀ ਸਦੀਆਂ ਤੋਂ ਲੈ ਕੇ ਵਪਾਰੀ ਬੰਦੇ ਕਦੇ ਕੋਈ ਫੈਕਟਰੀ ਖੋਲਦੇ ਨੇ, ਕੋਈ ਕੰਮ ਸ਼ੁਰੂ ਕਰ ਲੈਂਦੇ ਨੇ, ਦੁਕਾਨ ਬਦਲਦੇ ਨੇ। ਉਹ ਕਮਿਟਡ ਆਪਦੇ ਕੰਮ, ਉਹ ਵਾਧੇ ਘਾਟੇ ਤੋਂ ਉੱਪਰ ਦੀ ਉਹਦੀ ਸੋਚ ਹੈ, ਇਹਦੇ ਉੱਤੇ ਉਹਦੀ ਡੈਡੀਕੇਸ਼ਨ। ਅਗਲੀ ਚੀਜ਼ ਦਾ ਉਹਦਾ ਮੁੱਲ ਉਹਨੇ ਆਪ ਨਹੀਂ ਲੈਣਾ, ਉਹਦਾ ਮੁੱਲ ਤੁਹਾਡੇ ਹੱਥ 'ਚ ਆ। ਉਹ ਫੇਰ ਵੀ ਪੈਦਾ ਕਰਕੇ ਦੇਈ ਜਾਂਦਾ, ਪਰ ਇਹਦੇ ਵਿੱਚ ਇਹ ਜਿਹੜੀ ਨੁਕਸਾਨ ਹੋਇਆ, ਇੱਥੋਂ ਤੱਕ ਪਹੁੰਚ ਗਿਆ, ਇੰਟੈਲੈਕਚੁਅਲ ਕਰਕੇ ਪਹੁੰਚਿਆ। ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਕਿ ਜ਼ਿੰਮੇਵਾਰੀ ਤੋਂ ਪੜ੍ਹਿਆ ਲਿਖਿਆ ਵਰਗ ਭੱਜਿਆ ਹੋਇਆ। ਕਿਸਾਨ ਤਾਂ ਉਦੋਂ ਉੱਠਿਆ ਜਦੋਂ ਉਹਦੇ ਕੰਢੀ ਨੂੰ ਹੱਥ ਪੈ ਗਿਆ, ਜਦੋਂ ਉਹਦੇ ਕੋਲੋਂ ਆਖਰੀ ਚੀਜ਼ ਵੀ ਜਾਣ ਲੱਗੀ, ਸਾਰੇ ਲੋਕ ਉੱਠ ਖੜੇ। ਕੰਸ਼ੀਅਸਨੈਸ ਤੇ ਬਹੁਤ ਵੱਡੀ ਆ, ਪਰ ਇੰਟੈਲੈਕਚੁਅਲ ਦਾ ਕੰਮ ਇਹ ਹੁੰਦਾ ਹੈ ਕਿ ਉਹ ਪਹਿਲਾਂ ਹੀ ਉਹ ਜਾਗਰਤੀ ਲੈ ਕੇ ਆਵੇ, ਜਿਹੜੀ ਕਿਸੇ ਵੇਲੇ ਜੇ ਨਹੀਂ ਆਉਂਦੀ ਤਾਂ ਸਾਡਾ ਇੱਥੇ ਤੱਕ ਨੁਕਸਾਨ ਕਰ ਦੂ ਜਿਹੜਾ ਅੱਜ ਹੋ ਰਿਹਾ। ਉਹਦਾ ਕਾਰਨ ਇਹ ਆ, ਮੈਂ ਕੋਈ ਹੰਕਾਰ, ਆਵਾਜ਼ ਬੰਦ ਹੋ ਰਹੀ ਤੁਹਾਡੀ ਵਿੱਚ। ਹਾਂਜੀ, ਮੈਂ ਕੋਈ ਬੇਇੱਜ਼ਤੀ ਨਹੀਂ ਕਰ ਰਿਹਾ। ਮੈਂ ਯੂਨੀਵਰਸਿਟੀ ਦੇ ਵਿੱਚ ਇੱਕ ਵੀ ਬੰਦਾ ਨਹੀਂ ਦੇਖਿਆ
ਜਿਹਨੇ ਹਰਿੰਦਰ ਨੂੰ ਸਮਝਿਆ ਹੋਵੇ, ਪੂਰਨ ਸਿੰਘ ਨੂੰ ਸਮਝਿਆ ਹੋਵੇ, ਜਿਹੜੇ ਵਰਲਡ ਦੇ ਵਿੱਚ ਜਾ ਚੁੱਕੇ। ਜਿਹੜੀ ਵੱਡੀ ਜ਼ਿੰਮੇਵਾਰ ਬੰਦਿਆਂ ਵੱਲੋਂ ਮਾਰ ਖਾਧੀ ਹੈ, ਉਹ ਖਾਧੀ ਹੈ ਇੰਟੈਲੈਕਚੁਅਲਸ ਵੱਲੋਂ। ਇੰਟੈਲੈਕਚੁਅਲਸ ਦੇ ਉੱਤੇ ਸੂਫੀਜ਼ਮ ਦੇ ਵਿੱਚ ਬਹੁਤ ਜ਼ਿਆਦਾ ਲਿਖਿਆ ਹੈ। ਜਿਹੜਾ ਇੰਟੈਲੈਕਟ ਦੀਨ ਨੂੰ ਸਮਰਪਣ ਨਹੀਂ, ਜਿਹਦੇ ਵਿੱਚੋਂ ਨਫਸ ਨਹੀਂ ਮਰਿਆ, ਉਹ ਸ਼ੈਤਾਨ ਮੰਨਿਆ। ਜਿਹੜਾ ਕਿ ਦੀਨ ਦਾ, ਲਾਈਫ ਦਾ ਦੁਸ਼ਮਣ ਆ, ਉਹੀ ਇੰਟੈਲੈਕਚੁਅਲ ਸਿਸਟਮ ਸਾਡੇ ਚੱਲਿਆ। ਤੇ ਜੀਨੀਅਸ ਨੂੰ ਪੜ੍ਹਨ ਦੀ ਕਿਸੇ ਨੇ ਲੋੜ ਨਹੀਂ ਮੰਨੀ ਨਾ। ਜਿੱਥੋਂ ਤੱਕ ਮੇਰੇ ਨੋਟਿਸ 'ਚ ਹੈ, ਮੈਂ ਕੋਈ ਹੰਕਾਰਨਾ ਨਹੀਂ ਕਹਿ ਰਿਹਾ, ਸਾਰੇ ਬੰਦਿਆਂ ਨੂੰ, ਜਿੰਨਿਆਂ ਨੂੰ ਮੈਂ ਜਾਣਦਾ, ਜਿੰਨਿਆਂ ਨਾਲ ਮੇਰਾ ਬਾਹ ਪਿਆ, ਦਾਅਵੇ ਤਾਂ ਬਹੁਤ ਵੱਡੇ ਸੀ ਉਹਨਾਂ ਦੇ, ਵੀ ਜਿਵੇਂ ਅਸੀਂ, ਸਾਡੇ ਜਿੰਨਾ ਕੋਈ ਸਮਝਦਾ ਹੀ ਨਹੀਂ, ਨਾ ਸਾਡੇ ਵਰਗਾ ਕੋਈ ਮੈਰਿਟ ਬਣਾ ਸਕਦਾ ਉਹਨਾਂ ਦੇ ਉੱਤੇ ਬੋਲਣ ਵਾਲਿਆਂ ਦੀ। ਪਰ ਦੁੱਖ ਦੀ ਗੱਲ ਇਹ ਹੈ ਵੀ ਕੰਮ ਕੋਈ ਕਿਸੇ ਦਾ ਹੈ ਹੀ ਨਹੀਂ। ਦੱਸੋ ਕਿਹਦਾ? ਜੇ ਕੰਮ ਹੋਵੇ, ਇੰਨੇ ਬੰਦੇ ਰਲ ਕੇ ਜਾਣ, ਉਹਨਾਂ ਦਾ ਅੱਗੇ ਅਸਰ ਰਸੂਖ ਬਣੇ ਦੁਨੀਆ 'ਚ, ਐਡੀ ਦੁਨੀਆ ਦਾ ਹੁੰਗਾਰਾ ਜਦੋਂ ਆਵੇ, ਸਾਡੇ ਆਪਣੇ ਲੋਕਾਂ ਦੇ ਵਿੱਚੋਂ ਕਨਸ਼ੀਅਸਨੈਸ ਆਵੇ, ਜਦੋਂ ਦੁਨੀਆ ਨੂੰ ਚੀਜ਼ ਵਧੀਆ ਲੱਗੂ, ਸਾਡੇ ਬੱਚੇ ਵੀ ਉਹਨੂੰ ਅਪਣਾਉਣਗੇ। ਸਾਡੇ ਬੱਚਿਆਂ 'ਚ ਵੀ ਇਹ ਰਹਿਣੀ ਬਹਿਣੀ ਤਾਂ ਹੀ ਗਈ ਕਿਉਂਕਿ ਅਸੀਂ ਉਹ ਚੀਜ਼ ਸੀ ਜਿਹੜੀ ਉਹਨਾਂ ਦੀ ਸਾਈਕ ਦੇ ਵਿੱਚ ਨਹੀਂ ਲਿਆ ਸਕੇ। ਜਿਹੜੇ ਬੰਦੇ ਲਿਆ ਸਕਦੇ ਨੇ, ਉਹਨਾਂ ਦੇ ਲਈ ਅਸੀਂ ਉਸ ਤਰ੍ਹਾਂ ਦਾ ਰਿਆਜ਼ ਨਹੀਂ ਕੀਤਾ, ਉਸ ਤਰ੍ਹਾਂ ਦੀ ਸਟੱਡੀ ਨਹੀਂ ਕੀਤੀ ਕਿ ਉਹ ਸਾਡੇ ਸੁਭਾਅ ਦੇ ਵਿੱਚ, ਸਾਡੇ ਐਕਸਪ੍ਰੈਸ਼ਨ ਦੇ ਵਿੱਚ ਆ ਸਕਣ। ਉਹਨਾਂ ਦੇ ਨਾਂ ਵਰਤੇ ਗਏ, ਉਹਨਾਂ ਦੀ ਇੱਕ ਅੱਧੀ ਚੀਜ਼ ਲੈ ਕੇ ਉਹਨੂੰ ਵਰਤ ਲਿਆ, ਪਰ ਇੱਕ ਟੋਟਲ ਜੀਨੀਅਸ ਦਾ ਵਿਜ਼ਨ ਹੁੰਦਾ, ਉਹਦੇ ਪੈਰਲਲ ਜਾ ਕੇ ਤੁਸੀਂ ਆਪਦੇ ਖਿਆਲ ਦਿਓ। ਇਹ ਵੀ ਨਹੀਂ ਕਿ ਅਸੀਂ ਕਿਸੇ ਦੀ ਖੁਸ਼ਾਮਦ ਕਰਨੀ ਹੈ, ਪਰ ਉਹ ਗਰਾਊਂਡ ਤੱਕ ਤਾਂ ਪਹੁੰਚੋ। ਜਦੋਂ ਤੁਸੀਂ ਉਹ ਗਰਾਊਂਡ ਤੱਕ ਹੀ ਨਹੀਂ ਗਏ, ਸਾਡੀ ਗੱਲ ਦੀ ਵੈਲਿਊ ਹੀ ਨਹੀਂ ਕੋਈ। ਅਸੀਂ ਇੱਕ ਪ੍ਰੋਫੈਸ਼ਨ ਦੇ ਜ਼ੋਰ ਨਾਲ ਜਿੱਥੇ ਲੱਗੇ ਹੋਏ ਆ, ਸਾਨੂੰ ਕੋਈ ਹਿਲਾ ਨਹੀਂ ਸਕਦਾ। ਇੰਟੈਲੈਕਚੁਅਲਸ ਨੇ ਨਾ, ਦਾਅਵਾ ਤਾਂ ਇਹਨਾਂ ਨੇ ਬਹੁਤ ਵੱਡੇ ਕੀਤੇ ਸਿੱਖਿਆ ਦੇਣ ਦੇ ਹਰ ਥਾਂ ਦੇ ਉੱਤੇ, ਪਰ ਜਿੰਨਾ ਰਿਆਜ਼ ਚਾਹੀਦਾ ਸੀ ਨਾ ਤਾਂ ਉਹ ਸੁਹਿਰਦਤਾ ਸੀ। ਕੋਈ ਕੰਮ ਕਰਦਾ ਬੰਦਾ, ਹੁਣ ਮੈਂ ਤੁਹਾਨੂੰ ਦੱਸਦਾ, ਚੱਲ ਮੇਰਾ ਕੰਮ ਮੰਨ ਲਓ ਠੀਕ ਨਹੀਂ ਸੀ, ਮਤਲਬ ਉਹ 'ਚ ਕੋਈ ਘਾਟਾਂ ਸੀ, ਪਰ ਮੈਨੂੰ ਕਿਸੇ ਨੇ ਇਹ ਵੀ ਨਹੀਂ ਕਿਹਾ ਵੀ ਜੋ ਕੁਛ ਤੂੰ ਕਰ ਲਿਆ ਇਹ ਬਹੁਤ ਵੱਡੀ ਗੱਲ ਆ, ਅੱਗੇ ਅਸੀਂ ਆਪਾਂ ਹੋਰ ਯਤਨ ਕਰਦੇ ਹਾਂ, ਸਾਡੀ ਮਦਦ ਦੀ ਲੋੜ ਦੱਸੋ। ਜਾਣੀ ਜਿਵੇਂ ਕਿਸੇ ਨੂੰ ਬੰਦ ਕਰਕੇ ਜੋ ਕੁਝ ਆਪਦੇ ਕੋਲ ਹੈ ਉਸੇ ਨੂੰ ਲੋਕਾਂ 'ਚ ਲਿਆ ਕੇ ਉਸੇ ਤੇ ਜ਼ੋਰ ਦਿੱਤਾ। ਉਹ ਕਾਰਨ ਇਹ ਸੀ ਕਿ ਸਾਡਾ ਆਪਣਾ ਆਪ ਕਿਹਦੀ ਕੀ ਚੀਜ਼ ਹੈ, ਇਹ ਲੋਕਾਂ ਦਾ ਕੀ ਸਵਾਰੂਗਾ, ਫਿਰ ਜੀਨੀਅਸ ਆਉਣ ਦੀ ਕੀ ਲੋੜ ਹੈ। ਮੈਂ ਤੁਹਾਨੂੰ ਦੱਸਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਾਂ ਗੁਰੂ ਨਾਨਕ ਦੇ ਉੱਤੇ ਜਾਂ ਬਾਕੀ ਗੁਰੂਆਂ ਦੇ ਉੱਤੇ, ਜ਼ਫਰਨਾਮੇ ਦੇ ਵਿੱਚ ਮੁਗਲ ਕਿੰਗਸ ਦੇ ਉੱਤੇ, ਵਰਲਡ ਧਰਮ ਦੇ ਉੱਤੇ ਇੰਨਾ ਖੂਬਸੂਰਤ ਲਿਖਿਆ ਕਿ ਧਰਮਾਂ 'ਚ ਗਿਰਾਵਟ ਕਿਵੇਂ ਆਉਂਦੀ ਹੈ। ਕਿਸੇ ਦੀ ਸਟੱਡੀ ਨਹੀਂ, ਬਿਲਕੁਲ ਨਹੀਂ ਹੈਗੀ। ਜੋ ਸਟੱਡੀ ਹੋਵੇ ਗਾਂ ਆਪਦੇ ਤੌਰ ਤੇ ਉਹਨਾਂ ਦਾ ਐਕਸਪ੍ਰੈਸ਼ਨ ਉਹਦੇ ਹਾਣ ਦਾ ਹੋਊਗਾ। ਜਦੋਂ ਅੱਡ ਅੱਡ ਪਾਸੇ ਤੋਂ ਆਊਗਾ ਉਹਦੇ ਨਾਲ ਤਾਕਤ ਬਣੂਗੀ। ਇੱਕ ਬੰਦਾ ਕੀ ਕਰਦਾ, ਉਹਦਾ ਤਾਂ ਵਿਰੋਧ ਹੀ ਨਹੀਂ ਉੱਠਣ ਦਿੰਦਾ ਉਹਨੂੰ। ਬਾਕੀ ਬੰਦੇ ਨੇ ਜਿਹੜੇ ਵਿਰੋਧ ਵੀ ਕਰਦੇ ਨੇ ਉਹ ਜਰਦੇ ਵੀ ਨਹੀਂ ਹੈਗੇ। ਇਸ ਕਰਕੇ ਇਹ ਚੀਜ਼ ਨੇ ਸਾਨੂੰ ਮਾਰਿਆ ਨਾ। ਉਹਨਾਂ ਨੇ ਕਦੇ ਮਹਿਸੂਸ ਕੀਤਾ। ਮੈਨੂੰ ਪਤਾ, ਮੈਂ ਜਦੋਂ ਹਰਿੰਦਰ ਮਹਿਬੂਬ ਜਿਉਂਦਾ ਸੀ ਉਹਦੇ ਤੇ ਸੈਮੀਨਾਰ ਤੇ ਸੈਮੀਨਾਰ, ਕਦੇ ਉਹਨੂੰ ਚੰਡੀਗੜ੍ਹ ਸੱਦ ਲਿਆ, ਕਦੇ ਉਹਨੂੰ ਕਿਸੇ ਹੋਰ ਥਾਂ ਦੇ ਉੱਤੇ ਸੱਦ ਲਿਆ। ਚੰਡੀਗੜ੍ਹ ਹੀ ਬੜੇ ਸੈਮੀਨਾਰ ਹੋਏ ਨੇ, ਪਰ ਹੁਣ ਮਹਿਬੂਬ ਦੇ ਉੱਤੇ ਕਿਉਂ ਨਹੀਂ ਹੋ ਰਹੇ? ਉਹ ਬੰਦੇ ਜਿਹੜੇ ਉਦੋਂ ਅਰੇਂਜ ਕਰਦੇ ਸੀ ਉਹ ਕਿਹੜੇ ਜ਼ੋਰ ਨਾਲ ਕਰਦੇ ਸੀ? ਜਾਂ ਤਾਂ ਉਹ ਮਹਿਬੂਬ ਨੂੰ ਸੁਣ ਕੇ ਇਹ ਭੁਲੇਖਾ ਪਾਉਂਦੇ ਸੀ ਕਿ ਅਸੀਂ ਇਹਨੂੰ ਸਮਝਦੇ ਹਾਂ, ਪਰ ਜੇ ਸਮਝਿਆ ਹੋਵੇ ਉਹਨਾਂ ਦੀ ਕੋਈ ਦੇਣ ਚਾਹੀਦੀ। ਉਹਨਾਂ ਨੇ ਲਿਆਂਦਾ ਕੀ ਹੈ ਮਹਿਬੂਬ ਦਾ? ਇਹ ਤਾਂ ਅਸੀਂ ਪੁੱਛ ਸਕਦੇ ਹਾਂ ਪੂਰਨ ਸਿੰਘ ਦਾ ਕੀ ਲਿਆਂਦਾ? ਸਾਈਕੀ 'ਚ ਤਾਂ ਲਿਆਂਦਾ ਹੋਵੇ ਜਾਂ ਵਰਲਡ 'ਚ ਕਿਤੇ ਪਹੁੰਚਾਇਆ ਹੋਵੇ। ਘੱਟ ਤੋਂ ਘੱਟ ਤੂੰ ਇਹਦੇ, ਤੁਸੀਂ ਪ੍ਰੋਫੈਸਰ ਹੋ ਇੰਗਲਿਸ਼ ਦੇ, ਤੁਸੀਂ ਅਕੈਡਮੀ 'ਚ ਮੇਰਾ ਕੰਮ ਤੇ ਦੇਖਿਆ ਨੂੰ ਪਹੁੰਚਿਆ ਹੋਇਆ ਕਿ ਨਹੀਂ? ਉਹ ਹਾਈਲੀ ਸਾਈਟਡ ਪੇਪਰ ਵੀ ਨੇ, ਇਹਨਾਂ ਦੇ ਕਿਉਂ ਨਹੀਂ ਹੈਗੇ? ਇਹਨਾਂ ਨੂੰ ਵੀ ਉੱਥੇ ਕਰਨਾ ਚਾਹੀਦਾ। ਤੇ ਜੇ ਕੋਈ ਕਰਦਾ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ।
ਨਾ ਕਿ ਉਹਦਾ ਵਿਰੋਧ ਕੀਤਾ ਜਾਵੇ। ਬਿਲਕੁਲ। ਮੈਂ ਸੁਹਿਰਦਤਾ ਵੀ ਨਹੀਂ ਦੇਖੀ। ਮੈਂ ਵੀ ਨਹੀਂ ਕਹਿੰਦਾ ਵੀ ਮੇਰਾ ਕੰਮ ਫਾਈਨਲ ਆ, ਮੈਂ ਸਭ ਕੁਝ ਕਰਤਾ, ਪਰ ਸੁਹਿਰਦਤਾ ਤਾਂ ਹੋਵੇ ਜਾਂ ਆਪ ਕੁਝ ਕੀਤਾ ਹੋਵੇ ਉਹਦੇ ਬਰਾਬਰ ਦਾ। ਮੈਨੂੰ ਇੰਨਾ ਪਤਾ ਕਿ ਮੇਰੀ ਕਿਤਾਬ ਮੈਂ ਜਿਹੜੀ ਉਹ ਰਿਲੀਜ਼ ਕੀਤੀ, ਹਾਲਾਂਕਿ ਉਹੀ ਸਭ ਤੋਂ ਪਹਿਲਾਂ ਉਹਦੀ ਭੂਮਿਕਾ ਸਭ ਤੋਂ ਵੱਧ ਪੜ੍ਹੀ ਗਈ ਹੈ। ਸਭ ਤੋਂ ਵੱਧ ਉਹ ਪੇਪਰ ਪਹਿਲੀ ਕਿਤਾਬ ਦਾ, ਜਿਹੜੀ ਮਜ਼ਮੂਨ ਦਾ ਸਫ਼ਰ ਦੇ ਉੱਤੇ ਆ ਅੰਗਰੇਜ਼ੀ 'ਚ, ਉਹਦੀ ਸਭ ਤੋਂ ਵੱਧ ਭੂਮਿਕਾ ਪੜ੍ਹੀ। ਉੱਥੇ ਦੇਖ ਲਓ, ਹਾਈਲੀ ਸਾਈਟਡ ਪੇਪਰ ਆ ਉਹ ਰੋਜ਼ ਹੀ ਪੜ੍ਹਿਆ ਜਾਂਦਾ ਲਗਭਗ। ਤੇ ਉਹਦਾ ਵਿਰੋਧ ਇੰਨਾ ਹੋਇਆ, ਕੋਈ ਹਿਸਾਬ ਕਿਤਾਬ ਹੀ ਨਹੀਂ। ਇੰਨਾ ਕੁਛ ਨਾ ਕੋਈ ਨੁਕਸ ਕੱਢ ਕੇ ਦੱਸਿਆ ਵੀ ਆਹ ਐ ਚਾਹੀਦਾ, ਇਹ ਵੀ ਨਹੀਂ ਦੱਸਿਆ ਵਿੱਚੋਂ ਸਪੈਲਿੰਗ ਕੱਢ ਲਏ ਇੱਕ ਦੋ ਵੀ ਆਹ ਗਲਤ ਨੇ। ਉਹ ਮੈਂ ਇਕੱਲਾ ਬੰਦਾ ਸੀ, ਸਪੈਲਿੰਗ ਹੋ ਜਾਂਦੇ ਨੇ। ਹਾਂਜੀ ਹਾਂ, ਤੇ ਇਹ ਗੱਲਾਂ ਸੀ ਜਿਹੜੀਆਂ ਮੈਂ ਤੇ ਹੈਰਾਨ ਆ ਬਈ ਇੰਟੈਲੈਕਚੁਅਲ ਦੇ ਵਿੱਚ ਮੈਂ ਤਾਂ ਸਟਿੰਗਸ ਹੀ ਦੇਖੇ ਨੇ ਜ਼ਹਿਰ ਦੇ। ਜਿਵੇਂ ਮੈਂ ਪਹਿਲਾਂ ਵੀ ਕਿਹਾ, ਜਿਵੇਂ ਭੱਠਾ ਹੁੰਦਾ ਉਹਦੇ ਚਿੱਟਾਂ ਨੇ, ਉਹ ਕੁਝ ਖੰਗਰ ਰਹਿ ਜਾਂਦੇ ਨੇ, ਉਹ ਕਿਸੇ ਕੰਮ ਦੇ ਵੀ ਨਹੀਂ ਹੁੰਦੇ। ਇੰਟੈਲੈਕਚੁਅਲ ਦੇ ਸਾਰੇ ਖੰਗਰ ਨੇ, ਇੱਕ ਵੀ ਨਹੀਂ ਹੈਗਾ। ਬਿਲਕੁਲ ਮੈਂ ਕੋਈ ਗੁੱਸੇ ਨਾਲ ਨਹੀਂ ਕਹਿੰਦਾ, ਮੇਰਾ ਤਜਰਬਾ ਬਹੁਤ ਪੱਕਾ। ਹਰਿੰਦਰ ਦੇ ਜਾਣ ਤੋਂ ਬਾਅਦ ਝੂੰਦਾ ਪਿੰਡ ਦੇ ਵਿੱਚ ਵੱਡੇ ਵੱਡੇ ਵਿਦਵਾਨ ਆ ਰਹੇ ਨੇ, ਵੱਡੇ ਵੱਡੇ ਵਿਦਵਾਨ ਆ ਰਹੇ ਨੇ। ਉਹਨਾਂ ਦਾ ਕੰਮ ਦੁਨੀਆ 'ਚ ਨਹੀਂ ਜਾਊਗਾ, ਵੱਡੇ ਵੱਡੇ ਵਿਦਵਾਨਾਂ ਦਾ, ਕਿ ਉਹ ਸਿਆਸੀ ਇਕੱਠ 'ਚ ਹੀ ਪੁੱਗ ਜੂਗਾ, ਕਿ ਉਹ ਨਾਟਕ ਹੀ ਪੁੱਗ ਜੂਗਾ। ਜੇ ਉਹ ਵੱਡੇ ਵੱਡੇ ਵਿਦਵਾਨ ਸੀ, ਉਹਨਾਂ ਦਾ ਕੰਮ ਕਿੱਥੇ ਹੈ? ਜੇ ਤੁਸੀਂ ਕੋਈ ਸੈਮੀਨਾਰ ਕਰਾਇਆ ਸੀ, ਉਹਦੀ ਕਿਤਾਬ ਹੋਊਗੀ, ਉਹ ਕਿੱਥੇ ਹੈ? ਉਹਦੇ ਵਿੱਚ ਕੀ ਦੇਣਾ ਕਿ ਚਾਰ ਗੱਲਾਂ ਮਾਰ ਕੇ ਸ਼ੋਹਰਤ ਖੱਟ ਲਈ। ਹਾਂਜੀ, ਇਹਨਾਂ ਗੱਲਾਂ ਨੇ, ਹਾਂਜੀ, ਰਾਗ ਦਰਬਾਰੀ ਗਾਉਣ ਲੱਗ ਜਾਂਦੇ ਨੇ ਜੀ ਬੰਦੇ। ਬਿਲਕੁਲ ਇਹ ਚੀਜ਼ਾਂ ਨੇ ਸਾਨੂੰ ਤਬਾਹ ਕੀਤਾ। ਮੈਂ ਹੁਣ ਵੀ ਕਹਿਣਾ, ਹੁਣ ਵੀ ਉਹ ਬੇਸੀ ਘੋਲਦੇ ਨੇ, ਹੁਣ ਵੀ ਉਹਨਾਂ 'ਚ ਕੋਈ ਪਛਤਾਵਾ ਨਹੀਂ ਕਿ ਅਸੀਂ ਸਾਤੋਂ ਜ਼ਿੰਮੇਵਾਰੀ ਨਹੀਂ ਨਿਭਾਈ ਗਈ, ਸਾਨੂੰ ਕੋਈ ਕੰਮ ਕਰਨਾ ਚਾਹੀਦਾ ਸੀ। ਅਜੇ ਵੀ ਸਟਿਲ ਬਰਦਾਸ਼ਤ ਹੀ ਨਹੀਂ ਕਿਸੇ 'ਚ, ਕਿਸੇ 'ਚ ਪ੍ਰਵਾਨ ਕਰਨ ਦੀ ਜਾਨ ਹੀ ਨਹੀਂ ਕਿ ਹੁੱਬ ਕੇ ਦੁਨੀਆ 'ਚ ਕਹਿ ਦੇਵੇ। ਹਾਂ, ਬਿਲਕੁਲ ਮੈਂ ਕੋਈ ਗੁੱਸੇ ਨਾਲ ਨਹੀਂ ਕਹਿੰਦਾ। ਮੈਂ ਬਹੁਤ ਬੰਦੇ ਦੇਖੇ ਨੇ, ਕਿਸੇ ਦਾ ਨਾਂ ਕੀ ਲੈਣਾ, ਨਹੀਂ ਹੈਗੀ ਕਿਸੇ 'ਚ ਜਾਨ ਕਿ ਬੰਦਾ ਕਿਸੇ ਕੰਮ ਨੂੰ ਹੁੱਬ ਕੇ ਪ੍ਰਵਾਨ ਕਰ ਸਕੇ। ਬਿਲਕੁਲ। ਜਾਣਕਾਰੀ ਦਾ ਸੋਮਾ ਤਾਂ ਬਾਬਾ ਜੀ ਏਦਾਂ ਹੁੰਦਾ ਕਿ ਇੰਟੈਲੈਕਚੁਅਲੀ ਜਦੋਂ ਆਪਾਂ ਕਿਸੇ ਦਾ ਆਪਣੇ ਪੱਖ ਦੇਖਦੇ ਹਾਂ ਕਿਸੇ ਦਾ, ਤਾਂ ਆਪਾਂ ਨੂੰ ਕੁਝ ਨਵੀਂ ਚੀਜ਼ ਉਹਦੇ ਵਿੱਚੋਂ ਸਮਝਣ ਨੂੰ ਮਿਲਦੀ ਹੈ। ਇੰਸਟੈਂਟ ਕਿ ਆਪਾਂ ਉਸ ਬੰਦੇ ਨੂੰ ਕਹੀਏ ਕਿ ਤੇਰਾ ਇਹ ਗਲਤ ਹੈ, ਉਹ ਗਲਤ ਹੈ। ਜੇਕਰ ਉਹਦੀ ਗੱਲ ਪ੍ਰਵਾਨਿਤ ਹੈ, ਜਿੱਦਾਂ ਹੁਣ ਕਈ ਜੇਕਰ ਕਿਸੇ ਦਾ ਰਿਸਰਚ ਪੇਪਰ ਹੈ ਜਾਂ ਕਿਸੇ ਦਾ ਕੰਮ ਪਹਿਲਾਂ ਪ੍ਰਵਾਨਿਤ ਹੈ, ਇੱਕ ਵਾਰ ਬੰਦਾ ਉਹਨੂੰ ਪੜ੍ਹ ਕੇ ਕ੍ਰਿਟੀਕਲ ਅਪਰੋਚ ਆਪਣੀ ਜਗ੍ਹਾ ਹੁੰਦੀ ਹੈ, ਬਟ ਉਹਦੇ ਵਿੱਚ ਹਮੇਸ਼ਾ ਹੀ ਕੁਛ ਹੁੰਦਾ ਹੈ ਇਸਦਾ ਦਾ ਬਹੁਤ ਵਧੀਆ ਵਾਲਾ ਜਿਹੜਾ ਬੰਦਾ ਸਿੱਖ ਸਕਦਾ ਹੁੰਦਾ ਹੈ ਔਰ ਅੱਗੇ ਤੱਕ ਲਿਜਾ ਸਕਦਾ ਹੁੰਦਾ। ਇੱਕ ਮੈਨੂੰ ਯਾਦ ਆ ਰਿਹਾ ਫਾਲਟੀ ਪਰਸਪੈਕਟਿਵ ਵਾਲਾ ਜਿਹੜੀ ਥਿਊਰੀ ਸੀਗੀ, ਇੱਕ ਥਿਊਰੀ ਸੀ ਬਾਬਾ ਜੀ। ਇਹ ਸ਼ੁਰੂ ਹੋਈ, ਸਾਰੇ ਧਰਮਾਂ ਦੇ ਵਿੱਚ ਇਹਨੂੰ ਲਿਆ ਜਾਂਦਾ ਹੈ, ਬਟ ਇਹ ਸ਼ੁਰੂ ਹੋਈ ਸੀ 500 BC ਦੇ ਵਿੱਚ। ਇਹ ਬੌਧ ਗ੍ਰੰਥਾਂ ਦੇ ਵਿੱਚ ਇਹ ਉਡਾਨਾ ਕਰਕੇ ਉਹਨਾਂ ਦਾ ਇੱਕ ਟੈਕਸਟ ਹੈ ਬੋਧੀਆਂ ਦੇ, ਉਹਦੇ ਵਿੱਚ ਸੀ ਬਲਾਈਂਡ ਮੈਨ ਐਂਡ ਐਲੀਫੈਂਟ। ਅੰਨੇ ਬੰਦੇ ਹੁੰਦੇ ਨੇ, ਉਹ ਟੱਚ ਕਰਦੇ ਹੁੰਦੇ ਨੇ ਐਲੀਫੈਂਟ ਨੂੰ ਆਪਣੀ ਆਪਣੀ ਜਗ੍ਹਾ ਦੇ ਉੱਤੋਂ। ਉਹ ਕੀ ਹੁੰਦਾ, ਜਿਹਦੇ ਹੱਥ ਦੇ ਵਿੱਚ ਸੁੰਡ ਆ ਜਾਂਦੀ ਆ, ਉਹ ਕਹਿੰਦਾ ਇਹ ਕੁਛ ਹੋਰ ਹੈ। ਜੇ ਤਣਾ ਹੈ, ਕਿਸੇ ਦੇ ਹੱਥ ਦੇ ਵਿੱਚ ਕੰਨ ਆ ਜਾਂਦਾ, ਉਹ ਕਹਿੰਦਾ ਇਹ ਪੱਖੀ ਹੈ ਜੀ। ਕਿਸੇ ਦੇ ਹੱਥ ਢਿੱਡ ਨੂੰ ਲੱਗਦਾ, ਉਹ ਕਹਿੰਦਾ ਇਹ ਤਾਂ ਕੰਧ ਹੈ। ਉਹ ਕੀ ਸੀਗਾ, ਉਹ ਹੁਣ ਐਲੀਫੈਂਟ ਇੱਕੋ ਹੀ ਸੀਗਾ, ਬਟ ਜਿਹੜੇ ਉਹ ਬਲਾਈਂਡ ਮੈਨ ਸੀ, ਉਹਨਾਂ ਦਾ ਪਰਸਪੈਕਟਿਵ ਅਲੱਗ-ਅਲੱਗ ਸੀ ਉਹਦੇ ਬਾਰੇ। ਉਹ ਵੀ ਸੋਚਦੇ ਸੀ, ਦੇਖੋ ਮੈਨੂੰ ਪਤਾ ਹੈ ਕਿ ਇਹ ਕੰਧ ਹੈ, ਇਹ ਨਾਲ ਦਾ ਬੰਦਾ ਝੂਠ ਬੋਲ ਰਿਹਾ। ਤਾਂ ਕਈ ਵਾਰ ਇੰਟੈਲੈਕਚੁਅਲੀ ਇਹ ਫਾਲਟੀ ਪਰਸਪੈਕਟਿਵ ਦੇ ਵਿੱਚ ਵੀ ਫਸ ਜਾਂਦੇ ਨੇ। ਹਾਂ, ਜਿਵੇਂ ਮਿਸਾਲ ਲਈ ਮੈਂ ਤੁਹਾਨੂੰ ਦੱਸਦਾ ਵੀ ਹੁਣ ਫਰਜ਼ ਕਰ ਲਓ ਯੂਨੀਵਰਸਿਟੀਆਂ 'ਚ ਰਿਸਰਚ ਕਰਾਈ ਜਾਂਦੀ, ਉਹੀ ਸਭ ਤੋਂ ਵੱਡੀ ਚੀਜ਼ ਹੈ, ਉਹੀ ਕੋਈ ਦੇਣ ਹੁੰਦੀ ਹੈ। ਤੁਸੀਂ ਆਨਲਾਈਨ ਪਾ ਦਿਓ ਵਿੱਚੇ ਪ੍ਰੋਫੈਸਰਾਂ ਦੀ, ਇਹ ਨਹੀਂ ਕਿ ਵਿਦਿਆਰਥੀਆਂ ਦੀ। ਤੁਸੀਂ ਦੁਬਾਰਾ ਨਿਕਲੇ ਦੇਖ ਲਿਓ, ਆਪ ਹੀ ਤੁਸੀਂ ਆਪ ਹੀ ਸੋਚ ਲਓਗੇ ਵੀ ਆਹ ਬੰਦਿਆਂ ਨੇ ਤਾਂ ਫਿਰ ਸਾਨੂੰ ਤਬਾਹੀ ਕਰਨਾ। ਇਹਨਾਂ ਵਿੱਚ ਤੇ ਕੋਈ ਚੀਜ਼ ਵੀ ਨਹੀਂ ਹੈ ਕਿ ਦੇਖ ਲਓ। ਤੁਸੀਂ ਉਹਨਾਂ ਨੂੰ ਕਹੋ ਵੀ ਆਨਲਾਈਨ ਕਿਉਂ ਨਹੀਂ ਪਾਉਂਦੇ, ਪਾਓ। ਬਿਲਕੁਲ ਸਹੀ ਗੱਲ ਹੈ। ਉਹਦਾ ਕਾਰਨ ਹੀ ਇਹ ਹੈ ਜੀ। ਮੈਂ ਦੁਬਾਰਾ ਕਿਸਾਨ ਮੋਰਚੇ ਵੱਲ ਆਉਣਾ ਚਾਹੂੰਗਾ। ਤੁਹਾਨੂੰ ਕੀ ਲੱਗਦਾ ਕਿ ਕਿਸਾਨ ਮੋਰਚਾ ਹੁਣ ਇਹਦਾ ਫਿਊਚਰ ਕੀ ਹੈ ਜੀ, ਕਿੱਧਰ ਨੂੰ ਜਾ ਰਿਹਾ? ਤੇ ਜੇ ਇਹਨੂੰ ਵਾਕਈ ਕਿਸਾਨਾਂ ਨੇ ਆਪਦੇ ਵਾਲੇ ਨਜ਼ਰੀਏ ਨਾਲ, ਆਪਦੇ ਵਾਲੇ ਜਿਹੜੇ ਏਮ ਦੇ ਨਾਲ, ਆਪਣੇ ਵਾਲੇ ਗੋਲ ਦੇ ਨਾਲ ਉਹਨਾਂ ਨੇ ਇਹਨੂੰ ਜਿੱਤਣਾ ਹੈ,
ਤਾਂ ਉਹਨੂੰ ਕੀ ਕਰਨਾ ਚਾਹੀਦਾ, ਤੇ ਉਹਦਾ ਫਿਊਚਰ ਕੀ ਹੈ, ਤੇ ਉਹਨੂੰ ਕਰਨਾ ਕੀ ਚਾਹੀਦਾ ਤੁਹਾਡੇ ਹਿਸਾਬ ਨਾਲ? ਹਾਂਜੀ, ਉਹਦੇ ਵਿੱਚ ਫਿਊਚਰ ਇਹਦਾ, ਮੈਂ ਇਹਦੇ ਬਾਰੇ ਬਹੁਤ ਆਸਬੰਦ ਹਾਂ। ਮੇਰਾ ਇਹ ਯਕੀਨ ਹੈ ਕਿ ਇਸ ਤਰ੍ਹਾਂ ਕਦੇ ਵੀ ਕੰਸ਼ੀਅਸ ਲੋਕਾਂ ਦੇ ਵਿੱਚ ਸਾਰੇ ਵਰਗਾਂ 'ਚ ਨਹੀਂ ਆਈ। ਲੋਕ ਹੜ੍ਹਾਂ ਵਾਂਗੂ ਆ ਰਹੇ ਨੇ, ਪਰ ਉੱਥੇ ਜਾ ਕੇ ਲੀਡਰਸ਼ਿਪ ਦੇ ਪੱਖੋਂ ਰਿਸਪਾਂਸ ਨਹੀਂ ਮਿਲ ਰਿਹਾ ਜੋ ਚਾਹੀਦਾ। ਮੈਨੂੰ ਲੋੜ ਵੀ ਨਹੀਂ ਕਿਸੇ ਦੇ ਖਿਲਾਫ ਬੋਲਣ ਦੀ। ਜੇ ਉਹ ਬੋਝ ਚੱਕਣਗੇ ਪਬਲਿਕ ਦਾ, ਉਹ ਇਹਨਾਂ ਨੂੰ ਮੰਨ ਲੈਣਗੇ। ਨਹੀਂ, ਹੁਣ ਐਸਾ ਟਾਈਮ ਹੈ, ਜੇ ਬੋਝ ਨਾ ਚੁੱਕਿਆ, ਉਹ ਇੰਨੇ ਕੰਸ਼ੀਅਸ ਨੇ ਲੋਕ ਆਪਣੇ ਨੁਕਸਾਨ ਤੋਂ, ਸਿਆਸੀ ਬੰਦਿਆਂ ਤੋਂ, ਉਹਨਾਂ ਨੇ ਜਰਨਾ ਹੀ ਨਹੀਂ ਮਾੜਾ ਬੰਦਾ। ਇਸ ਕੰਸ਼ੀਅਸਨੈਸ ਨੇ, ਜਿਵੇਂ ਖਰਾਦ ਦੇ ਉੱਤੋਂ ਛਿਲਤਰਾਂ ਲੈ ਕੇ ਪਰੇ ਲੈ ਜਾਂਦੀਆਂ ਨੇ, ਉਹ ਡਿੱਗਦੀਆਂ ਨੇ, ਮਾੜਾ ਲੀਡਰ ਵੀ ਐਂ ਜਾਊਗਾ ਪਰੇ, ਭੜਕਾ ਕੇ ਉਹ ਪਰੇ ਜਾਊਗਾ, ਕਿਉਂਕਿ ਲੀਡਰ ਵਿਕ ਨਹੀਂ ਸਕਦਾ। ਹੁਣ ਖਰੀਦਣ ਵਾਲੇ ਬੰਦੇ ਨੂੰ ਕੋਈ ਹੁੰਗਾਰਾ ਹੀ ਨਹੀਂ ਵੋਟਰ ਦਾ। ਵੋਟਰ ਉਹ ਚੀਜ਼ ਚਾਹੁੰਦਾ ਜਿਹੜੀ ਨਵੀਂ ਹੋਵੇ, ਉਹਨਾਂ ਨੂੰ ਇਨਸਾਫ ਦੇਵੇ, ਉਹਨਾਂ ਨੂੰ ਉੱਥੇ ਲੈ ਕੇ ਜਾਵੇ ਜਿੱਥੇ ਉਹਨਾਂ ਦੀ ਕੋਈ ਤਰੱਕੀ ਹੈ, ਜਿੱਥੇ ਉਹਨਾਂ ਨੂੰ ਨਿਆਂ ਮਿਲਣਾ ਹੈ। ਉਹ ਸਾਰੇ ਦੇ ਸਾਰੇ ਆਪਣੇ ਆਪ ਨੂੰ ਡੁੱਬਿਆ ਮਹਿਸੂਸ ਕਰਦੇ ਨੇ। ਇਹਦੇ ਵਿੱਚੋਂ ਕੱਢਣ ਲਈ ਪੁਰਾਣੀ ਜਿੰਨੀ ਸਿਆਸਤ ਹੈ, ਉਹਦੇ ਕੋਲੇ ਕਿਹੜੀ ਯੁਕਤ ਹੈ, ਕਿਹੜੀ ਰਿਪੀਟ ਕਰਨੀ ਰਹਿੰਦੀ ਹੈ ਉਹਨਾਂ ਦੀ ਚੀਜ਼, ਕਿ ਉਹਨਾਂ ਨੂੰ ਦੁਬਾਰਾ, ਹੁਣ ਮਿਸਾਲ ਲਈ ਫਰਜ਼ ਕਰ ਲਓ, ਇੱਕ ਪਾਸੇ ਤਾਂ ਸਿਆਸੀ ਬੰਦੇ ਕਿਸਾਨ ਮੋਰਚੇ ਦੇ ਹੱਕ 'ਚ ਬੋਲਦੇ ਨੇ, ਦੂਜੇ ਪਾਸੇ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਸੀ, ਇਹ ਕਿੱਡੀ ਕੁ ਚੀਜ਼ ਨੇ, ਇਹ ਰਿਜੈਕਟ ਕਰ ਦਿੰਦੇ ਵੀ ਨਹੀਂ ਕਰਨੀ, ਅਸੀਂ ਇਹਦੇ ਨਾਲ ਸਾਡੀ એનર્ਜੀ ਵੰਡੀ ਜਾਊਗੀ। ਸਿਆਸੀ ਬੰਦਾ ਜਿਹੜਾ, ਜਦੋਂ ਭੇਡ ਹੀ ਮਰ ਗਈ, ਫਿਰ ਉਹਨੇ ਕਿੰਨਾ ਚਿਰ ਲਾ ਲੈਣਗੇ। ਸਿਆਸਤ ਦੀ ਵੀ ਮੌਤ ਆ, ਸਿਆਸਤ ਖਤਮ ਆ, ਹੁਣ ਨਹੀਂ ਰਹਿੰਦੀ ਸਿਆਸਤ। ਮੈਂ ਤੁਹਾਨੂੰ ਯਕੀਨ ਨਾ ਕਹਿਣਾ, ਕੱਖ ਵੀ ਨਹੀਂ ਸਿਆਸਤ ਕੋਲੇ। ਸਿਆਸਤ ਨੇ ਹੌਲੀ ਹੌਲੀ ਉਹ ਬੰਦਿਆਂ ਨੂੰ ਇੱਥੋਂ ਤੱਕ ਤਬਾਹ ਕਰਤਾ ਜਿਹੜੇ ਵੋਟਾਂ ਪਾਉਂਦੇ ਸੀ। ਉਹਨਾਂ ਨੇ ਤੋਬਾ ਕਰ ਲਈ, ਉਹ ਸਾਰਿਆਂ ਤੋਂ ਹੀ ਤੋਬਾ ਕਰ ਗਏ। ਇੱਥੇ ਤੇ ਪੰਜਾਬ ਦੇ ਵਿੱਚ ਮੈਨੂੰ ਪੰਜਾਬ ਦਾ ਪਤਾ ਕਿ ਵੋਟਾਂ ਲੈਣਾ ਕਸਾਈ ਪੁਣੇ ਦਾ ਢੰਗ ਸੀ। ਉਹਦੇ 'ਚ ਸਿੱਖਾਂ ਦੇ ਉੱਤੇ ਤਸ਼ੱਦਦ ਕਰੋ, ਮਜ਼ਬੂਤ ਪੁਲਿਸ ਪ੍ਰਬੰਧ ਲਵਾਓ, ਤੇ ਦਬਕੇ ਮਾਰੋ, 4 ਅੱਤਵਾਦੀਆਂ ਦੇ ਖਿਲਾਫ ਬੋਲੋ ਕਹਿ ਕੇ ਸਿੱਖ ਕੌਮ ਦੇ, ਤੇ ਵੋਟਾਂ ਲੈ ਲਓ। ਵੋਟਾਂ ਲੈ ਕੇ ਜਦੋਂ ਉਹਨਾਂ ਲੋਕਾਂ ਨੂੰ ਇਨਸਾਫ ਹੀ ਨਹੀਂ ਮਿਲਣਾ, ਉਹ ਕਿੰਨਾ ਕੁ ਚਿਰ ਪਾਈ ਜਾਣਗੇ। ਉਹਨਾਂ ਨੇ ਆਪਦੇ ਬੱਚੇ ਤੇ ਘਰ ਤਾਂ ਦੇਖਣੇ ਹੀ ਨੇ ਨਾ। ਹੁਣ ਉਹ ਪੋਜੀਸ਼ਨ ਬਣ ਗਈ ਕਿ ਘਰ ਉੱਜੜ ਗਏ, ਉਹ ਆਪ ਹੀ ਕਹਿਣ ਲੱਗੇ ਸਾਨੂੰ ਅੱਤਵਾਦੀ ਕਦੇ ਕਹਿ ਦੋ, ਕਦੇ ਕਿਸੇ ਨੂੰ ਕੁਛ ਕਹਿ ਦੋ, ਕਦੇ ਸਿੱਖਾਂ ਨੂੰ ਅੱਤਵਾਦੀ ਕਹਿ ਦੋ। ਹੁਣ ਉਹ ਆਪ ਹੀ ਆਂਦੇ ਲੋਕ ਕਿਉਂ ਦੇ ਰਹੇ ਨੇ? ਉਹ ਇਸੇ ਕਰਕੇ ਦੇ ਰਹੇ ਨੇ ਕਿ ਉਹਨਾਂ ਨਾਲ ਧੋਖਾ ਹੋਇਆ, ਉਹਨਾਂ ਦੇ ਜਜ਼ਬਾਤ ਨਾਲ ਖੇਡਿਆ ਗਿਆ, ਉਹਨਾਂ ਦੇ ਅੰਦਰ ਫੀਅਰ ਪਾਇਆ ਗਿਆ। ਜਿਹੜਾ ਸ਼ੇਕਸਪੀਅਰ ਦਾ ਮੈਕਬਥ ਨਾਟਕ ਆ, ਉਹ ਕਹਿੰਦਾ ਜਿਹੜੇ ਇਮੈਜਿਨਡ ਫੀਅਰਸ ਨੇ, ਕਲਪਿਤ ਡਰ, ਕਿ ਇੱਕ ਸਿੱਖ ਬੈਠਾ, ਉਹਦਾ ਡਰ ਪਾ ਦੋ ਵੀ ਇਹ ਅੱਤਵਾਦੀ ਨੇ, ਤੇ ਤੁਹਾਨੂੰ ਮਾਰ ਦੇਣਗੇ। ਉਹ ਇਮੈਜਿਨਡ ਫੀਅਰ ਸਭ ਤੋਂ ਵੱਧ ਖਤਰਨਾਕ ਹੁੰਦੇ ਨੇ। ਉਹਦੇ ਪਿੱਛੇ ਐਕਚੁਅਲ ਕੋਈ ਚੀਜ਼ ਵੀ ਨਹੀਂ ਹੁੰਦੀ। ਇਹ ਸਰਕਾਰਾਂ ਨੇ ਇਮੈਜਿਨਡ ਫੀਅਰਸ ਪੈਦਾ ਕਰ ਕਰਕੇ ਇੰਨਾ ਕੰਮ ਚਲਾ ਲਿਆ ਕਿ ਲੰਘ ਚਿਰ ਚਲੀ ਜਾਊਗੀ ਪਬਲਿਕ ਤੇ। ਇਹ ਕੁਛ ਪਿੱਛੇ ਸਾਰਾ ਕੁਛ ਦਿਵਾਲਾ ਕੱਢਤਾ, ਇਕਾਨਮੀ ਫੇਲ ਹੋ ਗਈ। ਹੁਣ ਜ਼ੋਰ ਤਾਂ ਉਹੀ ਲੱਗ ਰਿਹਾ ਕਿ ਅੱਤਵਾਦੀ ਕਹਿ ਕੇ 4 ਫੜੋ, ਲੋਕਾਂ ਦੇ ਜਜ਼ਬਾਤ ਜਿੱਤੋ। ਕੁਛ ਬੰਦੇ ਹੁੰਦੇ ਨੇ ਜਿਹੜੇ ਉਹ ਇਸ ਚੀਜ਼ ਨਾਲ ਹੀ ਜੁੜੇ ਰਹਿੰਦੇ ਨੇ, ਉਹ ਭੁੱਖੇ ਵੀ ਮਰ ਜਾਣਗੇ, ਪਰ ਬਹੁ ਗਿਣਤੀ ਨਹੀਂ ਹੁੰਦੀ। ਸ਼ਹਿਰ ਦੇ ਲੋਕ ਬਹੁਤ ਨੇ ਜਿਹੜੇ ਨਿਆਂ ਕਰਨ ਵਾਲੇ ਨੇ, ਉਹ ਜਾਗਰਤ ਹੋ ਗਏ। ਮੇਰਾ ਨਹੀਂ ਯਕੀਨ ਕਿ ਇਹਨਾਂ ਨਵੇਂ ਬੰਦਿਆਂ ਦੀਆਂ ਸਰਕਾਰਾਂ ਨੇ ਜਿਹੜੀਆਂ ਅੱਗੇ ਚੱਲ ਸਕਣਗੀਆਂ। ਇਹ ਪਾਰਟੀਆਂ ਤੇ ਨਹੀਂ ਮੈਂ ਅਟੈਕ ਕਰਦਾ, ਪਾਰਟੀ ਕੋਈ ਵੀ ਵਧੀਆ ਹੋ ਸਕਦੀ ਹੈ, ਕਿਉਂਕਿ ਉਹਦੀ ਲੀਡਰਸ਼ਿਪ ਨੇ, ਕਮਾਂਡ ਨੇ ਚੋਣ ਨਹੀਂ ਪਾਰਟੀ ਨੂੰ ਬਣਾਉਣਾ। ਮੈਨੂੰ ਇਹ ਵੀ ਪਤਾ, ਮੈਂ ਸਮਝਦਾ ਵੀ ਹਾਂ ਕਈ ਇਹੋ ਜਿਹੇ ਪਾਰਟੀ ਦੇ ਲੀਡਰ ਵਧੀਆ ਨੇ, ਉਹਨਾਂ ਦੀ ਪੇਸ਼ ਨਹੀਂ ਜਾ ਰਹੀ, ਕਿ ਉਹਨਾਂ ਨੂੰ ਸੁਧਾਰ ਲੈਣ। ਹਾਂਜੀ, ਬਿਲਕੁਲ ਮੇਰੇ ਦੇਖਣ ਦੀਆਂ ਗੱਲਾਂ ਨੇ, ਮੇਰੇ ਐਕਸਪੀਰੀਅੰਸ 'ਚ ਨੇ, ਕਿ ਉਹ ਚਾਹੁੰਦੇ ਨੇ ਕਿ ਇਹ ਬੰਦੇ ਨੇ ਜਿਹੜੇ ਇਹ ਠੀਕ ਕੰਮ ਨਹੀਂ ਕਰ ਰਹੇ, ਪਰ ਉਹਨਾਂ ਦੀ ਬੇਵਸੀ ਆ, ਉਹ ਇੰਨੇ ਡਿਪੈਂਡੈਂਟ ਨੇ, ਉਹ ਫਿਰ ਮਾੜੀ ਸਰਕਾਰ ਤੇ ਵੀ ਗੁਜ਼ਾਰਾ ਕਰਨਾ ਪੈਂਦਾ। ਪਰ ਉਹ ਸਰਕਾਰ ਬੇਸਿਕ ਤੌਰ ਤੇ ਉਹਨੂੰ ਡੋਬ ਰਹੀ ਹੁੰਦੀ ਆ ਪਾਰਟੀ।
ਕਿਉਂਕਿ ਆਪਣੇ ਆਪ ਨੂੰ ਕੌਣ ਛੱਡਣ ਨੂੰ ਤਿਆਰ ਹੈ? ਜਿਹਨੂੰ ਹੂੰ। ਕੁਰਸੀ ਦਾ ਸਵਾਦ ਪੈ ਜਾਵੇ, ਇੱਕ ਸਧਾਰਨ ਬੰਦੇ ਨੂੰ ਜਿਹਦਾ ਕੁਰਸੀ ਤੋਂ ਬਿਨਾਂ ਟਕਾ ਮੁੱਲ ਵੀ ਨਹੀਂ, ਜਿਹੜਾ ਸਮਾਜ ਬਿਲਕੁਲ ਤੋਂ ਜਿਉ ਹੀ ਨਹੀਂ ਸਕਦਾ, ਉਹ ਹੂੰ। ਬੰਦਿਆਂ ਨੂੰ ਤੁਸੀਂ ਕਿਵੇਂ ਉਹਨਾਂ ਤੋਂ ਤਿਆਗ ਮੰਨ ਲਓਗੇ ਕਿ ਉਹ ਪਰੇ ਹੋ ਹੂੰ। ਕੇ ਕਹਿ ਦੇਣ ਵੀ ਨਹੀਂ ਤੁਸੀਂ ਸੰਭਾਲੋ? ਬਿਲਕੁਲ ਬਿਲकुल। ਇਹ ਇੱਕ ਤਾਂ ਹੋਰ ਬਾਬਾ ਲੋਕਾਂ ਜੀ, ਨੇ ਫੈਸਲਾ ਕਰਨਾ ਨਾ, ਹਾਂਜੀ ਬਿਲकुल। ਪਰ ਮੇਰਾ ਇਹਦੇ ਵਿੱਚ ਯਕੀਨ ਹੈ ਵੀ ਹੁਣ ਲੋਕ ਕਰਨਗੇ। ਹਾਂਜੀ, ਇਹਦੇ ਵਿੱਚ ਮੈਂ ਤੁਸੀਂ ਦੇਖੋ, ਐਟਲੀਸਟ ਮੈਂ ਐਕਸਪੈਕਟ ਕਰਦਾ। ਨਾਈਸ, ਮੈਂ ਇਹਦੇ ਕਿਸੇ ਦੇ ਵਿੱਚ ਖਿਲਾਫ ਨਹੀਂ, ਮੈਂ ਲੀਡਰ ਨਹੀਂ ਬਣਨਾ, ਮੈਂ ਕੋਈ ਹੂੰ। ਲਾਲਚ ਨਹੀਂ ਲੈਣਾ, ਕੋਈ ਚੌਧਰ ਨਹੀਂ ਲੈਣੀ। ਅਸੀਂ ਗੱਲ ਤੇ ਕਰ ਸਕਦੇ ਹਾਂ। ਹੂੰ। ਸਾਨੂੰ ਪਿਆਰ ਕਰਨ ਦਾ, ਲੋਕਾਂ ਨੂੰ ਹਮਦਰਦੀ ਹੂੰ। ਕਰਨ ਦਾ ਸਾਡਾ ਅਧਿਕਾਰ ਹੈ। ਜਦੋਂ ਤੁਹਾਡਾ ਹੂੰ। ਦੀਨ ਕਹਿੰਦਾ ਕਿ ਹੂੰ। ਤੁਹਾਡੀ ਆਵਾਜ਼ ਕਿਸੇ ਦਾ ਭਲਾ ਕਰ ਲਈ ਹੋਵੇ, ਕੋਈ ਸੱਚ ਹੂੰ। ਹੋਵੇ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਚਾਹੀਦਾ, ਹੋ ਸਕਦਾ ਸਾਡੇ 'ਚ ਕੋਈ ਗਲਤੀ ਹੋਵੇ, ਘੱਟ ਤੋਂ ਹੂੰ। ਘੱਟ ਸਾਡੇ ਅੰਦਰ ਦਿਆਨਤਦਾਰੀ, ਉਹਦੇ ਪਿੱਛੇ ਕੋਈ ਅਮਲ ਹੋਵੇ, ਕੋਈ ਹੂੰ। ਕਮਾਈ ਹੋਵੇ, ਫਿਰ ਸਾਨੂੰ ਗੱਲ ਤੇ ਕਰਨੀ ਚਾਹੀਦੀ ਹੈ ਨਾ, ਮੌਕੇ ਦੇ ਮੁਤਾਬਕ ਜਿਵੇਂ ਲੱਗਦੀ ਹੈ। ਬਿਲਕੁਲ ਸਿਆਣੇ ਉਹ ਬੰਦੇ ਨੇ ਫੈਸਲਾ ਤਾਂ ਉਹਨੇ ਨਹੀਂ ਲੈਣਾ, ਸਾਡੇ ਹਾਂਜੀ। ਹੱਥ 'ਚ ਤਾਂ ਕੱਖ ਵੀ ਨਹੀਂ। ਅਸੀਂ ਹੂੰ। ਤੇ ਚੇਤਾਵਨੀ ਕਰ ਰਹੇ ਹਾਂ ਕਿ ਆਹ ਚੀਜ਼ਾਂ ਬਿਲਕੁਲ ਨੂੰ ਜਰਾ ਐਂ ਵੀ ਦੇਖ ਲਓ ਕਿਤੇ ਐ ਨਾ ਹੋ ਜਾਵੇ। ਹੂੰ। ਹਾਂਜੀ ਉਹ ਕਿੱਦਾਂ ਨਾਲ ਇਹਦੇ ਉੱਪਰ ਫਿੱਟ ਬੈਠ ਰਹੀ ਹੈ, ਜਿਵੇਂ ਆਸਾ ਦੀ ਵਾਰ ਦੇ ਵਿੱਚ ਆਂਦਾ ਜੀ ਕਿ ਪੜਿਆ ਹੋਏ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ। ਤੋ ਹੁਣ ਕੀ ਹੁੰਦਾ ਹੈ ਕਿ ਉਹ ਇਹਨਾਂ ਚੀਜ਼ਾਂ ਦਾ ਭੁਲੇਖਾ ਪਾ ਪਾ ਕੇ ਆ ਜਿਹੜੇ ਲਾਜ਼ ਨੇ, ਐਕਟਸ ਨੇ, ਇਹ ਪੜ੍ਹਿਆ ਲਿਖਿਆ ਵਾਲੀਆਂ ਵੱਡੀਆਂ ਵੱਡੀਆਂ ਗੱਲਾਂ ਨੇ, ਤੇ ਉਹ ਕੀ ਹੋ ਰਿਹਾ ਕਿ ਉਹ ਆਮ ਜਨਤਾ ਜਿਹੜੀ, ਆਮ ਕਿਸਾਨ ਜਿਹੜਾ, ਉਹਨਾਂ ਨੂੰ ਮਾਰਿਆ ਜਾ ਰਿਹਾ। ਹੁਣ ਹੋਰ ਇੰਟੈਲੈਕਚੁਅਲ ਜੋ ਆਪਾਂ ਗੱਲ ਕਰ ਲਈਏ ਪੂਰਨ ਸਿੰਘ ਜੀ ਉਹਨਾਂ ਦੇ, ਉਹ ਵੀ ਇਹ ਚੀਜ਼ ਨੂੰ ਪਹਿਲੇ ਦੇਖ ਸਕਦੇ ਸੀ, ਫੋਰਸ ਹੀ ਕੀਤਾ ਉਹਨਾਂ ਨੇ ਇਹ ਚੀਜ਼ ਨੂੰ, ਭਵਿੱਖ ਵਿੱਚ ਏਦਾਂ ਹੋ ਸਕਦਾ ਹੈ। ਬਿਲਕੁਲ। ਦੇਖੋ ਮੇਰੀ ਗੱਲ ਸੁਣੋ, ਮੈਂ ਇੱਥੇ ਗੱਲ ਤੁਹਾਡੇ ਨਾਲ ਕਰਦਾ। ਜੇ ਉਹਨਾਂ ਨੇ ਇਹ ਚੀਜ਼ ਵੱਲ ਧਿਆਨ ਦਿੱਤਾ ਹੁੰਦਾ, ਉਹਨਾਂ ਦਾ ਕੰਮ ਕੀਤਾ ਹੁੰਦਾ ਇਹਦੇ ਤੇ, ਕਿ ਗੁਰੂ ਨੇ ਇਹ ਗੱਲ ਕਿਉਂ ਕਹੀ? ਇਹ ਇਸਲਾਮ 'ਚ ਵੀ ਆ, ਇਸਲਾਮ 'ਚ ਮੁਹੰਮਦ ਸਾਹਿਬ ਨੂੰ ਉਮੀ ਕਹਿੰਦੇ ਸੀ। ਉਮੀ ਤੋਂ ਉਮੀ ਬਣ ਗਿਆ, ਉਮੀ ਵੀ ਅਨਪੜ੍ਹ ਆ। ਉਹਦਾ ਮਤਲਬ ਆ ਸ਼ੈਤਾਨ ਦੇ ਇਲਮ ਤੋਂ ਫੱਟੀ ਉਹਨਾਂ ਦੀ ਸਾਫ਼ ਆ। ਰੱਬ ਦਾ ਰਿਜ਼ਕ ਸਿੱਧਾ ਉਹਦੇ ਤੇ ਆਉਣਾ, ਟਿਕਣਾ। ਜਿਹਦੇ ਮਨ ਦੀ ਫੱਟੀ ਸਾਫ਼ ਆ, ਗੁਰੂ ਨੇ ਉਹਨੂੰ ਉਮੀ ਕਿਹਾ। ਉਮੀ ਕੋਲੇ ਉਹ ਇਲਮ ਤੇ ਉੱਚੀ ਸੁਰਤ ਆ ਜਿਹੜੀ ਦੂਜੇ ਇਲਮ ਕੋਲੇ ਨਹੀਂ ਹੈਗੀ। ਠੀਕ ਹੈ। ਪੰਜ ਪਿਆਰੇ ਉਮੀ ਸੀਗੇ, ਉਹਨਾਂ ਨੂੰ ਕਿਹਨੇ ਪੜਾਇਆ ਸੀ, ਕਿੱਥੇ ਪੜਾਇਆ ਸੀ? ਇਹ ਤੇ ਜਿਉਂਦੀਆਂ ਜਾਗਦੀਆਂ ਮਿਸਾਲਾਂ ਨੇ। ਇਹਨਾਂ ਦੇ ਉੱਤੇ ਜੇ ਅਸੀਂ ਸੋਚਿਆ ਹੁੰਦਾ, ਅਸੀਂ ਆਪਦੀ ਅਕਲ ਤੇ ਸਾਡੀ ਪਹਿਲਾਂ ਹੀ ਢੇਰੀ ਹੋ ਜਾਂਦੀ ਹੈ। ਅਸੀਂ ਕੋਈ ਨਵੀਂ ਪੜ੍ਹਾਈ ਸ਼ੁਰੂ ਕਰਾਂਗੇ ਜਿਹੜੀ ਇਹਨਾਂ ਨੂੰ ਪੜ੍ਹੇ ਲਿਖ ਕੇ ਮੰਨ ਕੇ ਇਹਨਾਂ ਦੀ ਸੁਰਤ ਦੀ ਸਟੱਡੀ ਕਰਾਂਗੇ, ਉਹਨੂੰ ਲੋਕਾਂ 'ਚ ਲਿਆਵਾਂਗੇ, ਉਹਨੂੰ ਅੱਗੇ ਫੈਲਾਵਾਂਗੇ, ਫੇਰ ਉਹ ਸੁਰਤ ਹੈ ਜਿਹੜੀ ਮਨ ਨੀਵਾਂ ਮਤ ਉੱਚੀ। ਇੱਥੇ ਮਤ ਨੀਵੀਂ ਆ, ਮਨ ਉੱਚਾ। ਇੰਟਲੈਕਚੁਅਲ ਦਾ ਇਹ ਫਰਕ ਆ। ਮਤ 'ਚ ਪਰਸੈਪਸ਼ਨ ਹੁੰਦੀ ਹੈ, ਅਕਲ 'ਚ ਪਰਸੈਪਸ਼ਨ ਨਹੀਂ ਹੁੰਦੀ। ਅਕਲ 'ਚ ਖੁਦਗਰਜ਼ੀ ਹੁੰਦੀ ਹੈ, ਝੋਲੀ ਚੁੱਕਣਾ ਹੁੰਦਾ, ਮਤਲਬ ਜਿਹੜੀ ਤਮਾ ਉਹ ਵੀ ਹੁੰਦੀ ਹੈ, ਹਿਰਸ, ਈਰਖਾ, ਬੇਲੋੜਾ ਘਮੰਡ, ਸਭ ਕੁਛ ਆਉਂਦੀਆਂ ਨੇ ਇਹ ਚੀਜ਼ਾਂ, ਚਲਾਕੀ। ਹਾਂਜੀ ਹਾਂ, ਇਹ ਆਉਂਦੀਆਂ ਹੀ ਇੱਥੋਂ ਨੇ। ਇਹ ਚੀਜ਼ ਨੂੰ ਮੰਨ ਕੇ ਸਟੱਡੀ ਕੀਤੀ ਹੁੰਦੀ, ਇਲਮ ਤਾਂ ਸਾਡਾ ਉੱਥੇ ਹੀ ਫਿਰ ਅਸੀਂ ਪਰੇ ਰੱਖ ਦਈਏ। ਤੁਸੀਂ ਮਾੜਾ ਜਿਹਾ ਹੀ ਸੋਚੋ ਕਿ ਗੁਰਬਾਣੀ ਰਾਗਾਂ 'ਚ ਹੈ, ਕੀ ਰਾਗ ਦੀ ਸੁਰ ਫੜਨ ਲਈ ਹਾਰਮੋਨੀਅਮ ਵਜਾਉਂਦੇ ਆ, ਕੋਈ ਹੋਰ ਸਾਜ਼ ਵਜਾਉਂਦੇ, ਇਹ ਪੜ੍ਹਾਈ ਕੰਮ ਆਉਂਦੀ ਹੈ? ਸਹੀ ਗੱਲ ਹੈ, ਬਿਲਕੁਲ ਨਹੀਂ ਆਉਂਦੀ। ਹਾਂ, ਇਹ ਪੜ੍ਹਾਈ ਬਾਰੇ ਫਿਰ ਸੋਚਣਾ ਪਊ ਕਿ ਇਹ ਪੜ੍ਹਾਈ ਕਿੰਨੀ ਕੁ ਸਹਾਈ ਹੈ। ਅਸੀਂ ਉਸ ਥਾਂ ਤੇ ਚਲੇ ਗਏ ਜਿੱਥੋਂ ਸਾਨੂੰ ਪੜਾਉਣ ਦਾ ਹੱਕ ਮਿਲ ਗਿਆ। ਕੀ ਪੜਾਉਣਾ, ਕਿਹੜੀ ਚੀਜ਼ ਕੀਮਤੀ ਹੈ, ਕੀ ਨਹੀਂ ਪੜਾਉਣਾ, ਕੀ ਤੋਂ ਬਚਣਾ ਹੈ, ਇਹ ਚੀਜ਼ ਤਾਂ ਸਾਡੀ ਜ਼ਿੰਮੇਵਾਰੀ ਆ ਨਾ। ਜਦੋਂ ਅਸੀਂ ਗੁਰੂਆਂ ਦੇ ਉਪਦੇਸ਼ ਤੇ ਨਹੀਂ ਚੱਲੇ, ਉਹਨਾਂ ਦੇ ਸਾਜੇ ਹੋਏ ਖਾਲਸਾ ਜੋ ਸਾਹਮਣੇ ਵਿਜ਼ੀਬਲ ਆ, ਹਿਸਟਰੀ ਵਿਜ਼ੀਬਲ ਆ, ਉਹਨੂੰ ਇਗਨੋਰ ਕਰਕੇ ਆਪਦੀ ਅਕਲ ਦੇ ਉੱਤੇ ਅਸੀਂ ਜ਼ੋਰ ਚੜਾਏ ਨੇ, ਫਿਰ ਇਹੀ ਕੁਛ ਹੋਣਾ ਸੀ ਜਿਹੜਾ ਕੁਝ ਹੋ ਰਿਹਾ। ਇੱਕ ਬੰਦੇ ਦੀ ਦੇਣ ਥੋੜਾ ਹੈ, ਇਹ ਸਾਰਿਆਂ ਦੀ ਹੋਈ ਆ। ਕਿਹਦਾ ਨਾਂ ਲਵਾਂ ਮੈਂ ਕੋਈ ਇੱਕ ਨਹੀਂ, ਮੈਂ ਐਕਸਪੀਰੀਅੰਸ ਚੋਂ ਦੱਸਦਾ। ਠੀਕ ਹੈ ਜੀ। ਜਿੰਨੇ ਬੰਦੇ ਤੁਹਾਡੇ ਮੂਹਰੇ ਬੋਲਦੇ ਨੇ, ਕੋਈ ਨਹੀਂ ਬਚਿਆ ਹੋਇਆ ਇਸ ਚੀਜ਼ ਤੋਂ। ਫਿਰ ਉਹ ਬੋਲਦੇ ਕਿਉਂ ਨੇ ਜੇ ਉਹਨਾਂ ਦੀ ਤਿਆਰੀ ਨਹੀਂ? ਉਹ ਕਹਿਣ ਵੀ ਨਹੀਂ ਸਾਡੀ ਤਿਆਰੀ ਨਹੀਂ ਹੈਗੀ।
ਹਾਂ ਤੁਸੀਂ ਸਿਆਣੇ ਹੋ ਕੇ ਸੋਚੋ। ਬਿਲਕੁਲ ਉਹ ਬਾਬਾ ਖਹਿੜਾ ਜੀ ਵੀ ਨਹੀਂ ਹੁਣ ਛੱਡਦੇ ਬਈ। ਹਾਂਜੀ ਤੁਸੀਂ ਬਈ ਹੁਣ ਹਜੇ ਵੀ ਜੇ ਲੋਟ ਆ ਜਾਏ ਕੋਈ ਚੀਜ਼ ਉਹ ਹਜੇ ਵੀ ਤਿਆਰ ਨਹੀਂ। ਦੇਖੋ ਸਰਕਾਰ ਦਾ ਕੰਮ ਹੈ ਕਿ ਉਹਨਾਂ ਨੇ ਪੋਲਰਾਈਜੇਸ਼ਨ ਬਣਾਉਣੀ ਹੈ ਕਿ ਇਹ ਜਿਹੜੇ ਕਿਸਾਨ ਨੇ ਇਹ ਅਲੱਗ ਨੇ, ਉੱਤਰੀ ਭਾਰਤ ਦੇ ਕਿਸਾਨ ਨੇ ਜਾਂ ਪੰਜਾਬ ਹਰਿਆਣੇ ਦੇ ਕਿਸਾਨ ਨੇ, ਜਾਂ ਹੋਰ ਤਰੀਕੇ ਨਾਲ ਉਹ ਹੱਥਕੰਡੇ ਆਪਦੇ ਜਿਹੜੇ ਨੇ ਅਪਣਾਉਂਦੇ ਨੇ। ਹੁਣ ਦੂਸਰੇ ਪਾਸੇ ਆਪਾਂ ਦੇਖੀਏ ਜਿਹੜੇ ਖੱਬੇ ਪੱਖੀ ਪਾਰਟੀਆਂ ਨੇ ਉਹ ਹੁਣ ਆਪਣੇ ਲੈਵਲ ਦੇ ਉੱਤੇ ਕੀ ਕੀ ਕਰ ਰਹੇ ਨੇ, ਚਾਹੇ ਕਿ ਉਹਨਾਂ ਨੇ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਉਹਨਾਂ ਦੇ ਟੈਂਟ ਦੇ ਵਿੱਚ ਉੱਥੇ ਉਹਨਾਂ ਦੇ ਪੰਡਾਲ ਦੇ ਵਿੱਚ ਆ ਕੇ ਉਹ ਆਪਣਾ ਪ੍ਰਚਾਰ ਦਾ ਪ੍ਰਚਾਰ ਕਰੇਗੀ, ਨਾ ਹੀ ਉੱਥੇ ਆਏਗੀ। ਪਰ ਫਿਰ ਵੀ ਇਹ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਨੇ ਇਹਨਾਂ ਨੂੰ ਆਪਦੇ ਲੈਵਲ ਦੇ ਉੱਤੇ ਇਸ ਦੀ ਜਿਹੜੀ ਅੰਦੋਲਨ ਨੂੰ ਦਾ ਬੈਕਅਪ ਕਰਨਾ ਚਾਹੀਦਾ, ਇਹਨੂੰ ਇਹਦੀ ਕਹਿ ਲਓ ਕਿ ਮਦਦ ਕਰਨੀ ਚਾਹੀਦੀ ਜਿੰਨੇ ਵੀ ਲੈਵਲ ਤੇ, ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਜਿਹੜੇ ਵੀ ਲੈਵਲ ਤੇ ਹੋ ਸਕੇ। ਪਰ ਉਹਦੇ ਵਿੱਚ ਖੱਬੇ ਪੱਖੀ ਪਾਰਟੀਆਂ ਵੀ ਜਿਹੜੀਆਂ ਉਨੀਆਂ ਖੁੱਲ ਕੇ ਸਾਹਮਣੇ ਨਹੀਂ ਆ ਰਹੀਆਂ। ਹੁਣ ਮੈਂ ਜਿਹੜਾ ਲਾਸਟ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਹੈ ਉਹ ਇਹ ਹੈ ਜੀ ਕਿ ਆਮ ਬੰਦਾ ਘਰ ਬੈਠਾ ਹੋਇਆ ਜਿਹੜਾ ਕਿ ਜੇਕਰ ਕਿਸਾਨ ਉਹ ਨਹੀਂ ਵੀ ਹੈ ਤਾਂ ਉਹ ਕਿੱਦਾਂ ਨਾਲ ਇਸ ਜਿਹੜੇ ਮੋਰਚੇ ਦੀ ਹੈਲਪ ਮਦਦ ਕਰ ਸਕਦਾ ਜੀ? ਮੈਨੂੰ ਪੂਰੀ ਤੁਹਾਡੀ ਨਾ ਆਵਾਜ਼ ਨਹੀਂ ਸੁਣ ਲਈ। ਤੁਸੀਂ ਇਹ ਕਿਹਾ ਵੀ ਕੋਈ ਘਰ ਬੈਠਾ ਬੰਦਾ ਕਿਵੇਂ ਮਦਦ ਕਰੇ? ਬਿਲਕੁਲ ਬਿਲਕੁਲ, ਹਾਂਜੀ। ਉਹ ਕਿੱਦਾਂ ਇਹੀ ਇਸ ਦੇ ਸਵਾਲ ਵਿੱਚ, ਕੀਤਾ ਨਾ? ਹਾਂਜੀ, ਉਸਦੀ ਸ਼ਮੂਲੀਅਤ ਇਸ ਦੇ ਵਿੱਚ ਕਿੱਦਾਂ ਹੋ ਸਕਦੀ ਹੈ? ਘਰ ਬੈਠਾ ਬੰਦਾ ਕੋਈ ਯੋਗਦਾਨ ਆਪਦਾ ਜਿਵੇਂ ਵੀ ਪਾ ਸਕਦਾ। ਹੂੰ ਉਹ ਜਾਂ ਤਾਂ ਕੁਝ ਜੇ ਉਹਦੀ ਤਿਆਰੀ ਹੈ ਉਹ ਲਿਖੇ, ਉਹ ਕਿਸੇ ਨਾ ਕਿਸੇ ਰੂਪ ਚ, ਜਾਂ ਕੋਈ ਪਬਲਿਕ ਦੇ ਨਾਲ ਘਰੇ ਨਾ ਬੈਠੇ ਉਹ ਫਿਰ ਗੱਲ ਸਾਂਝੀ ਕਰੇ, ਜਾਂ ਉਸ ਲਹਿਰ ਦੇ ਵਿੱਚ ਕਿਸੇ ਰੂਪ ਚ ਸ਼ਾਮਲ ਹੋਵੇ। ਜੇ ਉਹਦੀ ਬੇਬਸੀ ਹੈ ਤਾਂ ਬੇਬਸੀ ਦੇ ਵਿੱਚ ਉਹਦੀ ਦੁਆ ਹੋਵੇ ਇਹਦੀ ਸਫਲਤਾ ਦੇ ਲਈ। ਕਿਉਂਕਿ ਪ੍ਰੇਅਰ ਹੈ ਜਿਹੜੀ, ਪ੍ਰੇਅਰ ਮਾਹੌਲ ਦੇ ਵਿੱਚ ਇੱਕ ਯੂਨਿਟੀ, ਇੱਕ ਤਾਕਤ ਪੈਦਾ ਕਰਦੀ ਹੈ। ਪ੍ਰੇਅਰ ਹੈ ਜਿਹੜੀ ਹਰ ਬੰਦੇ ਤੱਕ ਪਹੁੰਚਦੀ ਹੈ। ਇਹਦੀ ਅਪਰੋਚ ਹੈ ਜਿਵੇਂ ਕੋਈ ਵੀ ਮਤਲਬ ਥਾਂ ਸੁਹਾਵਾ ਜਿੱਥੇ ਗੁਰੂ ਬਹਿੰਦਾ ਸੀ, ਕਿਉਂਕਿ ਉਹਦੇ ਨਾਲ ਪ੍ਰੇਅਰ ਸੀ। ਪ੍ਰੇਅਰ ਦੇ ਵਿੱਚ ਕਮਿਊਨੀਕੇਸ਼ਨ ਹੁੰਦੀ ਹੈ, ਬਲੈਸਿੰਗ ਹੁੰਦੀ ਹੈ। ਤੁਸੀਂ ਕਿਤੇ ਵੀ ਬੈਠ ਕੇ ਪ੍ਰੇਅਰ ਕਰਦੇ ਹੋ ਬੰਦੇ ਦੇ ਸਵਾਰ ਲਈ, ਉਹਦੇ ਭਲੇ ਲਈ। ਪ੍ਰੇਅਰ ਦੇ ਵਿੱਚ ਇਹ ਜ਼ੋਰ ਹੈ, ਇਹ ਸਿਦਕ ਹੈ, ਇਹ ਤਾਕਤ ਹੈ। ਇਹਦੇ ਵਿੱਚ ਟਾਈਮ ਤੇ ਸਪੇਸ ਐਨੀਹਿਲੇਟ ਹੋ ਜਾਂਦੇ, ਸਮਾਂ ਤੇ ਬਿੱਠ ਮਿਟ ਜਾਂਦੀ ਹੈ। ਇਹ ਹਰ ਚੀਜ਼ ਹੈ ਜਿਹੜੀ ਉਹਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨੂੰ ਸਵਾਰ ਸਕਦੀ ਹੈ, ਉਹਨੂੰ ਆਸਰਾ ਦੇ ਸਕਦੀ ਹੈ। ਪਰ ਇਸ ਵੇਲੇ ਘਰਾਂ 'ਚ ਤੇ ਬਹੁਤ ਹੀ ਘੱਟ ਲੋਕ ਬੈਠੇ ਹੋਏ ਨੇ। ਇਸ ਵੇਲੇ ਤੇ ਲੋਕ ਸਾਰੇ ਕੁੱਦ ਕੇ ਬਾਹਰ ਹੀ ਆਏ ਹੋਏ ਨੇ, ਤੁਰੇ ਹੋਏ ਨੇ। ਧੀਆਂ, ਮਾਵਾਂ, ਭੈਣਾਂ, ਉਹ ਇੰਨੀ ਦਲੇਰੀ ਨਾਲ ਬੋਲ ਰਹੇ ਨੇ। ਮੈਂ ਤੁਹਾਨੂੰ ਇਹ ਯਕੀਨ ਨਾਲ ਹੀ ਕਹਿਣਾ ਕਿ ਉਹਨਾਂ ਦੇ ਅੰਦਰ ਹੀ ਪਿਆ ਲੀਡਰ ਜਿਹੜਾ ਉਹਨਾਂ ਦਾ ਬੋਝ ਚੁੱਕੂਗਾ। ਠੀਕ ਹੈ, ਉਹਨਾਂ ਨੇ ਆਪ ਹੀ ਦੱਸ ਦੇਣਾ ਵੀ ਆ ਠੀਕ ਆ, ਉਹ ਰੁਕ ਜਾਣਗੇ ਉੱਥੇ। ਨਹੀਂ ਜਦੇ ਹੀ ਜਿਵੇਂ ਬੱਚਾ ਇਸ ਵੇਲੇ ਇੰਨੀ ਪਵਿੱਤਰ ਕਨਸ਼ੀਅਸਨੈਸ ਆਈ ਹੋਈ ਆ, ਜਿਵੇਂ ਮਾਂ ਦਾ ਦੁੱਧ ਛੱਡ ਕੇ ਬੱਚੇ ਦੇ ਮੂੰਹ 'ਚ ਪਾਓ ਉਹ ਬੁੱਲ ਟੇਰ ਦਿੰਦਾ। ਇਹਨਾਂ ਦੀ ਕਨਸ਼ੀਅਸਨੈਸ ਨਹੀਂ ਦੱਸ ਦੇਣਾ ਜਿਹੜਾ ਵੀ ਲੀਡਰ ਕਸੈਲੇ ਸਵਾਦ ਪੈਦਾ ਕਰ ਰਿਹਾ। ਉਹ ਕਸੈਲਾਪਣ ਉਹਨਾਂ ਦੇ ਸਾਹਮਣੇ ਆ ਜਾਣ। ਠੀਕ ਹੈ, ਲੀਡਰਾਂ ਦਾ ਕੱਦ ਕਾਠ ਵੀ ਦਿਸੂਗਾ, ਉਹਨਾਂ ਦਾ ਲਿੱਸਾਪਣ ਵੀ ਦਿਸੂਗਾ। ਜੇ ਉਹਨਾਂ ਦੇ ਵਿੱਚ ਕੋਈ ਸਪਿਰਿਟ ਦੀ ਤਾਕਤ ਹੈ, ਉਹ ਕੀ ਲੈ ਕੇ ਆਉਂਦੇ ਨੇ, ਉਹ ਕੀ ਸੁਨੇਹਾ ਲੈ ਕੇ ਆਉਂਦੇ ਨੇ, ਜਾਂ ਉਹੀ ਰਿਪੀਟ ਕਰੀ ਜਾਂਦੇ ਨੇ ਥੱਕੇ ਹਾਰੇ ਖਿਆਲ, ਜਾਂ ਉਹਨੂੰ ਤੋਂ ਮਾਰ ਖਾ ਕੇ ਬੇਇੱਜ਼ਤੀ ਕਰਾ ਕੇ ਆਉਂਦੇ ਨੇ। ਇਹ ਬਹੁਤਾ ਚਿਰ ਕਿੰਨਾ ਚਿਰ ਚੱਲੂਗਾ? ਪਿੱਛੇ ਪਬਲਿਕ ਨੇ ਜਿਵੇਂ ਟਾਂਗੇ ਵਾਲੇ ਘੋੜੇ ਦੇ ਐਨਕਾਂ ਲਾਈਆਂ ਹੁੰਦੀਆਂ ਨੇ। ਹੁਣ ਇਹ ਲੀਡਰ ਭੱਜ ਤਾਂ ਸਕਦੇ ਨਹੀਂ, ਇਹ ਨਹੀਂ ਭੱਜ ਸਕਦੇ। ਭੱਜਣ ਫਿਰ ਭੱਜ ਗਏ। ਸਹੀ ਗੱਲ ਹੈ। ਜੇ ਭੁਲੇਖੇ 'ਚ ਬੈਠਣਗੇ ਵੀ ਸਾਨੂੰ ਕੁਰਸੀ ਮਿਲ ਜੂਗੀ, ਉਹ ਇਹਨਾਂ ਨੂੰ ਉਦੋਂ ਵੀ ਬੁਰੀ ਕਰਨਗੇ। ਕਿਉਂਕਿ ਉਹਦਾ ਪੁਰਾਣੇ ਲੀਡਰ ਨੇ, ਉਹਨਾਂ ਦਾ ਕੋਈ ਥਾਂ ਬਣੀ ਹੋਈ ਹੈ, ਇਹਨਾਂ ਦਾ ਤਾਂ ਕੁਛ ਵੀ ਨਹੀਂ। ਇਹ ਤਾਂ ਕਿਤੇ ਵੀ ਨਹੀਂ ਖੜਨੇ, ਫਿਰ ਲੋਕਾਂ ਦੇ ਭਰੋਸੇ ਨਾਲ ਹੀ ਖੜਨਗੇ। ਹਾਂਜੀ, ਉਹ ਤਾਂ ਬਹੁਤ ਲੰਮੀ ਥਾਂ ਦੇ ਵਿੱਚ ਉਹਨਾਂ ਨੇ ਆਪਦੇ ਸੈੱਲ ਕਾਇਮ ਕਰ ਲਏ, ਆਪਦੇ ਵਰਗੇ ਬੰਦੇ ਕਾਇਮ ਕੀਤੇ ਹੋਏ ਨੇ ਜਿਹੜੇ ਉਹਨਾਂ ਤੋਂ ਬਿਨਾਂ ਜਿਉ ਨਹੀਂ ਸਕਦੇ, ਉਹ ਉਹਨਾਂ ਤੋਂ ਬਿਨਾਂ ਨਹੀਂ ਜਿਉ ਸਕਦੇ। ਪਰ ਨਵੀਂ ਲੀਡਰਸ਼ਿਪ ਹੈ ਜਿਹੜੀ, ਇਹ ਤਾਂ ਖੜੀ ਹੋਈ ਪਬਲਿਕ ਦੇ ਆਸਰੇ ਹੈ, ਖੜੀ ਹੋਈ ਉਹਨਾਂ ਦਾ ਭਰੋਸਾ ਜਿੱਤਣ ਦੇ ਆਸਰੇ ਹੈ। ਜੇ ਗੌਰਮੈਂਟ ਦੀ ਜ਼ੁਬਾਨ ਬੋਲੂਗੀ, ਇਹ ਤੇ ਪਹਿਲਾਂ ਹੀ ਲੈ ਚੁੱਕੀ ਹੈ। ਮੋਰਚਾ ਕੋਈ ਲੀਡਰਾਂ ਕਰਕੇ ਨਹੀਂ ਚੱਲ ਰਿਹਾ। ਮੈਂ ਹੁਣ ਵੀ ਕਹਿਣਾ, ਲੀਡਰਾਂ ਦੀ ਕੀ ਜ਼ਰੂਰਤ ਹੈ ਕਿ ਇੰਨੀ ਤਾਕਤ ਪੈਦਾ ਕਰ ਲੈਣ? ਇੰਨੇ ਸਾਲਾਂ ਦੇ ਕਿਸਾਨ ਇੱਥੇ ਹੀ ਨੇ। ਇਹ ਸਾਰੇ ਲੀਡਰ ਹੀ ਸੀ। ਲੱਖੋਵਾਲ ਸੀ, ਮੈਨੂੰ ਮੀਟਿੰਗਾਂ 'ਚ ਵੀ ਮਿਲਦਾ ਰਿਹਾ। ਜਾ ਕੇ ਇਹਨੇ ਕਿਸਾਨੀ ਲਹਿਰ ਨੂੰ ਉਹ ਵੇਚਿਆ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ, ਨਾ ਕਿਤੇ ਨਿਕਲਿਆ ਉੱਥੋਂ, ਨਾ ਕਿਤੇ ਦਿਸਿਆ।
ਨਾ ਕਦੇ ਕਿਸਾਨਾਂ ਨਾਲ ਕਿਤੇ ਆ ਕੇ ਪੁੱਛਿਆ ਵੀ ਭਾਈ ਹੂੰ। ਤੁਸੀਂ ਮੈਨੂੰ ਬਣਾਇਆ, ਮੈਂ ਕੀ ਕਰਾਂ? ਹੂੰ। ਕਦੇ ਪੁੱਛਿਆ ਹੋਵੇ ਅੱਜ ਤੱਕ? ਹੂੰ। ਹਾਂ, ਜਿਵੇਂ ਆ ਮਹਿਤਾ ਚਾਵਲਾ ਸੀਗਾ, ਫੈਡਰੇਸ਼ਨ ਦੇ ਕੈਂਪ ਲਾਉਣੇ, ਕਦੇ ਆਨੰਦਪੁਰ, ਕਦੇ ਆਪਣਾ ਉੱਥੇ ਆਪਣਾ ਦਮਦਮਾ ਸਾਹਿਬ, ਉਹ ਪੁਲਿਸ ਇੰਨੀ ਮਗਰ ਭੱਜਦੀ ਸੀ, ਬਾਦਲ ਵਰਗੇ ਕਿੱਥੇ ਚਾਹੁੰਦੇ ਸੀ ਕਿ ਸਾਡਾ ਵਿਰੋਧ ਕਰੇ ਕੋਈ ਬੋਲਣ ਵਾਲਾ ਨਹੀਂ ਸੀ ਜਾਂਦਾ। ਅਸੀਂ ਜਾਣਾ, ਉਹ ਮੇਰਾ ਜਵਾਈ ਵੀ ਹੁੰਦਾ ਸੀ ਜਾਂ ਮੈਂ, ਹੋਰ ਕੋਈ ਨਹੀਂ ਸੀ ਹੁੰਦਾ ਇਹਨਾਂ ਨਾਲ। ਇਹ ਕੋਈ ਮਤਲਬ 70-80 ਕੁ ਬੰਦੇ ਸੀਗੇ। ਆਨੰਦਪੁਰ ਸਾਹਿਬ ਕੈਂਪ ਲੱਗਿਆ ਹੋਇਆ ਸੀ। ਉਹ ਕੈਂਪ ਦੇ ਵਿੱਚ ਹੀ ਜਿਹੜਾ ਮਹਿਤਾ ਸੀਗਾ ਉਹ ਰੋ ਪਿਆ, ਕਹਿੰਦਾ ਸਾਡੀ ਮਦਦ ਕਰੋ। ਮੈਂ ਕਿਹਾ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ, ਤਾਂ ਹੀ ਆਏ ਆ। ਉਹ ਮੈਂ ਘਰੇ ਵਾਪਸ ਜਦੋਂ ਗਿਆ, ਪਹਿਲਾਂ ਹੀ ਪੁਲਿਸ ਦੀ ਜਿਪਸੀ ਸੀ ਜਿਹੜੀ SSP ਦੀ ਗੇੜਾ ਮਾਰ ਗਈ ਵੀ ਉਹ ਕਿੱਥੇ ਆ, ਕਿਉਂਕਿ ਕੌਣ ਜਰਦਾ ਸੀ ਕਿ ਸਾਡੀ ਕੋਈ ਇਹੋ ਜਿਹੀ ਤਿਆਰੀ ਕਰਨ, ਸਾਡੀ ਸਰਕਾਰ ਨੂੰ ਡੇਗ ਦੇਣ। ਮੈਂ ਇਹਨਾਂ ਨੂੰ ਕਿਹਾ ਤੁਸੀਂ ਬਾਦਲ ਸਰਕਾਰ 'ਚ ਚਲੇ ਜਾਓ, ਉਹਦੇ ਵਿੱਚ ਕੰਮ ਕਰੋ, ਇਹ ਨਾ ਹੋਵੇ ਉਹਦੀ ਜੇਬ 'ਚ ਪੈ ਜਾਓ। ਤੁਸੀਂ ਉਹਦੇ ਵਿੱਚ ਸ਼ਰੀਕ ਬਣ ਕੇ ਲੋਕਾਂ ਦਾ ਭਲਾ ਕਰੋ, ਤੇ ਜਿੱਥੇ ਉਹ ਗਲਤ ਨੇ ਉਹਨਾਂ ਨੂੰ ਰੋਕੋ। ਇਹਨਾਂ ਨੇ ਕੀ ਕੀਤਾ, ਉਹ ਮਹਿਤਾ ਤੇ ਸ਼ਾਇਦ ਬਹੁਤਾ ਹੱਕ 'ਚ ਨਹੀਂ ਸੀ, ਉਹ ਕਾਫੀ ਚਿਰ ਕੱਟ ਕੇ ਛੱਡ ਗਿਆ, ਪਰ ਚਾਵਲਾ ਤੇ ਉੱਥੇ ਬੈਠਾ। ਹਾਂ, ਜਿਵੇਂ ਇਸੇ ਕੰਮ ਲਈ ਤਿਆਰੀ ਕੀਤੀ ਹੋਵੇ ਜਿਵੇਂ ਲੱਖੋਵਾਲ ਸੀ, ਲੋਕਾਂ ਦੇ ਜਜ਼ਬਾਤ ਨਾਲ ਖੇਡ ਕੇ, ਕਿਸਾਨਾਂ ਦੇ ਜਜ਼ਬਾਤ ਨਾਲ ਖੇਡ ਕੇ, ਵਜ਼ੀਰੀਆਂ ਲੈ ਕੇ ਆਪਦੇ ਪਿੰਡੇ ਚਮਕਾ ਲਓ, ਆਪਦਾ ਘਰ-ਬਾਰ ਚਮਕਾ ਲਓ, ਬਾਕੀ ਬੰਦਿਆਂ ਨੂੰ ਉਦੋਂ ਵੀ ਨਿਗਾਰ ਦਿਓ ਤੇ ਗੱਲਾਂ ਮਾਰੋ। ਜਦੋਂ ਵੀ ਬੋਲਣਾ ਪਬਲਿਕ 'ਚ, ਤਰੱਕੀ ਦੇ ਆਧਾਰ ਤੇ ਵੋਟਾਂ, ਵਿਕਾਸ ਦੇ ਆਧਾਰ ਤੇ। ਜਾਨੀ ਪਬਲਿਕ ਆ ਜਿਹੜੀ, ਪਤਾ ਨਹੀਂ ਇਹਨਾਂ ਨੂੰ ਕਿਵੇਂ, ਐਕਟੀ ਤਾਂ ਵੈਸੇ ਧੱਕੇ ਮਿਲ ਰਹੇ ਨੇ, ਇਹ ਵੀ ਸਧਾਰਨ ਧੱਕੇ ਨੇ, ਇਦੋਂ ਵੱਡੇ ਵੀ ਮਿਲਣਗੇ ਜਿਹੜੇ ਲੋਕਾਂ ਨੇ ਲੋਕਾਂ ਦੇ ਇਮਾਨ ਦੀਆਂ ਕੀਮਤੀ ਵੋਟਾਂ ਲੈ ਕੇ ਉਹਨਾਂ ਨਾਲ ਦਗਾ ਕਮਾਇਆ, ਉਹਨਾਂ ਤੋਂ ਵਿੱਚੋਂ ਆਪਦੇ ਢਿੱਡ ਭਰੇ ਨੇ ਤੇ ਉਹਨਾਂ ਨੂੰ ਵੇਚਿਆ। ਉਹ ਲੋਕਾਂ ਨੂੰ ਮੇਰਾ ਨਹੀਂ ਯਕੀਨ ਕਿ ਲਹਿਰ ਮਾਫ ਕਰ ਦੂਗੀ। ਬਾਕੀ ਜਿਹੜੇ ਇਹਦੇ ਚੋਂ ਫੈਸਲੇ ਹੋਣਗੇ ਕਿਸਾਨ ਪੱਖੀ ਵੀ ਹੋਣਗੇ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹਦੇ 'ਚ। ਨਿੱਕੇ ਤੋਂ ਲੈ ਕੇ ਵੱਡੇ ਤੋਂ ਵੱਡੇ ਕਿਸਾਨ ਦਾ ਖਿਆਲ ਹੋਊਗਾ, ਉਹਦੀ ਫਸਲ ਦਾ ਵਾਜਬ ਮੁੱਲ ਦੇਣਾ ਕੰਟਰੀ ਦੀ ਤਰੱਕੀ ਦੀ ਨਿਸ਼ਾਨੀ ਹੈ। ਕੰਟਰੀ ਨਿਖਰਦਾ ਹੀ ਉਦੋਂ ਹੈ ਜਦੋਂ ਮਿਹਨਤੀ ਬੰਦਾ, ਜਿਹਦੇ ਤੇ ਸਭ ਕੁਝ ਡਿਪੈਂਡ ਕਰਦਾ ਹੈ, ਤੁਸੀਂ ਉਹਨੂੰ ਉਹਦਾ ਹੱਕ ਹੀ ਨਾ ਦੇਵੋ। ਉਹਦੇ ਨਾਲ ਮਜ਼ਦੂਰ ਹੈ, ਮਜ਼ਦੂਰ ਨੂੰ ਵੀ ਦਿਓ। ਜਦੋਂ ਅਮੀਰ ਬੰਦਾ ਇੰਨਾ ਅਮੀਰ ਬਣਿਆ, ਉਹ ਹੱਕ ਖਾ ਕੇ ਹੀ ਬਣਿਆ, ਉਹਦਾ ਨੰਬਰ ਦੁਨੀਆ 'ਚ ਆ ਰਿਹਾ, ਉਹ ਗਰੀਬਾਂ ਦੇ ਲਹੂ 'ਚੋਂ ਹੀ ਆ ਰਿਹਾ। ਬਿਲਕੁਲ, ਉਹ ਕਿਵੇਂ ਲਹੂ ਗਰੀਬਾਂ ਦਾ ਉਹਨੂੰ ਦੇਣ ਦਿੱਤਾ ਕਿਵੇਂ ਜਾਂਦਾ? ਉਹਦਾ ਕੀ ਅਧਿਕਾਰ ਹੈ ਕਿ ਲੋਕਾਂ ਨੂੰ ਦਿਨੋਂ ਦਿਨ ਨਿਚੋੜ ਕੇ ਉਹ ਆਪਦੀ ਅਮੀਰੀ ਦਿਖਾਵੇ? ਉਹ ਕਿੱਥੋਂ ਹਾਜ਼ਰੀ ਲਵਾ ਕੇ ਆਇਆ ਹੈ ਜੀ? ਕਿਹੜਾ ਉਹ ਮਾਂ ਦੇ ਕਿਸੇ ਦੇ ਵੱਖਰੇ ਰਾਹ 'ਚ ਆਇਆ ਸੀ? ਇਹ ਚੀਜ਼ਾਂ ਹੁਣ ਹੋਣਗੀਆਂ। ਸਵਾਲ ਹੀ ਨਹੀਂ, ਇਹ ਨਹੀਂ ਕਿ ਕਿਸਾਨ ਆਪਣੇ ਆਪ ਨੂੰ ਹੀ ਪਹਿਲ ਦਊਗਾ। ਹਰ ਚੀਜ਼ ਇੱਕ ਵੱਡੇ ਸਿਸਟਮ ਦੇ ਵਿੱਚ ਐਸਟੈਬਲਿਸ਼ ਹੋਊਗੀ, ਜਿੱਥੋਂ ਹਰ ਚੀਜ਼ ਤਰੱਕੀ ਵੀ ਕਰੂਗੀ, ਨਿਆਂ ਵੀ ਕਰੂਗੀ, ਤੇ ਜਿਹੜੀ ਉਹਦੀ ਆਮਦਨੀ ਹੋਊਗੀ ਉਹ ਬਹੁਤ ਵਾਜਬ ਪਾਸਿਆਂ ਤੇ ਲੱਗੂਗੀ। ਫੈਕਟਰੀ ਵੀ ਕੋਈ ਤਬਾਹ ਨਹੀਂ ਹੋਊਗੀ। ਇਹ ਵੀ ਨਹੀਂ ਹੋਊ ਕਿ ਫੈਕਟਰੀ ਮਜ਼ਦੂਰਾਂ ਨੂੰ ਲੁੱਟ ਕੇ ਹੀ ਬਣੇ, ਕਿ ਉਹਨਾਂ ਦਾ ਕਚੂੰਬਰ ਕੱਢ ਦੇਵੇ। ਇੱਧਰ ਆ ਕੈਨੇਡਾ, ਇਹਦੇ ਇੱਥੇ ਵੀ ਤਾਂ ਸਿਸਟਮ ਚੱਲਦਾ ਹੀ ਹੈ, ਤੁਸੀਂ ਇੱਥੇ ਹੀ ਹੋ। ਘੱਟ ਤੋਂ ਘੱਟ ਇੱਕ ਬੰਦੇ ਦੀ ਮਜ਼ਦੂਰੀ ਦਾ ਮੁੱਲ ਹੈ, ਉਹਦੀ ਇੱਜ਼ਤ ਵੀ ਸੁਰੱਖਿਅਤ ਹੈ। ਕੋਈ ਉਹਦੇ ਨਾਲ ਧੱਕਾ ਕਰ ਸਕਦਾ? ਉੱਥੇ ਕਿਉਂ ਹੁੰਦਾ? ਕਾਤੇ ਹੋ ਰਿਹਾ ਇੰਡੀਆ 'ਚ ਕਿ ਜੋ ਕੋਈ ਬੋਲਦਾ ਉਹਦੇ ਤੇ ਮੁਕੱਦਮੇ ਦਰਜ ਨੇ। ਮੈਂ 8 ਸਾਲ ਝੂਠਾ ਮੁਕੱਦਮਾ ਚੱਲਿਆ, ਪੂਰੇ 8 ਸਾਲ। ਹਾਂ, ਪਰ ਮੈਂ ਉਹਦੇ 'ਚ ਉਹ ਕੁਛ ਦੇਖਿਆ ਜੱਜਾਂ ਤੱਕ ਦਾ, ਉਹ ਐਕਸਪੀਰੀਅੰਸ ਦੇਖੇ ਕਿ ਜੱਜ ਨੇ ਜਦੋਂ ਇੰਡੀਆ ਦੇ ਵਿੱਚ ਅਦਾਲਤਾਂ 'ਚ ਫੈਸਲੇ ਦਿੰਦੇ, ਉਹਨਾਂ ਨੂੰ ਰਿਲੀਜਨ ਦੀ ਸਮਝ ਚਾਹੀਦੀ ਹੈ, ਹਰ ਰਿਲੀਜਨ ਦੀ, ਕਿ ਰਿਲੀਜਨ ਕਿਵੇਂ ਪੈਦਾ ਹੋਇਆ, ਇਹਨਾਂ ਲੋਕਾਂ ਦੀ ਅਣਖ ਕਿਵੇਂ ਵਰਕ ਕਰਦੀ ਹੈ, ਇਹਨੂੰ ਪ੍ਰੋਟੈਕਟ ਵੀ ਕਰਨਾ ਹੈ, ਨਿਆਂ ਵੀ ਕਰਨਾ ਹੈ, ਇਹਨੂੰ ਗਲਤ ਹੱਲਾਸ਼ੇਰੀ ਵੀ ਨਹੀਂ ਦੇਣੀ। ਉਹਨਾਂ ਨੂੰ ਬੱਚਿਆਂ ਵਾਂਗ ਆਪਣੀ ਜਾਇਦਾਦ ਮੰਨ ਕੇ ਉੱਥੇ ਫੈਸਲੇ ਦੇਣੇ। ਇੱਥੇ ਤਾਂ ਇੱਕੋ ਹੀ ਚੀਜ਼ ਚੱਲ ਰਹੀ ਹੈ ਕਿ ਫਲਾਣੇ ਵਰਗ ਦਾ ਬੰਦਾ, ਇਹਨੂੰ ਟੰਗਣਾ ਹੈ, ਜਿਵੇਂ ਮਰਜ਼ੀ ਕਰੋ। ਉਹਦੇ ਲਈ ਸਭ ਕੁਝ ਸਿਸਟਮ ਐਸਟੈਬਲਿਸ਼ ਕੀਤਾ ਹੋਇਆ। ਇਹ ਸਿਸਟਮ ਕਿੰਨਾ ਚਿਰ ਰਹਿ ਜਾਊਗਾ? ਕਿਸੇ ਨੂੰ ਕੀ ਅਧਿਕਾਰ ਹੈ ਕਿ ਲੋਕਾਂ ਨੂੰ ਪਹਿਲਾਂ ਗੁਨਾਹ ਕਰੋ ਫਿਰ ਸਜ਼ਾ ਵੀ ਉਹਨਾਂ ਨੂੰ ਹੀ ਦਿਓ? ਇਹ ਕਿੰਨਾ ਕੁ ਚਿਰ ਅਧਿਕਾਰ ਚੱਲ ਜੂਗਾ? ਐਡਾ ਡੈਵਲਿਸ਼ ਕਿਸਮ ਦਾ ਸਿਸਟਮ ਹੈ ਜਿਹੜਾ।
ਇਹ ਸਿਸਟਮ ਤੋਂ ਹੀ ਲੋਕਾਂ ਨੇ ਤੋਬਾ ਕੀਤੀ ਹੈ, ਕੱਲਾ ਕਿਸਾਨ ਮੋਰਚਾ ਨਹੀਂ, ਟੋਟਲ ਸਿਸਟਮ ਤੋਂ ਤੋਬਾ। ਹਾਂ, ਤੇ ਸਿਸਟਮ ਠੀਕ ਹੋਊਗਾ ਤੇ ਵਿਕਣ ਵਾਲਾ ਨਹੀਂ ਵਿਕਦਾ। ਜਦੋਂ ਖਰੀਦਣ ਵਾਲਾ ਹੀ ਨਹੀਂ ਰਿਹਾ, ਖਰੀਦਣ ਵਾਲੇ ਨੂੰ ਵੋਟ ਨਹੀਂ ਪੈਣੀ, ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਕਿਸੇ ਉਹਨਾਂ ਬੰਦਿਆਂ ਨੂੰ ਵੋਟਾਂ ਪੈ ਜਾਣ ਜਿਹੜੇ ਵਿਕਾਊ ਮਾਲ ਨੂੰ ਖਰੀਦਦੇ ਸੀ। ਇਸ ਕਰਕੇ ਮੰਡੀ 'ਚ ਭੱਜੇ ਫਿਰਨਗੇ, ਪਰ ਵਿਕਦੇ ਨਹੀਂ ਹੈਗੇ, ਮਾਲ ਖਰੀਦੂਗਾ ਨਹੀਂ। ਤੁਹਾਡੇ ਸਾਹਮਣੇ ਹੈ। ਹਾਂ, ਮੈਂ ਦੇਖਿਆ ਵਿਕਣ ਵਾਲੇ ਬੰਦੇ ਬਹੁਤ ਢੰਗ ਹੁੰਦਾ ਉਹਨਾਂ ਨੂੰ, ਜਿਵੇਂ ਸਰਾਲਾਂ ਜੰਗਲਾਂ ਦੇ ਵਿੱਚ ਮਿਰਗੇ ਨੇ ਭੱਜਦੇ ਨੇ, ਸ਼ਿਕਾਰ ਉਹਨਾਂ ਦਾ ਵੀ ਕਰ ਲੈਂਦੀਆਂ ਨੇ। ਇਹ ਜਿਹੜੇ ਲੁਟੇਰੇ ਨੇ, ਇਹਨਾਂ ਨੂੰ ਵੀ ਆਪਦੇ ਫੰਦੇ ਲਾਉਣੇ ਆਉਂਦੇ ਨੇ, ਪਰ ਹੁਣ ਤੋਬਾ ਹੀ ਇੰਨੀ ਹੋ ਗਈ। ਹੁਣ ਉਹਨਾਂ ਦੇ ਕੀ ਫੰਦਾ ਲਾਊਗਾ ਜਦੋਂ ਉਹਨਾਂ ਨੂੰ ਕੋਲੇ ਤਾਂ ਬਚਣ ਦਾ ਰਾਹ ਹੀ ਨਹੀਂ ਕੋਈ ਰਿਹਾ। ਹਾਂ, ਇਸ ਕਰਕੇ ਇਹ ਮੈਂ ਇਹਦੇ ਬਾਰੇ ਬਹੁਤ ਆਸਵੰਦ ਹਾਂ ਕਿ ਇੰਡੀਆ ਦੇ ਜਿਹੜੇ ਸਿਆਣੇ ਲੋਕ ਨੇ, ਦਾਨਿਸ਼ਵਰ ਲੋਕ ਨੇ, ਸੱਚੇ ਸੁੱਚੇ ਲੋਕ ਨੇ, ਜਵਾਨ ਮੁੰਡੇ ਵੀ ਨੇ, ਬਜ਼ੁਰਗ ਵੀ ਨੇ, ਬੇਟੀਆਂ ਵੀ ਨੇ, ਧੀਆਂ ਭੈਣਾਂ ਨੂੰਹਾਂ ਨੇ, ਸਾਡੇ ਬਰਾਬਰ ਦੀਆਂ ਵੀ ਨੇ ਭੈਣਾਂ, ਉਹ ਮਾਵਾਂ ਦੇ ਰੂਪ ਦੇ ਵਿੱਚ ਨੇ ਜਾਂ ਭੈਣਾਂ ਦੇ ਰੂਪ ਦੇ ਵਿੱਚ ਨੇ, ਉਹ ਸਾਰੇ ਆਏ ਹੋਏ ਨੇ। ਉਹ ਬਹੁਤ ਵੱਡੇ ਫੈਸਲੇ ਲੈਣਗੇ ਤਾਂ ਕਿ ਉਹਨਾਂ ਨੂੰ ਪਛਤਾਉਣਾ ਨਾ ਪਵੇ। ਮੇਰਾ ਇਹ ਯਕੀਨ ਹੈ। ਬਾਕੀ ਮੈਂ ਇਹ ਵੀ ਨਹੀਂ ਚਾਹੁੰਦਾ ਵੀ ਅਸੀਂ ਇਹਨੂੰ ਬਹੁਤ ਲੰਮਾ ਕਰੀਏ। ਅਸੀਂ ਕੋਈ ਸਿੱਖਿਆ ਦਾ ਸੈਂਟਰ ਬਣਨਾ ਚਾਹੁੰਦੇ ਹਾਂ। ਅਸੀਂ ਤੇ ਕੁਝ ਖਬਰਦਾਰੀ ਕੀਤਾ ਤੇ ਮੇਰਾ ਯਕੀਨ ਹੈ ਕਿ ਲੋਕ ਆਪਣੀ ਤਰ੍ਹਾਂ ਨਾਲ ਠੀਕ ਫੈਸਲੇ ਲੈਣਗੇ। ਜੇ ਲੀਡਰਸ਼ਿਪ ਉਹਨਾਂ ਦੇ ਫਿੱਟ ਆਉਂਦੀ ਆ, ਉਹ ਇਹਨੂੰ ਯਕੀਨ ਕਰ ਲੈਣਗੇ। ਜੇ ਨਹੀਂ ਫਿੱਟ ਆਉਂਦੀ, ਬਦਲਣ ਵਾਲੇ ਵੀ ਉਹੀ ਨੇ। ਕੌਣ ਬਦਲ ਸਕਦਾ? ਕਿਸੇ ਦੀ ਕੋਈ ਨਿੰਦਿਆ ਵੀ ਨਹੀਂ ਕਰ ਸਕਦਾ। ਇਹ ਵੀ ਨਹੀਂ ਤੁਹਾਨੂੰ ਅਧਿਕਾਰ। ਤੁਹਾਡੀ ਗੱਲ ਆ ਜਿਹੜੀ ਸੱਚ ਦੇ ਲੈਵਲ ਤੇ ਹੀ ਕਿਸੇ ਨੂੰ ਤੁਸੀਂ ਦੱਸ ਸਕਦੇ ਹੋ, ਫੇਰ ਹੀ ਪੁੱਗਦੀ ਹੈ, ਨਹੀਂ ਉਹ ਨਿੰਦਿਆ ਬਣ ਜਾਂਦੀ ਹੈ। ਜਨਰਲੀ ਨਿੰਦਿਆ ਉਦੋਂ ਬਣਦੀ ਹੈ ਜਦੋਂ ਤੁਹਾਡੇ ਅੰਦਰ ਕੋਈ ਆਪਣਾ ਸਵਾਰਥ ਹੁੰਦਾ ਹੈ, ਤੁਸੀਂ ਕੋਈ ਥਾਂ ਲੈਣੀ ਚਾਹੁੰਦੇ ਹੋ। ਪਰ ਜਦੋਂ ਤੁਸੀਂ ਸਾਰਿਆਂ ਲਈ ਗੱਲ ਸੋਚ ਕੇ ਕਰਦੇ ਹੋ, ਮੇਰਾ ਯਕੀਨ ਹੈ ਉਹ ਗੱਲ ਕਿਸੇ ਨਿੰਦਿਆ ਦੇ ਰੂਪ ਵਿੱਚ ਨਹੀਂ ਲੇਖੇ ਲੱਗਦੀ। ਉਹਦੇ ਬਾਰੇ ਕੋਈ ਨਾ ਕੋਈ ਸੋਚਿਆ ਜ਼ਰੂਰ ਜਾਂਦਾ ਹੈ, ਜੇ ਸਾਰਿਆਂ ਲਈ ਤੁਸੀਂ ਰਹਿ ਦਿੰਦੇ ਤੇ ਕੰਟਰੀ ਦੇ ਭਲੇ ਲਈ। ਹਾਂਜੀ, ਠੀਕ ਹੈ ਬਾਬਾ ਜੀ। ਤੋ ਬਹੁਤ ਬਹੁਤ ਧੰਨਵਾਦ ਤੁਹਾਡਾ। ਜਿਹੜੀ ਤੁਸੀਂ ਆਪਣੀ ਅਪਰੋਚ, ਜਿਹੜਾ ਤੁਹਾਡਾ ਨਜ਼ਰੀਆ, ਤੁਸੀਂ ਮੈਂ ਕਹੂੰਗਾ ਹਿਸਟੋਰਿਕ ਪੱਖ ਤੋਂ, ਕੰਟੈਂਪਰੇਰੀ ਪੱਖ ਤੋਂ, ਫਿਊਚਰਿਸਟਿਕ ਪੱਖ ਤੋਂ ਹੋਲਿਸਟਿਕਲੀ ਦਿੱਤਾ। ਕਈ ਵਾਰ ਪੰਜਾਬੀ ਦੇ ਮੈਨੂੰ ਵਰਡਸ ਸ਼ਬਦ ਨਹੀਂ ਆਉਂਦੇ ਹੁੰਦੇ। ਤੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ। ਮੈਨੂੰ ਲੱਗਦਾ ਕਿ ਆਪਾਂ ਪ੍ਰੋਗਰਾਮ ਇੱਥੇ ਅੱਜ ਅਖੀਰ ਦੇ ਵਿੱਚ, ਹਾਂਜੀ, ਮੈਂ ਸਾਰੀ ਸੰਗਤ ਜਿੱਥੇ ਵੀ ਕਿਤੇ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਪਤਾ ਨਹੀਂ ਕਿਹਨੂੰ ਵੱਧ ਘੱਟ ਬੋਲਿਆ ਗਿਆ, ਮੈਂ ਮੁਆਫੀ ਮੰਗਦਾ। ਤੁਸੀਂ ਸਾਰੇ ਸਿਆਣੇ ਹੋ, ਬਹੁਤ ਸੋਚ ਕੇ ਫੈਸਲਾ ਲਿਓ। ਆਪਣੇ ਬੱਚੇ ਨੇ ਸਾਰੇ, ਉਹਨਾਂ ਨੂੰ ਸੰਭਾਲਣਾ ਵੀ ਆ। ਨੌਜਵਾਨ ਮੁੰਡੇ ਬਹੁਤ ਜਜ਼ਬਾਤੀ ਹੁੰਦੇ ਨੇ, ਧਰਮਾਂ ਦੇ ਅੱਡੋ ਅੱਡ ਪੱਖ ਹੁੰਦੇ ਨੇ, ਸਾਰਿਆਂ ਨੂੰ ਪਿਆਰ ਕਰਨਾ, ਉਹਨਾਂ ਨੂੰ ਸੰਭਾਲਣਾ ਤੇ ਮੋਰਚੇ ਦੇ ਵਿੱਚ ਫਤਿਹ ਹਾਸਲ ਕਰਨੀ ਹੈ। ਕੱਲੀ ਮੋਰਚੇ ਦੀ ਫਤਿਹ ਨਹੀਂ, ਅੱਗੇ ਉਹ ਰਸਤਾ ਚੁਣਨਾ, ਉਹ ਧਾਰਨ ਕਰਨਾ ਜਿਹਦੇ ਵਿੱਚ ਉਹ ਡਿਵੈਲਪ ਕਰ, ਉਹ ਡਿਵੈਲਪਮੈਂਟ ਲੈ ਕੇ ਆਉਣੀ ਹੈ ਜਿਹਦਾ ਸਾਡੇ ਪੁਰਾਣੇ ਲੀਡਰਾਂ ਨੂੰ ਕਦੇ ਸੁਪਨਾ ਵੀ ਨਹੀਂ ਸੀ ਆਇਆ। ਉਹ ਪਿਆਰ ਲੈ ਕੇ ਆਉਣਾ ਹੈ, ਉਹ ਬੁਨਿਆਦ ਇਸ ਤਰ੍ਹਾਂ ਦੀ ਰੱਖਣੀ ਹੈ ਸੁਹਿਰਦਤਾ ਦੇ ਵਿੱਚੋਂ, ਜਿਹੜੀ ਇਸ ਵੇਲੇ ਕੰਸ਼ੀਅਸਨੈਸ ਆਈ ਆ। ਮੈਂ ਪੱਕਾ ਯਕੀਨ ਕਰਦਾ ਕਿ ਜ਼ਰੂਰ ਇਹਨਾਂ ਗੱਲਾਂ ਦੇ ਉੱਤੇ ਪੂਰੀ ਉਤਰੂਗੀ। ਸਾਡੀ ਕੋਈ ਗੱਲ ਬਿਲਕੁਲ ਹੀ ਨਾ ਠੀਕ ਹੋਵੇ, ਉਹ ਰਿਜੈਕਟ ਕਰ ਦੇਣਗੇ, ਕੋਈ ਠੀਕ ਲੱਗੂਗੀ ਪ੍ਰਵਾਨ ਕਰ ਲੈਣਗੇ, ਪਰ ਉਹ ਆਪਣੇ ਤੌਰ ਤੇ ਮੇਰਾ ਯਕੀਨ ਹੈ ਬਹੁਤ ਸੋਹਣੇ ਫੈਸਲੇ ਲੈਣਗੇ ਤੇ ਇੰਡੀਆ ਨੂੰ ਸਵਾਰਨਗੇ। ਅੱਗੇ ਤੋਂ ਅੱਗੇ ਧੀਆਂ ਪੁੱਤਰ ਜਿਹੜੇ ਰੁਲਦੇ ਨੇ ਐਡੀਆਂ ਪੜ੍ਹਾਈਆਂ ਕਰਕੇ, ਉਹਨਾਂ ਨਾਲ ਨਿਆਂ ਕਰਨਾ, ਉਹਨਾਂ ਨੇ ਅਜੇ ਵਿਆਹ ਕਰਾਉਣੇ ਨੇ, ਖੂਬਸੂਰਤ ਜ਼ਿੰਦਗੀ ਜਿਉਣੀ ਹੈ, ਪਤਾ ਨਹੀਂ ਉਹਨਾਂ ਨਾਲ ਕੀ ਹੋ ਰਿਹਾ। ਇਹਦੇ ਬਾਰੇ ਹਰ ਬੰਦੇ ਦਾ ਸੋਚਣਾ ਫਰਜ਼ ਬਣਦਾ ਹੈ, ਉਹਨਾਂ ਦਾ ਖਿਆਲ ਰੱਖਣਾ, ਉਹਨਾਂ ਨਾਲ ਨਿਆਂ ਕਰਨਾ, ਉਹਨਾਂ ਨੂੰ ਖੁਸ਼ੀ ਦੇਣੀ, ਉਹਨਾਂ ਨੂੰ ਕੰਮ ਦੇਣਾ, ਉਹਨਾਂ ਤੋਂ ਕੰਮ ਲੈਣਾ, ਇਹ ਵੀ ਜ਼ਰੂਰੀ ਹੈ। ਇਹ ਵੀ ਨਹੀਂ ਕਿ ਕੰਮ ਨਾ ਲਿਆ ਜਾਵੇ ਫੇਰ ਹੀ ਕੰਟਰੀ ਤਰੱਕੀ ਕਰਦੇ ਨੇ। ਸੋ ਮੈਂ ਇੰਨੀ ਕੁ ਗੱਲ ਕਹਿ ਕੇ ਸਾਰਿਆਂ ਤੋਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਤੁਸੀਂ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਮੈਂ ਕਹੂੰਗਾ ਸਪੌਂਟੇਨੀਅਸ
ਔਰ ਨੈਚੁਰਲ ਔਰ ਹਾਈਲੀ ਆਪਣੀ ਅਨਕੰਸ਼ੀਅਸ ਦੇ ਵਿੱਚੋਂ ਜਿਹੜੇ ਤੁਸੀਂ ਇੰਨੀ ਜਾਣਕਾਰੀ ਸਾਨੂੰ ਦਿੱਤੀ ਹੈ, ਤੁਹਾਡਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਹੈ। ਤੇ ਸਾਥੀਓ, ਇੱਕ ਹੋਰ ਛੋਟੀ ਜਿਹੀ ਇੱਕ ਜਿਹੜੀ ਮਾਫੀ ਇੱਥੇ ਹੋਰ ਮੰਗ ਲਈ ਕਿ ਟੈਲੀਕਾਨਫਰੰਸ ਤੇ ਚੱਲਦਿਆਂ ਕਈ ਸਾਰੇ ਜਿਹੜੇ ਕਨਸਟ੍ਰੇਂਟਸ ਹੁੰਦੇ ਨੇ ਜਿਹੜੇ ਕਿ ਸਾਨੂੰ ਵੀ ਫੇਸ ਕਰਨੇ ਪੈਂਦੇ ਨੇ, ਤੋ ਉਹਦੇ ਚੱਲਦੇ ਜੇਕਰ ਕੋਈ ਗਲਤੀ ਹੋਈ ਹੋਵੇ ਉਹਦੇ ਲਈ ਵੀ ਬਹੁਤ ਬਹੁਤ ਮਾਫੀ। ਔਰ ਬਹੁਤ ਜਲਦੀ ਅਸੀਂ ਹੁਣ, ਕਿਉਂਕਿ ਸਾਡਾ ਮੀਡੀਅਮ ਦੁਬਾਰਾ ਨਾਲ ਸ਼ੁਰੂ ਹੋ ਗਿਆ ਹੈ ਟੈਲੀਕਾਨਫਰੰਸ ਵਾਲਾ, ਅਸੀਂ ਅਗਲਾ ਐਪੀਸੋਡ ਇੱਕ ਨਵੇਂ ਟੌਪਿਕ ਦੇ ਨਾਲ ਲੈ ਕੇ ਆਵਾਂਗੇ ਜੀ। ਉਦੋਂ ਤੱਕ ਸਾਰੇ ਜਿਉਂਦੇ ਵਸਦੇ ਰਹੋ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ।